ਕੁਝ ਬਣ ਜਾਂਦੇ ਜਦੋਂ ਆਪਣੇ ਹੀ, ਫਿਰ ਪਲ ਨਾ ਜਾਣ ਨਿਭਾਏ ਰਿਸ਼ਤੇ। ਉਹ ਪਲਾਂ ਚਿਣਾਂ ਚ ਵੰਗ ਜਿਉਂ ਟੁੱਟ ਜਾਂਦੇ। कई पीढ़ियां तो जो बनाए रिश्ते, रिश्तियां दी जद तंद है टुटदी, चीज जही कोई दिल चों उठदी। रोइयां दे रुख ज्यों कल्ले कल्ले, टुटे पानी बाहर नूं चले। चाले वांगर फिस पैंदे ने पाथी वांगर दुख दे रिश्ते। जुड़दे ते कदे टुटदे रिश्ते, वगदे वगदे सुखदे रिश्ते, वगदे वगदे सुखदे रिश्ते। ਇਹ ਨੇ ਸਾਜ਼ ਤੇ ਸਾਜ਼ ਨਿਵਾਜ਼ ਤੂੰ, ਤੇ ਫਿਜ਼ਾ ਨੂੰ ਧੁਨ ਦੀ ਉਡੀਕ ਹੈ। ਤੇਰੇ ਪੋਟਿਆਂ ਤੇ ਸੁਰਾਂ 'ਚ ਇਹ ਕੈਸੇ ਫਾਸਲੇ ਕੈਸੀ ਲੀਕ ਹੈ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਬਲਵਿੰਦਰ। ਅੱਜ ਤੁਹਾਡਾ ਫੇਰ ਸਵਾਗਤ ਹੈ ਵਰਚੁਅਲ ਮੰਚ ਦੇ ਉੱਤੇ। ਖਾਸ ਤੌਰ ਤੇ 15ਵੇਂ ਦਿਨ ਦੇ ਵਿੱਚ ਅਸੀਂ ਐਂਟਰ ਕਰ ਗਏ ਹਾਂ ਕੌਮੀ ਕੌਮਾਂਤਰੀ ਅੰਤਰਰਾਸ਼ਟਰੀ ਪੱਧਰ ਤੇ ਆਨਲਾਈਨ ਜਿਹੜਾ ਸਾਡਾ ਇਹ ਅੱਜ ਦਾ ਥੀਏਟਰ ਫੈਸਟੀਵਲ ਆ, ਪੰਜਾਬੀ ਥੀਏਟਰ ਫੈਸਟੀਵਲ। ਔਰ ਹਰ ਵਾਰ ਦੀ ਤਰ੍ਹਾਂ ਅਸੀਂ ਪਹਿਲਾਂ ਦੱਸਦੇ ਹੁੰਦੇ ਹਾਂ ਕਿ ਸਾਡੇ ਪ੍ਰੋਗਰਾਮ ਦਾ ਜਿਹੜਾ ਹੈਗਾ ਉਹ ਫਾਰਮੈਟ ਆ, ਉਹ ਤੁਹਾਨੂੰ ਦੱਸ ਦਈਏ। ਦੱਸਣਾ ਜ਼ਰੂਰੀ ਹੁੰਦਾ। ਜਿਹੜੇ ਪੁਰਾਣੇ ਨੇ ਉਹਨਾਂ ਨੂੰ ਜ਼ਰੂਰ ਲੱਗੇਗਾ ਕਿ ਰੋਜ਼ ਰੋਜ਼ ਦੱਸਣ ਦੀ ਕੀ ਜ਼ਰੂਰਤ ਆ, ਪਰ ਜਿਹੜੇ ਨਵੇਂ ਨੇ ਉਹਨਾਂ ਵਾਸਤੇ ਹੈ ਕਿ ਸਾਡੇ ਜਿਹੜੇ ਪ੍ਰੋਗਰਾਮ ਦੀ ਤਰਤੀਬ ਇਸ ਤਰ੍ਹਾਂ ਹੈ ਕਿ ਇਹ ਪ੍ਰੋਗਰਾਮ ਸਾਡਾ ਲਾਈਵ ਜਾਂਦਾ ਬਿਲਕੁਲ ਨਾਲ ਦੀ ਨਾਲ। ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇਸ ਨੂੰ ਕਮੈਂਟ ਕਰ ਸਕਦੇ ਹੋ, ਦੇਖ ਸਕਦੇ ਹੋ, ਔਰ ਲਾਈਵ ਜਾ ਰਿਹਾ। ਔਰ ਇਸ ਪ੍ਰੋਗਰਾਮ ਦਾ ਜਿਹੜਾ ਫਾਰਮੈਟ ਹੈ ਉਹ ਸਭ ਤੋਂ ਪਹਿਲਾਂ ਅਸੀਂ ਜਿਹੜਾ ਸਾਡੇ ਸੀਨੀਅਰ ਰੰਗਕਰਮੀ ਨੇ, ਜਿਹੜੇ ਥੀਏਟਰਿਸਟ ਨੇ, ਜਿਹੜੇ ਮੰਚ ਦੇ ਉੱਤੇ ਨੇ ਅਦਾਕਾਰ ਜਾਂ ਅਦਾਕਾਰੀਆਂ ਕਰਦੇ ਨੇ, ਸਭ ਤੋਂ ਪਹਿਲਾਂ ਉਹ ਸਾਨੂੰ ਆਸ਼ੀਰਵਾਦ ਦੇ ਰੂਪ ਦੇ ਵਿੱਚ, ਸੁਨਹਿਰੀ ਬੋਲ ਦੇ ਰੂਪ 'ਚ ਅਸੀਂ ਉਹਨਾਂ ਨੂੰ ਪੁੱਛਦੇ ਹਾਂ, ਉਹਨਾਂ ਨੂੰ ਸੁਣਦੇ ਹੈਗੇ ਆ। ਔਰ ਉਸ ਤੋਂ ਬਾਅਦ ਐਂਕਰ ਮੇਰੇ ਵਰਗਾ ਕੋਈ ਆਉਂਦਾ, ਔਰ ਉਹ ਜਿਹੜੇ ਅੱਜ ਦੇ ਪੇਸ਼ਕਾਰੀ ਕਰਦੇ ਹੁੰਦੇ ਨੇ ਬੰਦੇ, ਜਿਹੜਿਆਂ ਨੇ ਅਸੀਂ ਉਹਨਾਂ ਨਾਲ ਇੱਕ ਰੂਬਰੂ ਕਰਦੇ ਹਾਂ। ਉਸ ਤੋਂ ਬਾਅਦ ਉਹਨਾਂ ਨੇ ਪੇਸ਼ਕਾਰੀ ਕਰਨੀ ਹੁੰਦੀ ਹੈ। ਰੂਬਰੂ ਤੋਂ ਬਾਅਦ ਅਸੀਂ ਪੇਸ਼ੇ ਨਜ਼ਰ ਕਰਦੇ ਹਾਂ। ਪੇਸ਼ੇ ਨਜ਼ਰ ਦੇ ਵਿੱਚ ਉਹ ਜਿਹੜਾ ਅਦਾਕਾਰ ਜਾਂ ਜਿਹੜਾ ਰੰਗਕਰਮੀ ਸਾਡੇ ਨਾਲ ਰੂਬਰੂ ਹੈ, ਉਹਦੀ ਕੋਈ ਨਾ ਕੋਈ ਕ੍ਰਿਤ, ਕੋਈ ਨਾ ਕੋਈ ਰਚਨਾ, ਕੋਈ ਨਾ ਕੋਈ ਪ੍ਰੋਡਕਸ਼ਨ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਉਸ ਤੋਂ ਬਾਅਦ ਉਸ ਪੇਸ਼ਕਾਰੀ ਨੂੰ ਲੈ ਕੇ ਔਰ ਜਿਹੜੇ ਦਰਸ਼ਕ ਨੇ ਉਹਨਾਂ ਦੇ ਜਿਹੜੇ ਕਮੈਂਟਸ ਨੇ, ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ, ਉਹਨਾਂ ਨੂੰ ਲੈ ਕੇ ਅਸੀਂ ਉਸ ਜਿਹੜਾ ਅਦਾਕਾਰ ਜਾਂ ਰੰਗਕਰਮੀ ਸਾਡੇ ਨਾਲ ਆ ਉਹਦੇ ਨਾਲ ਅਸੀਂ ਵਿਚਾਰ ਚਰਚਾ ਕਰਦੇ ਹੁੰਦੇ ਹਾਂ, ਰੰਗਮੰਚ ਨੂੰ ਲੈ ਕੇ ਜਾਂ ਪੰਜਾਬੀ ਦੇ ਇਸ ਓਵਰਆਲ ਸਾਰੇ ਸਿਨੈਰੀਓ ਨੂੰ ਲੈ ਕੇ। ਉਸ ਤੋਂ ਬਾਅਦ ਅਸੀਂ ਇੱਕ ਮੰਚ ਦੇ ਗੀਤ ਦੇ ਨਾਲ ਇਸ ਪ੍ਰੋਗਰਾਮ ਨੂੰ ਸਮਾਪਨ ਵੱਲ ਲੈ ਕੇ ਜਾਂਦੇ ਹਾਂ। ਔਰ ਇਹ ਕਰੀਬ ਹਰ ਰੋਜ਼ ਜਿਹੜਾ ਹੈਗਾ 8 ਵਜੇ ਤੋਂ ਲੈ ਕੇ ਅਸੀਂ 9 ਵਜੇ ਦੇ ਆਸ-ਪਾਸ ਦਾ ਲਾਈਵ ਸਾਡਾ ਜਿਹੜਾ ਆਨਲਾਈਨ ਜਾਂਦਾ, ਇੰਟਰਨੈਸ਼ਨਲ ਹੀ ਜਾਂਦਾ। ਮੈਨੂੰ ਬਾਰ-ਬਾਰ ਇਸ ਲਈ ਕਹਿਣਾ ਪੈਂਦਾ ਲਾਈਵ ਕਿ ਇਸ ਦੇ ਨਾਲ ਜਿਹੜੇ ਸਾਡੇ ਦਰਸ਼ਕ ਨੇ ਉਹ ਜੁੜਦੇ ਨੇ ਔਰ ਉਹ ਸਵਾਲ ਕਰਦੇ ਨੇ, ਵਿਚਾਰ ਚਰਚਾ ਕਰਦੇ ਨੇ। ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਮੈਂ ਸ਼ੁਰੂ ਕਰਨ ਲੱਗਿਆ, ਇਸ ਦੀ ਸ਼ੁਰੂਆਤ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜੇ ਸੀਨੀਅਰ ਜਿਹੜੇ ਸਾਡੇ ਅਦਾਕਾਰ ਨੇ, ਰੰਗਕਰਮੀ ਨੇ, ਉਹਨਾਂ ਦੇ ਸੁਨਹਿਰੀ ਬੋਲ ਲੈਂਦੇ ਹਾਂ। ਅੱਜ ਜਿਹੜੇ ਆਸ਼ੀਰਵਾਦ ਦੇ ਰੂਪ 'ਚ ਇਹ ਸ਼ਬਦ ਸਾਨੂੰ ਮਿਲ ਰਹੇ ਨੇ, ਉਹ ਪੰਜਾਬੀ ਰੰਗਮੰਚ, ਪੰਜਾਬੀ ਫਿਲਮਾਂ, ਹਿੰਦੀ ਫਿਲਮਾਂ ਦੀ ਬਹੁਤ ਵੱਡੀ ਮਾਇਨਾਜ਼ ਹਸਤੀ ਨੇ, ਜਨਾਬ ਮੰਗਲ ਢਿੱਲੋਂ ਸਾਹਿਬ। ਸੁਣਦੇ ਹਾਂ ਸੁਨਹਿਰੀ ਬੋਲ। नमस्कार, आदाब, सत श्री अकाल। दोस्तों, वी मंच ते गुरविंदर होरां वालों ये बहुत ही सोहनी ते बहुत चंगी कोशिश की जा रही है लोगों तक पहुँचण दी, थिएटर नूं पहुँचाउण दी। थिएटर दे विच हमेशा ही चुनौतियां रही हैं,
ਅਸੀਂ ਇੱਥੇ ਥੀਏਟਰ ਕਰਦੇ ਰਹੇ ਹਾਂ, ਸਟਰੀਟ ਥੀਏਟਰ ਵੀ ਕੀਤਾ, ਡਿਪਾਰਟਮੈਂਟ ਤੋਂ ਟ੍ਰੇਨਿੰਗ ਵੀ ਲਈ। ਉਦੋਂ ਵੀ ਚੁਣੌਤੀਆਂ ਸੀ ਤੇ ਹੁਣ ਵੀ ਚੁਣੌਤੀਆਂ। ਥੀਏਟਰ ਕਰਨ ਵਾਲੇ ਰੰਗਕਰਮੀ ਮੈਂ ਸਮਝਦਾ ਹਾਂ ਕਿ ਸਹੀ ਮਾਇਨੇ ਦੇ ਵਿੱਚ ਯੋਧੇ ਹੈ। ਇੱਕ ਯੁੱਧ ਹੀ ਹੈ, ਸਰਵਾਈਵਲ ਦਾ ਯੁੱਧ, ਤੇ ਫਿਰ ਆਪਦੇ ਟੈਲੈਂਟ ਨੂੰ ਵਿਖਾਉਣ ਦਾ ਯੁੱਧ, ਤੇ ਫਿਰ ਸਮਾਜ ਦੇ ਵਿੱਚ ਜਿੰਨੀਆਂ ਕੁਰੀਤੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਉਗਾੜ ਕੇ ਸਮਾਜ ਦੇ ਸਾਹਮਣੇ ਲਿਆਉਣ ਦਾ ਯੁੱਧ। ਸੋ ਮੇਰੀਆਂ ਸ਼ੁਭ ਕਾਮਨਾਵਾਂ ਹੈ। ਲਾਕਡਾਊਨ ਕਰਕੇ ਆਪਾਂ ਸਾਰੇ ਜਾਣਦੇ ਹਾਂ ਕਿੰਨੀਆਂ ਦਿੱਕਤਾਂ ਆ ਰਹੀਆਂ ਹਰ ਲੈਵਲ ਤੇ, ਸਿਰਫ ਥੀਏਟਰ ਵਾਲਿਆਂ ਵਾਸਤੇ ਨਹੀਂ, ਹਰ ਇਨਸਾਨ ਵਾਸਤੇ ਬਹੁਤ ਵੱਡੀ ਦਿੱਕਤ ਹੈ ਤੇ ਉਹਦਾ ਸਾਹਮਣਾ ਕਰਨ ਦਾ ਯਤਨ ਕਰ ਰਿਹਾ। ਇਹ ਇੱਕ ਨਵਾਂ ਤਰੀਕਾ ਹੈ ਕਿ ਫੇਸਬੁੱਕ ਦੇ ਜ਼ਰੀਏ ਲਾਈਵ ਹੋ ਕੇ ਲੋਕ ਆਪਣਾ ਟੈਲੈਂਟ ਵਿਖਾਉਣ, ਆਪਦੇ ਘਰ ਦੇ ਵਿੱਚ ਜਾਂ ਜਿਨ੍ਹਾਂ ਦੇ ਕੋਲੇ ਜੋ ਸਾਧਨ ਹੈਗੇ ਹੈ ਉਹਦੇ ਜ਼ਰੀਏ ਉਹ ਸਾਰੇ ਕੋਸ਼ਿਸ਼ ਕਰ ਰਹੇ ਹੈ, ਕਿਉਂਕਿ ਇਹਨਾਂ ਨੇ ਇੱਕ ਮੰਚ ਪ੍ਰੋਵਾਈਡ ਕੀਤਾ ਤੇ ਸਾਰੇ ਉਹਦੇ ਨਾਲ ਜੁੜ ਰਹੇ ਹੈ। ਗੁਰਦੀਪ ਸੇਰਾ ਹੋਰੀ ਆਪਣੇ ਵੱਲੋਂ ਕੋਸ਼ਿਸ਼ ਕਰੇ, ਜਿਨ੍ਹਾਂ ਨੇ ਦਿੱਲੀ ਦੇ ਵਿੱਚ ਮੇਰਾ ਖਿਆਲ 1985 ਜਾਂ 1987 ਤੋਂ ਲੈ ਕੇ ਹੁਣ ਤੱਕ ਪੰਜਾਬੀ ਥੀਏਟਰ ਨੂੰ ਜਿਉਂਦਾ ਰੱਖਿਆ। ਇਹ ਜਿਹੜਾ ਵੀ ਆਦਮੀ ਜਿੱਥੇ ਵੀ ਆਪਦੇ ਲੈਵਲ ਤੇ ਕੋਸ਼ਿਸ਼ ਕਰਦਾ ਹੈਗਾ ਉਹ ਵਧਾਈ ਦਾ ਪਾਤਰ ਹੈ, ਕਿਉਂਕਿ ਥੀਏਟਰ ਕਰਨਾ, ਅੱਛਾ ਥੀਏਟਰ ਕਰਨਾ ਤੇ ਫਿਰ ਉਹ ਸਰਵਾਈਵ ਕਰ ਜਾਣਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਮੈਂ ਥੀਏਟਰ ਦੇ ਸਿਰ ਤੇ ਸਰਵਾਈਵ ਕਰਨ ਦੀ ਬੜੀ ਕੋਸ਼ਿਸ਼ ਕੀਤੀ ਚੰਡੀਗੜ੍ਹ ਦੇ ਵਿੱਚ, ਤੇ ਅਕਸਰ ਮੈਂ ਕਹਿੰਦਾ ਕਿ ਲੋਕੀ ਥੀਏਟਰ ਨੂੰ ਇੱਕ ਸਟੈਪਿੰਗ ਸਟੋਨ ਦੇ ਤੌਰ ਤੇ ਇਸਤੇਮਾਲ ਕਰਦੇ ਆ। ਜਿੰਨਾ ਚਿਰ ਫਿਲਮਾਂ ਦੇ ਵਿੱਚ, ਟੈਲੀਵਿਜ਼ਨ ਦੇ ਵਿੱਚ ਕੰਮ ਨਹੀਂ ਮਿਲਦਾ ਉਹਨਾਂ ਚਿਰ ਥੀਏਟਰ ਕਰੀ ਜਾਂਦੇ ਆ, ਜਦੋਂ ਮਿਲ ਜਾਂਦਾ ਉਦੋਂ ਭੱਜ ਖੜੋਂਦੇ ਆ। ਮੈਨੂੰ ਕੰਮ ਮਿਲਿਆ, ਮੈਂ ਬੰਬੇ ਚਲਾ ਗਿਆ ਔਰ ਬੰਬੇ ਜਾ ਕੇ ਫਿਲਮਾਂ ਕੀਤੀਆਂ, ਸੀਰੀਅਲ ਕੀਤੇ। ਪਰ ਇਹ ਜਿਹੜੀ ਕੋਸ਼ਿਸ਼ ਹੈ, ਕਿਉਂਕਿ ਮੈਂ ਇੱਕ ਵਨ ਮੈਨ ਸ਼ੋ ਹੈ ਮੇਰਾ, ਸਾਵਧਾਨ ਥੀਏਟਰ ਵਾਲਾ ਪਾਗਲ ਹੈ, ਉਹ ਵਨ ਮੈਨ ਸ਼ੋ ਸਾਡੇ ਬਾਰੇ ਹੀ ਹੈ, ਸਮਾਜ ਬਾਰੇ ਹੀ ਹੈ, ਸਮਾਜ ਦਾ ਆਇਨਾ ਹੈ। ਇਹ ਅੱਛੀ ਕੋਸ਼ਿਸ਼ ਹੈ, ਪਰ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਕਿ ਜਿਹੜਾ ਡਾਇਰੈਕਟ ਕਨੈਕਸ਼ਨ ਹੁੰਦਾ ਹੈਗਾ ਆਡੀਅנס ਦਾ, ਤੇ ਜਿਹੜੀ ਲਾਈਵ ਪਰਫਾਰਮੈਂਸ ਹੁੰਦੀ ਹੈ ਉੱਥੇ, ਤੇ ਜਿਹੜਾ ਉਹਨੂੰ ਰਿਸਪੌਂਸ ਮਿਲਦਾ ਹੈ, ਉਹ ਪਰਫਾਰਮੈਂਸ ਨੂੰ ਬਣਾਉਂਦਾ ਵੀ ਹੈ ਤੇ ਵਿਗਾੜਦਾ ਵੀ ਹੈ। ਉਹੀ ਤਾਂ ਮੈਜਿਕ ਹੈ। ਸਟੇਜ ਦੇ ਉੱਤੇ ਰੀਟੇਕ ਹੈ ਨਹੀਂ। ਜੇ ਤੁਸੀਂ ਮੈਜਿਕ ਕ੍ਰੀਏਟ ਕਰਨਾ ਹੈ ਤਾਂ ਸਟੇਜ ਤੇ ਹੀ ਹੋ ਸਕਦਾ, ਹੋਰ ਕਿਤੇ ਹੋ ਨਹੀਂ ਸਕਦਾ। ਔਰ ਜਿਹੜਾ ਰਿਸਪੌਂਸ ਹੈ ਆਡੀਅנס ਦਾ, ਉਹ ਪਰਫਾਰਮੈਂਸ ਨੂੰ ਬਣਾਉਂਦਾ ਵੀ ਹੈ ਤੇ ਵਿਗਾੜਦਾ ਵੀ ਹੈ। ਜੇ ਚੰਗਾ ਨਾ ਹੋਵੇ ਤੇ ਐਕਟਰ ਨਿਰਾਸ਼ ਹੁੰਦੇ ਆ, ਕਿਤੇ ਨਾ ਕਿਤੇ ਟੁੱਟਦੇ ਆ, ਜਾਂ ਕਈ ਵਾਰੀ ਐਵੇਂ ਹੁੰਦਾ ਹੈ ਕਿ ਉਹ ਆਡੀਅנס ਨੂੰ ਇੰਪ੍ਰੈਸ ਕਰਨ ਵਾਸਤੇ ਓਵਰ ਐਕਟ ਵੀ ਕਰਨ ਲੱਗ ਪੈਂਦੇ ਆ। ਖੈਰ, ਪਰ ਉਹ ਜਿਹੜਾ ਇਨਸਟੈਂਟ ਰਿਸਪੌਂਸ ਹੈ, that makes lot of difference। ਇੱਥੇ ਜਿਵੇਂ ਇੱਕ ਕਹਾਵਤ ਹੈ ਅੰਗਰੇਜ਼ੀ ਦੀ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸੋ ਜੇ ਥੀਏਟਰ ਨਹੀਂ ਹੋ ਪਾ ਰਿਹਾ ਤੇ ਗੁਰਵਿੰਦਰ ਹੋਰਾਂ ਨੇ ਇਹ ਵੀ ਮੰਚ ਦੇ ਜ਼ਰੀਏ ਜਿਹੜਾ ਪ੍ਰਯਾਸ ਕੀਤਾ ਹੈਗਾ ਕਿ ਸਾਰੀ ਦੁਨੀਆ ਦੇ ਵਿੱਚ ਇਹ ਜਾਣਾ ਹੈ, ਸਾਰੇ ਲੋਕ ਵੇਖ ਰਹੇ ਹੈਗੇ ਹੈ, ਖਾਸ ਕਰਕੇ ਜਿਹੜੇ ਰੰਗਕਰਮੀ ਹੈ, ਜਿਹੜੇ ਥੀਏਟਰ ਨੂੰ ਪਸੰਦ ਕਰਦੇ ਹੈ। ਔਰ ਕਿਉਂਕਿ ਥੀਏਟਰ ਦੇ ਵਿੱਚ ਸਬਜੈਕਟ ਹੀ ਇਹੋ ਜਿਹੇ ਹੁੰਦੇ ਆ ਜਿਹੜੇ ਆਮ ਤੌਰ ਤੇ ਫਿਲਮ ਦੇ ਵਿੱਚ ਟੈਕਲ ਨਹੀਂ ਕੀਤੇ ਜਾਂਦੇ, ਜਾਂ ਟੈਲੀਵਿਜ਼ਨ ਤੇ ਵੀ ਉਹ ਜਿਹੇ ਸਬਜੈਕਟ ਟੈਕਲ ਨਹੀਂ ਹੁੰਦੇ, ਪਰ ਮੰਚ ਤੇ ਅਸੀਂ ਕਰ ਸਕਦੇ ਹੈਗੇ ਆ। ਸੋ ਇਹ ਇੱਕ ਬਹੁਤ ਹੀ ਸੋਹਣਾ ਉਪਰਾਲਾ, ਬੜੀ ਹਿੰਮਤ ਕਰ ਰਹੇ ਹੈ ਤੇ ਮੇਰੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਹੈ। ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਹੋਰ ਬਲ ਬਖਸ਼ੇ, ਯੋਗਤਾ ਬਖਸ਼ੇ, ਹਿੰਮਤ ਬਖਸ਼ੇ, ਜੁਰਤ ਬਖਸ਼ੇ। ਤੇ ਜਿਵੇਂ ਗੁਰਦੀਪ ਸੇਰਾ ਹੋਰਾਂ ਨੇ ਵੀ ਆਪਣੇ ਵੱਲੋਂ ਜਿਵੇਂ ਉਹ ਯਤਨ ਕਰਦੇ ਰਹੇ ਹੈ ਤੇ ਹੁਣ ਇਹਦੇ ਵਿੱਚ ਵੀ ਉਹ ਪਾਰਟਿਸਿਪੇਟ ਕਰ ਰਹੇ ਹੈ। ਅਸੀਂ ਸਾਡੀ ਕਈ ਵਾਰੀ ਮੁਲਾਕਾਤ ਹੋਈ ਕਿਸੇ ਨਾ ਕਿਸੇ ਮੰਚ ਤੇ ਬੜੇ ਟੈਲੈਂਟਡ ਸੱਜਣ ਨੇ, ਐਕਟਰ ਦੇ ਤੌਰ ਤੇ ਵੀ ਤੇ ਡਾਇਰੈਕਸ਼ਨ ਵਿੱਚ ਵੀ। ਔਰ ਖਾਸ ਕਰਕੇ ਮੈਂ ਹਰ ਉਸ ਬੰਦੇ ਨੂੰ ਜਿਹੜਾ ਸਰਵਾਈਵ ਕਰ ਜਾਵੇ, ਇੰਨੇ ਸਾਲਾਂ ਤੱਕ ਸਰਵਾਈਵ ਕਰ ਜਾਵੇ, ਉਹ ਨਿਸ਼ਚਿਤ ਰੂਪ ਨਾਲ ਇੱਕ ਯੋਧਾ ਵੀ ਹੈ ਤੇ ਟੈਲੈਂਟਡ ਵੀ ਹੈ। ਕਿਉਂਕਿ ਜਿਹੜੇ ਦੂਸਰੇ ਲੋਕ ਹੁੰਦੇ ਉਹ ਇੰਨੀ ਦੇਰ ਸਰਵਾਈਵ ਨਹੀਂ ਕਰਦੇ, 2-4 ਪਲੇ ਲੋਕ ਕਰ ਲੈਂਦੇ ਹੈਗੇ ਹੈ ਤੇ ਫਿਰ ਉਹਨਾਂ ਨੂੰ ਕਿਨਾਰਾ ਕਰਨਾ ਪੈਂਦਾ ਹੈ, ਕੋਈ ਨੌਕਰੀ ਕਰਨ ਲੱਗ ਪੈਂਦਾ, ਕੁਝ ਹੋਰ ਕੰਮ ਕਰਨ ਲੱਗ ਪੈਂਦਾ ਹੈਗਾ। ਪਰ ਇਹਨਾਂ ਨੇ ਪੰਜਾਬੀ ਥੀਏਟਰ ਜਾਰੀ ਰੱਖਿਆ ਤੇ ਅੱਜ ਇਹ ਤੁਹਾਡੇ ਰੂਬਰੂ ਹੋਣਗੇ, ਤੁਹਾਡੇ ਸਾਹਮਣੇ ਹੋਣਗੇ, ਤੁਹਾਨੂੰ ਆਪਣੀ ਪੇਸ਼ਕਾਰੀ ਵਿਖਾਉਣਗੇ ਪੇਸ਼ੇ ਨਜ਼ਰ ਦੇ ਵਿੱਚ। ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਉਹਦਾ ਆਨੰਦ ਮਾਣੋਗੇ, ਉਹਨੂੰ ਇੰਜੋਏ ਕਰਨਗੇ। ਔਰ ਸਪੈਸ਼ਲੀ ਜਿਵੇਂ ਇਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਇੰਟਰਨੈਟ ਦੀ ਕਈ ਵਾਰੀ ਪ੍ਰੋਬਲਮ ਹੁੰਦੀ ਹੈ ਤੇ ਉਹਦੇ ਕਰਕੇ ਵਿੱਚ ਕੁਝ ਵਿਵਧਾਨ ਆਉਂਦੇ ਆ, ਰੁਕਾਵਟਾਂ ਆਉਂਦੀਆਂ ਹੈਗੀਆਂ, ਤੇ ਆਪਾਂ ਸਾਰਿਆਂ ਨੂੰ ਕੋਆਪਰੇਟ ਕਰਨਾ ਚਾਹੀਦਾ ਜਿੰਨਾ ਵੀ ਆਪਾਂ ਕਰ ਸਕਦੇ ਹੈਗੇ ਆ। ਘੱਟੋ ਘੱਟ ਇਸ ਮੰਚ ਦੇ ਜ਼ਰੀਏ ਸਾਰੇ ਇਕੱਠੇ ਹੋ ਰਹੇ ਆ, ਜੁੜ ਰਹੇ ਆ, ਇੱਕ ਦੂਜੇ ਨਾਲ ਇੱਕ ਦੂਜੇ ਦਾ ਰਾਬਤਾ ਹੋ ਰਿਹਾ ਹੈ, ਇੱਕ ਦੂਜੇ ਦੀ ਪਰਫਾਰਮੈਂਸ ਵੇਖ ਰਹੇ ਆ। ਹਾਂ, ਦਿਸ ਇਜ਼ ਅੰਡਰਸਟੈਂਡੇਬਲ ਕਿ ਜੋ ਸਟੇਜ ਤੇ ਪਰਫਾਰਮੈਂਸ ਹੁੰਦੀ ਹੈ
ਉਹ ਇੱਥੇ ਤਾਂ ਨਹੀਂ ਹੋ ਸਕਣੀ, ਬਟ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਐਟਲੀਸਟ ਆਪਦੀ ਗੱਲ ਕਹਿਣ ਦਾ ਮੌਕਾ ਮਿਲ ਰਿਹਾ, ਇੱਕ ਪਲੇਟਫਾਰਮ ਮਿਲ ਰਿਹਾ ਹੈ, ਤੇ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ, ਤੇ ਪਰਫਾਰਮੈਂਸ ਵੀ ਸਾਂਝੀ ਹੋ ਰਹੀ ਹੈ। ਹਾਲਾਂਕਿ ਜਦੋਂ ਤੁਸੀਂ ਪਰਫਾਰਮ ਕਰਦੇ ਹੋ, ਥੀਏਟਰ ਤਾਂ ਲੌਂਗ ਸ਼ਾਟ ਦੇ ਵਿੱਚ ਹੀ ਹੁੰਦਾ ਹੈਗਾ, ਤੇ ਇੱਕ ਦੋ ਪਰਫਾਰਮੈਂਸਿਸ ਮੈਂ ਵੇਖੀਆਂ ਤੇ ਉਹਦੇ ਵਿੱਚ ਲੱਗਿਆ ਕਿ ਇਹ ਜਿਹੜਾ ਐਂਗਲ ਹੈ, ਪਰ ਜਦੋਂ ਤੁਸੀਂ ਫੋਨ ਤੇ ਵੇਖਦੇ ਹੋ ਜਾਂ ਤੁਸੀਂ ਆਪਦੇ ਲੈਪਟਾਪ ਤੇ ਵੇਖਦੇ ਹੋ, ਸ਼ਾਇਦ ਉਹ ਇੰਪੈਕਟ ਨਾ ਆਵੇ, ਸਾਊਂਡ ਦਾ ਵੀ ਨਾ ਉਹ ਇੰਪੈਕਟ ਨਾ ਆਵੇ ਜਿਹੜਾ ਆਡੀਟੋਰੀਅਮ ਦੇ ਵਿੱਚ ਆਉਂਦਾ ਹੈ। ਬਟ ਅਗੇਨ ਐਂਡ ਅਗੇਨ ਆਈ ਸ਼ੁੱਡ ਸੇ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਐਟਲੀਸਟ ਸਮ ਪੀਪਲ ਆਰ ਟਰਾਈਂਗ, ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਮੇਰੀਆਂ ਸ਼ੁਭ ਕਾਮਨਾਵਾਂ। ਆਈ ਵਿਸ਼ ਯੂ ਆਲ ਦ ਬੈਸਟ, ਕਿ ਤੁਹਾਨੂੰ ਸਾਰਿਆਂ ਨੂੰ ਕਾਮਯਾਬੀ ਮਿਲੇ, ਤੇ ਇਹ ਜਿਹੜਾ ਸਿਲਸਿਲਾ ਜਿਹਦੀ ਸ਼ੁਰੂਆਤ ਹੋਈ ਹੈ, ਇਹ ਅੱਗੇ ਚੱਲ ਕੇ ਇੱਕ ਮੂਵਮੈਂਟ ਬਣ ਜਾਵੇ। ਜਿਹੜੇ ਲੋਕ ਆਪਦੇ ਟੈਲੈਂਟ ਨੂੰ ਸਾਰੀ ਦੁਨੀਆ 'ਚ ਨਹੀਂ ਪਹੁੰਚਾ ਸਕਦੇ, ਹੋ ਸਕਦਾ ਹੈ ਕਿ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਜਿਹੜੀਆਂ ਸਟੇਜ ਪਰਫਾਰਮੈਂਸਿਸ ਹੈ ਉਹਨਾਂ ਨੂੰ ਲੋਕ ਰਿਕਾਰਡ ਕਰਕੇ ਇਸ ਪਲੇਟਫਾਰਮ ਦੇ ਜ਼ਰੀਏ ਜਾਂ ਇਸੇ ਵਰਗਾ ਕੁਝ ਹੋਰ ਉਦਮ ਕਰਕੇ ਉਹ ਸਾਰੇ ਸੰਸਾਰ ਦੇ ਵਿੱਚ ਪਹੁੰਚਾਉਣ ਵਿੱਚ ਕਾਮਯਾਬ ਹੋ ਜਾਣ। ਮੈਂ ਸਾਡੇ ਸਾਰੇ ਰੰਗਕਰਮੀ ਭਰਾਵਾਂ ਨੂੰ ਤੇ ਗੁਰਵਿੰਦਰ ਹੋਰਾਂ ਨੂੰ, ਵੀ ਮੰਚ ਨੂੰ ਆਪਦੀਆਂ ਸ਼ੁਭ ਕਾਮਨਾਵਾਂ ਦਿੰਦਾ। ਆਈ ਵਿਸ਼ ਯੂ ਆਲ ਦ ਬੈਸਟ। May God bless you all. ਜੀ, ਇਹ ਸਨ ਮੰਗਲ ਢਿੱਲੋਂ ਸਾਹਿਬ। ਬਹੁਤ ਸੋਹਣੀ ਗੱਲ ਆਖੀ ਆ ਕਿ ਇੰਨਾ ਲੰਬਾ ਸਮਾਂ ਕੋਈ ਵੀ ਬੰਦਾ ਜਦੋਂ ਥੀਏਟਰ ਕਰਦਾ ਔਰ ਸਰਵਾਈਵ ਕਰਦਾ, ਉਹ ਕੁਦਰਤੀ ਰੂਪ ਦੇ ਵਿੱਚ ਉਹ ਸ਼ੂਰਵੀਰ ਹੈ, ਯੋਧਾ ਹੈ, ਔਰ ਉਹਦੇ ਵਿੱਚ ਹੁਨਰ ਵੀ ਹੁੰਦਾ, ਹੁਨਰਮੰਦ ਵੀ ਨੇ। ਔਰ ਨਾਲ ਦੀ ਨਾਲ ਇਹ ਹੁੰਦਾ ਹੈ ਕਿ ਜਿਹੜੀ ਉਹਨਾਂ ਨੇ ਇੱਕ ਨਿੱਕੀਆਂ ਨਿੱਕੀਆਂ ਹੋਰ ਖੂਬਸੂਰਤ ਗੱਲਾਂ ਆਖੀਆਂ ਕਿ ਅਜਿਹੇ ਸਮੇਂ ਜਦੋਂ ਅਸੀਂ ਲੋਕਡਾਊਨ, ਤਾਲਾਬੰਦੀ ਔਰ ਇਹ ਸਾਰੀਆਂ ਮਹਾਂਮਾਰੀਆਂ ਨਾਲ ਉਲਝੇ ਹੋਏ ਹਾਂ, ਉਸ ਵੇਲੇ ਦੇ ਵਿੱਚ ਜਿਹੜੀਆਂ ਜ਼ਰੂਰਤਾਂ ਨੇ ਥੀਏਟਰ ਨੂੰ ਸਰਵਾਈਵ ਕਰਵਾਉਣ ਦੀਆਂ ਤੇ ਸਰਵਾਈਵ ਕਰਨ ਦੀਆਂ, ਇਸੇ ਜ਼ਰੂਰਤ ਦੇ ਵਿੱਚੋਂ ਇਹ ਵੀ ਮੰਚ, ਬੋਹੇਮੀਆ ਮੰਚ ਵੱਲੋਂ ਇੱਕ ਸੋਹਣੀ ਕੋਸ਼ਿਸ਼ ਕੀਤੀ ਗਈ ਹੈ। ਔਰ ਇਹਨਾਂ ਸੋਹਣੀਆਂ ਕੋਸ਼ਿਸ਼ਾਂ ਦੇ ਵਿੱਚ ਸਾਨੂੰ ਬਹੁਤ ਸੋਹਣੀਆਂ ਸੋਹਣੀਆਂ ਹਸਤੀਆਂ, ਅਲੱਗ-ਅਲੱਗ ਸ਼ਖਸੀਅਤਾਂ ਨਾਲ ਜੁੜਨ ਦਾ ਮੌਕਾ ਮਿਲਦਾ, ਗੱਲ ਕਰਨ ਦਾ ਮੌਕਾ ਮਿਲਦਾ, ਗੱਲ ਚੋਂ ਗੱਲ ਨਿਕਲਦੀ ਹੈ, ਔਰ ਉਸ ਨਿਕਲੀ ਹੋਈ ਗੱਲ ਦੇ ਵਿੱਚੋਂ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਅਰਥ, ਬਹੁਤ ਸਾਰੀਆਂ ਜਿਹੜੇ ਰਾਹਾਂ ਨੇ, ਬਹੁਤ ਸਾਰੀਆਂ ਪਗਡੰਡੀਆਂ ਨੇ, ਸਾਨੂੰ ਉਹ ਨਜ਼ਰ ਆਉਂਦੀਆਂ ਨੇ। ਔਰ ਕਈ ਵਾਰੀ ਜ਼ਿੰਦਗੀ ਦੀ ਨਿਰਾਸ਼ਾ ਦੇ ਵਿੱਚ ਇੱਕ ਛੋਟੀ ਜਿਹੀ ਜਿਹੜੀ ਰੌਸ਼ਨੀ ਹੈ, ਜਿਹੜਾ ਇੱਕ ਨੂਰ ਦੀ ਕਿਰਨ ਹੈ, ਉਹ ਸਾਨੂੰ ਬਹੁਤ ਉਂਗਲ ਫੜ ਕੇ ਦੂਰ ਤੱਕ ਲੈ ਜਾਂਦੀ ਹੈ। ਇਹ ਮੈਂ ਸਾਰੀ ਭੂਮਿਕਾ ਇਸ ਲਈ ਬੰਨੀ ਹੈ ਕਿ ਜਿਸ ਅਦਾਕਾਰ ਨੂੰ ਮੈਂ ਰੂਬਰੂ ਦੇ ਵਿੱਚ ਤੁਹਾਡੇ ਰੂਬਰੂ ਕਰਵਾਉਣ ਜਾ ਰਿਹਾ, ਉਹਨਾਂ ਨੇ ਪੰਜਾਬੀ ਰੰਗਮੰਚ ਨੂੰ, ਖਾਸ ਤੌਰ ਤੇ ਦਿੱਲੀ ਦੇ ਪੰਜਾਬੀ ਰੰਗਮੰਚ ਨੂੰ ਲੰਬਾ ਸਮਾਂ ਜਿਉਂਦਾ ਰੱਖਿਆ। ਔਰ ਸਿਰਫ ਜਿਉਂਦਾ ਨਹੀਂ ਰੱਖਿਆ, ਬਹੁਤ ਸੋਹਣੀਆਂ, ਬਹੁਤ ਹੁਨਰਮੰਦ ਪੇਸ਼ਕਾਰੀਆਂ ਵੀ ਉਹਨਾਂ ਨੇ ਕੀਤੀਆਂ ਨੇ। ਔਰ ਉਹ ਖੁਦ ਟੀਵੀ ਦੇ ਨਾਲ ਜੁੜੇ ਰਹੇ ਨੇ ਔਰ ਫਿਲਮਾਂ ਦੇ ਨਾਲ ਜੁੜੇ ਰਹੇ ਨੇ। ਔਰ ਮਾਸ਼ਾ ਅੱਲਾ ਜਿਹੜਾ ਥੀਏਟਰ ਹੈ ਉਹ ਉਹਨਾਂ ਦੀ ਜਿੰਦ ਜਾਨ ਹੈ। ਜੀ ਹਾਂ, ਦਿੱਲੀ ਦੇ ਹੀ ਰੰਗਕਰਮੀ ਜਿਨ੍ਹਾਂ ਦਾ ਨਾਮ ਹੈ ਗੁਰਦੀਪ ਸੇਹਰਾ ਸਾਹਿਬ। ਸਰ ਵੈਲਕਮ ਹੈ ਜੀ ਆਇਆਂ ਨੂੰ ਤੁਹਾਡਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਵੀ ਮੰਚ ਦੇ ਜਿਹੜੇ ਸਰੋਤੇ ਨੇ, ਬਹੁਤ ਬਹੁਤ ਉਹਨਾਂ ਦਾ ਮੈਂ ਸਵਾਗਤ ਕਰਦਾ। ਗੁਰਦੀਪ ਜੀ, ਮੈਂ ਬਾਰ-ਬਾਰ ਦੱਸਦਾ ਜਾਊਂਗਾ ਕਿ ਇਹ ਆਨਲਾਈਨ ਜਾ ਰਿਹਾ। ਅੱਜ 15ਵਾਂ ਦਿਨ ਹੈ ਇਸ ਲੜੀ ਦੀ, ਇਸ ਕੜੀ ਦਾ। ਔਰ ਇਹ ਆਨਲਾਈਨ ਦੇ ਵਿੱਚ ਮੈਂ ਤੁਹਾਡੇ ਨਾਲ ਕੁਝ ਰੰਗਮੰਚ ਦੇ ਹਵਾਲੇ ਨਾਲ ਜਾਂ ਜ਼ਿੰਦਗੀ ਦੀਆਂ ਗੱਲਾਂ ਕਰੂੰਗਾ, ਜਾਂ ਜ਼ਿੰਦਗੀ ਦੇ ਹਵਾਲੇ ਨਾਲ ਰੰਗਮੰਚ ਦੀਆਂ ਗੱਲਾਂ ਕਰੂੰਗਾ। ਔਰ ਉਹਦੇ ਨਾਲ ਸਾਡੇ ਦਰਸ਼ਕ ਫੇਸਬੁੱਕ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਨਾਲ ਜੁੜੇ ਰਹਿਣਗੇ। ਉਹਨਾਂ ਦੇ ਸਵਾਲ ਮੈਂ ਵਿੱਚੋਂ ਤੁਹਾਨੂੰ ਕਰਾਂਗਾ, ਇਸ ਲਈ ਤਿਆਰ ਰਹੋ। ਕਈ ਵਾਰੀ ਸਵਾਲ ਮਿੱਠੇ ਵੀ ਹੁੰਦੇ ਨੇ ਤੇ ਕਈ ਵਾਰੀ ਤਿੱਖੇ ਵੀ ਹੁੰਦੇ ਨੇ, ਇਸ ਲਈ ਆਪਾਂ ਰਲ ਮਿਲ ਕੇ ਇਹ ਸਾਰਿਆਂ ਨੂੰ ਮਤਲਬ ਆਪਾਂ ਆਪਦੀ ਝੋਲੀ ਚ ਪਾ ਲਵਾਂਗੇ। ਡਾਕਟਰ ਸਾਹਿਬ, ਤੁਸੀਂ ਠੀਕ ਕਿਹਾ ਕਿ ਰੰਗਮੰਚ ਔਰ ਜ਼ਿੰਦਗੀ ਇੱਕ ਸਿੱਕੇ ਦੇ ਦੋਨੋਂ ਪਹਿਲੂ। ਬਿਲਕੁਲ ਬਿਲਕੁਲ। ਗੁਰਦੀਪ ਜੀ, ਮੈਂ ਰੰਗਮੰਚ ਤੇ ਜ਼ਿੰਦਗੀ ਦੇ ਹਵਾਲੇ ਨਾਲ ਹੀ ਤੁਹਾਡੇ ਤੋਂ ਪੁੱਛਣਾ ਚਾਹਨਾ ਕਿ ਤੁਸੀਂ, ਮੈਨੂੰ ਪਤਾ ਲੱਗਿਆ ਕਿ 83-84 ਦੇ ਆਸ-ਪਾਸ ਤੁਸੀਂ ਇੱਕ ਸ਼ੌਕ ਜਿਹੜਾ ਰੰਗਮੰਚ ਦਾ ਤੁਸੀਂ ਪਾਲਿਆ, ਔਰ ਹੁਣ ਤੱਕ 2020 ਆ ਗਿਆ, ਔਰ ਇੰਨੇ ਸਾਲਾਂ ਦੇ ਵਿੱਚ ਤੁਸੀਂ ਇਕੱਲੇ ਹੀ ਲੱਗੇ ਰਹੇ ਹੋ ਰੰਗਮੰਚ ਨੂੰ, ਅਦਾਕਾਰੀ ਨੂੰ, ਔਰ ਇਸ ਸਿਨਫ, ਇਸ ਹੁਨਰ ਦੇ ਨਾਲ। ਥੋੜੀ ਜਿਹੀ ਆਪਦੀ ਜਰਨੀ ਬਾਰੇ, ਆਪਣੀ ਥੋੜੇ ਜਿਹੇ ਸਫ਼ਰ ਬਾਰੇ ਸਾਨੂੰ ਬੇਸਿਕ ਜਿਹਾ, ਜਿਹੜਾ ਇੱਕ ਬੁਨਿਆਦੀ ਜਿਹਾ, ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਪਲੀਜ਼। ਡਾਕਟਰ ਸਾਹਿਬ, ਡਾਕਟਰ ਬਲਵਿੰਦਰ ਸਿੰਘ ਜੀ, ਮੈਂ ਬਿਲਕੁਲ
ਆਪਣੀ ਜਰਨੀ ਬਾਰੇ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਸਨ 1985 ਦੇ ਵਿੱਚ ਮੈਂ ਦਿੱਲੀ ਰੰਗਮੰਚ ਵਿੱਚ ਐਕਟਿਵ ਹੋਇਆ ਔਰ ਬਤੌਰ ਅਸਿਸਟੈਂਟ ਜਾਂ ਬਤੌਰ ਆਬਜ਼ਰਵਰ ਮੈਂ ਕਈ ਡਾਇਰੈਕਟਰਸ ਦੇ ਸੈੱਟ ਤੇ ਜਾਂਦਾ ਰਿਹਾ, ਉਹਨਾਂ ਦੀ ਰਿਹਰਸਲਸ ਤੇ ਜਾਂਦਾ ਰਿਹਾ ਔਰ ਉਹਨਾਂ ਨੂੰ ਮਤਲਬ ਵਾਚ ਕਰਦਾ ਰਿਹਾ। ਸ਼ਾਇਦ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਇਕਲਵਯ ਹੈਗਾ। ਆਮ ਸੌਰੀ ਮੈਂ ਇਕਲਵਯ ਕਹਿਤਾ, ਮੇਰਾ ਮਤਲਬ ਸਮਝ ਗਿਆ। ਹਾਂ, ਇਕਲਵਯ ਦੀ ਕਹਾਣੀ ਅਸੀਂ ਸਮਝ ਗਏ, ਵਿਚਲੀ ਗੱਲ ਹੋਰ ਆ, ਸਮਝ ਗਏ। ਹਾਂ, ਉਹ ਬਾਅਦ ਚ ਕਰਦੇ ਆ ਪਾਉ ਵੀ ਜੀ। ਤਾਂ 1986 ਵਿੱਚ ਮੈਂ ਪਹਿਲਾ ਪਲੇ ਨਿਰਦੇਸ਼ਿਤ ਕੀਤਾ। ਹਾਲਾਂਕਿ 1986 ਦੇ ਸ਼ੁਰੂਆਤ ਵਿੱਚ ਹੀ ਪੰਜਾਬੀ ਅਕਾਦਮੀ ਵੱਲੋਂ, ਕਿਉਂਕਿ ਮੈਂ ਆਪਣਾ ਪੰਜਾਬੀ ਅਕਾਦਮੀ ਵਿੱਚ ਇੱਕ ਸਿੰਗਰ ਦੇ ਤੌਰ ਤੇ ਉੱਥੇ ਉਹਨਾਂ ਕੋਲ ਗਿਆ ਸੀ ਔਰ ਸਿੰਗਰ ਦੇ ਤੌਰ ਤੇ ਮੈਨੂੰ ਪ੍ਰੋਗਰਾਮ ਮਿਲਣੇ ਸ਼ੁਰੂ ਹੋਏ। ਅੱਛਾ, ਐਜ਼ ਅ ਸਿੰਗਰ ਤੁਸੀਂ ਪਹਿਲਾਂ ਗਏ? ਤੁਹਾਨੂੰ ਸੁਣ ਕੇ ਮੈਂ ਬੜਾ ਹੈਰਾਨ ਹੋ ਰਿਹਾ। ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਉਸ ਵਕਤ ਉਹਨਾਂ ਦਿਨਾਂ ਵਿੱਚ ਹੰਸਰਾਜ ਹੰਸ ਜੀ, ਅਸ਼ੋਕ ਮਸਤੀ, ਜਸਬੀਰ ਜੱਸੀ ਜੀ, ਭੁਪਿੰਦਰ ਚਾਵਲਾ, ਇਹ ਲੋਕ ਮਤਲਬ ਪੰਜਾਬੀ ਅਕਾਦਮੀ ਵਾਸਤੇ ਪ੍ਰੋਗਰਾਮ ਕਰਦੇ ਹੁੰਦੇ ਸਨ ਤੇ ਮੈਂ ਇਹਨਾਂ ਦੇ ਨਾਲ ਕਈ ਵਾਰੀ ਸਟੇਜ ਸ਼ੇਅਰ ਕਰ ਚੁੱਕਾ ਹਾਂ ਐਜ਼ ਅ ਸਿੰਗਰ। ਵਾਹ। ਲੇਕਿਨ ਹੁਣੀ ਨੂੰ ਕਹਿੰਦੇ ਨੇ ਕਿ ਕੁਝ ਹੋਰ ਹੀ ਸੀਗਾ। 1986 ਵਿੱਚ ਹੀ ਪੰਜਾਬੀ ਅਕਾਦਮੀ ਨੇ ਇੱਕ ਯੂਥ ਲੀਗ ਬਣਾਇਆ ਹੋਇਆ ਸੀ ਤੇ ਉਸ ਦੇ ਦਰਮਿਆਨ ਉਹਨਾਂ ਨੇ ਪਹਿਲਾ ਨਾਟਕ ਸ਼੍ਰੀ ਦਲਜੀਤ ਸਚਦੇਵਾ ਜੀ ਹੈਗੇ ਆ ਦਿੱਲੀ ਵਿੱਚ, ਉਹਨਾਂ ਦੀ ਡਾਇਰੈਕਸ਼ਨ ਸ਼ੁਰੂ ਕੀਤਾ ਤੇ ਮੈਂ ਉਹਨਾਂ ਨੂੰ ਜਾ ਕੇ ਰਿਕੁਐਸਟ ਕੀਤੀ ਕਿ ਮੈਂ ਤੁਹਾਡੇ ਨਾਲ ਨਾਟਕ ਕਰਨਾ ਚਾਹੁੰਦਾ ਹਾਂ ਔਰ ਇੱਕ ਅਸਿਸਟੈਂਟ ਦੇ ਤੌਰ ਤੇ ਮੈਂ ਉਹਨਾਂ ਦਾ ਅਸਿਸਟੈਂਟ ਬਣਿਆ। ਸੋ ਮੇਰਾ ਬਾਕਾਇਦਾ ਮਤਲਬ ਇੱਕ ਅਸਿਸਟੈਂਟ ਬਣ ਕੇ ਉਹ ਮੇਰਾ ਪਹਿਲਾ ਸਫ਼ਰ ਸੀਗਾ। ਮੈਂ ਸਫ਼ਰ ਸ਼ੁਰੂ ਕੀਤਾ। ਫਿਰ 1986 ਦੇ ਅਖੀਰ ਆਉਂਦੇ ਤੱਕ ਮੈਂ ਆਪਣੇ ਗਰੁੱਪ ਵਾਸਤੇ ਇੱਕ ਨਾਟਕ ਸ਼ੁਰੂ ਕੀਤਾ। ਉਸ ਨਾਟਕ ਦੀ ਰਿਹਰਸਲ ਪੰਜਾਬੀ ਅਕਾਦਮੀ ਦੇ ਹੀ ਡਾਕਟਰ ਐਚ ਬੀ ਸਿੰਘ ਜੀ ਔਰ ਹਰਜੀਤ ਕੌਰ ਜੀ, ਇਹ ਲੋਕ ਆਏ। ਉਹਨਾਂ ਨੇ ਮੇਰਾ ਨਾਟਕ ਦੀ ਰਿਹਰਸਲ ਦੇਖੀ ਤੇ ਉਹ ਰਿਹਰਸਲ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਕਿਹਾ ਕਿ ਇਹ ਨਾਟਕ ਤੁਸੀਂ ਪੰਜਾਬੀ ਅਕਾਦਮੀ ਵਾਸਤੇ ਕਰਦੇ ਹੋ। ਇਹਦੇ ਵਾਸਤੇ ਤੇ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ ਸੀ। ਮੈਂ ਉਹ ਨਾਟਕ ਫਿਰ ਪੰਜਾਬੀ ਅਕਾਦਮੀ ਵਾਸਤੇ ਕੀਤਾ ਤੇ ਉੱਥੋਂ ਮੇਰਾ ਪੰਜਾਬੀ ਨਾਟਕਾਂ ਦਾ ਸਫ਼ਰ ਸ਼ੁਰੂ ਹੋਇਆ। ਤੁਸੀਂ ਚਰਨਦਾਸ ਸਿੱਧੂ ਹੋਰਾਂ ਦੇ ਗਰੁੱਪ ਨਾਲ ਵੀ ਜੁੜੇ ਰਹੇ ਹੋ, ਬਾਬਾ ਬੋੜ ਰਹੇ ਹੋ ਵੀ ਇੰਨਾ ਚਿਰ, ਕਾਫੀ ਸਾਰੀਆਂ ਪ੍ਰੋਡਕਸ਼ਨਾਂ ਉਹਨਾਂ ਨਾਲ ਵੀ ਤੁਸੀਂ ਕੀਤੀਆਂ, ਮੈਨੂੰ ਜਿੰਨਾ ਕਿ ਮੇਰੀ ਜਾਣਕਾਰੀ ਹੈ। ਜੀ ਬਿਲਕੁਲ ਬਿਲਕੁਲ। ਮੈਂ 88 ਦੇ ਅਖੀਰ ਤੇ ਜਾਂ 89, ਮੈਨੂੰ ਚੰਗੀ ਤਰੀਕ ਯਾਦ ਨਹੀਂ, ਮੇਰੇ ਵਾਸਤੇ ਬੜੀ ਖੁਸ਼ਕਿਸਮਤੀ ਸੀ ਮੇਰਾ ਬੜਾ ਬਹੁਤ ਵਧੀਆ ਦਿਨ ਸੀ ਜਦੋਂ ਇੱਕ ਦਿਨ, ਕਿਉਂਕਿ ਮੈਂ ਉਸ ਤੋਂ ਪਹਿਲੇ ਸਿੱਧੂ ਸਾਹਿਬ ਨੂੰ ਮੈਂ ਉਹਨਾਂ ਦੇ ਕਈ ਨਾਟਕ ਦੇਖ ਚੁੱਕਾ ਸੀ, ਮੈਂ ਪ੍ਰਭਾਵਿਤ ਸੀ, ਭਾਵੇਂ ਨਾਟਕਾਂ ਤੋਂ ਪ੍ਰਭਾਵਿਤ ਸੀ ਜਾਂ ਨਹੀਂ, ਲੇਕਿਨ ਸਿੱਧੂ ਸਾਹਿਬ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਸੀ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ। ਤੇ ਮੈਂ ਉਹਨਾਂ ਨੂੰ ਇਲਤਜਾ ਕਰਦਾ ਹੁੰਦਾ ਸੀ ਕਿ ਸਰ ਮੈਂ ਤੁਹਾਡੇ ਨਾਲ ਕੰਮ ਕਰਨਾ। ਤੇ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇੱਕ ਦਿਨ ਰਾਤ ਨੂੰ 9 ਵਜੇ ਮੇਰਾ ਦਰਵਾਜ਼ਾ ਖੜਕਿਆ ਤੇ ਮੈਂ ਦਰਵਾਜ਼ਾ ਖੋਲਿਆ ਤੇ ਸਾਹਮਣੇ ਸਿੱਧੂ ਸਾਹਿਬ, ਮੇਰੇ ਵਾਸਤੇ ਤੇ ਜਿਵੇਂ ਰੱਬ ਆ ਗਿਆ, ਕਿਉਂਕਿ ਮੈਂ ਉਹਨਾਂ ਨੂੰ ਬਹੁਤ ਮੰਨਦਾ ਸੀ। ਤੇ ਉਹਨਾਂ ਨੇ ਆ ਕੇ ਨਾਟਕ ਦਿੱਤਾ, ਓਏ ਸਿਰਾ ਨਾਟਕ ਕਰੇਗਾ? ਮੈਂ ਕਿਹਾ ਹਾਂਜੀ, ਇਹ ਲੈ ਇਹ ਸਕ੍ਰਿਪਟ। ਫਿਰ ਚਲੋ ਖੈਰ ਉੱਥੋਂ ਉਹਨਾਂ ਦੇ ਨਾਲ ਸਫ਼ਰ ਸ਼ੁਰੂ ਹੋ ਗਿਆ ਕਾਲਜ ਡਰਾਮਾ ਸੁਸਾਇਟੀ ਵਿੱਚ। ਤੇ ਮੈਂ ਇਹ ਹੁਣ ਪਿੱਛੇ ਤੱਕ ਉਹਨਾਂ ਦੇ ਨਾਲ ਮਤਲਬ ਕਾਲਜ ਡਰਾਮਾ ਸੁਸਾਇਟੀ ਨਾਲ ਜੁੜਿਆ ਰਿਹਾ ਵਾਂ, ਬੜੇ ਨਾਟਕ ਕੀਤੇ ਉਹਨਾਂ ਨਾਲ। ਔਰ ਲੇਕਿਨ ਨਾਲ ਦੇ ਨਾਲ ਮੇਰਾ ਆਪਣਾ ਗਰੁੱਪ, ਉਹ ਪੈਰਲਲ ਅਸੀਂ ਜਿਹੜਾ ਮੈਂ ਨਾਟਕ ਕਰਦਾ ਰਿਹਾ, ਮੇਰਾ ਆਪਣਾ ਗਰੁੱਪ ਨਾਟਕ ਕਰਦਾ ਰਿਹਾ। ਗਰੁੱਪ ਦਾ ਕੀ ਨਾਮ ਸੀ? ਗਰੁੱਪ ਦਾ ਕੀ ਨਾਮ ਰੱਖਿਆ ਜੀ? ਮੇਰੇ ਪਰਸਨਲੀ ਕੋਈ ਗਰੁੱਪ ਮੈਂ ਰਜਿਸਟਰਡ ਨਹੀਂ ਕਰਵਾਇਆ ਸੀਗਾ। ਅੱਛਾ। ਮੈਂ ਦੂਸਰਿਆਂ ਦੇ ਦੋਸਤਾਂ ਦੇ ਮਤਲਬ ਗਰੁੱਪਸ ਲੈ ਕੇ, ਨਾਮ ਲੈ ਕੇ, ਉਹਨਾਂ ਦੇ ਬੈਨਰ ਲੈ ਕੇ, ਕਦੇ ਨਵਸ਼ਿਲਪਾ ਕਲਾ ਮੰਚ ਸੀ, ਕਦੇ ਸਤੁਤੀ ਕਲਾ ਚੱਕਰ ਸੀ, ਕਦੇ ਪਰਿਧੀ ਆਰਟ ਗਰੁੱਪ ਸੀ, ਮਤਲਬ ਇਹਨਾਂ ਦੇ ਗਰੁੱਪ ਦੇ ਬੈਨਰ ਲੈ ਕੇ ਮੈਂ ਕੰਮ ਕਰਦਾ ਰਿਹਾ। ਤੁਹਾਨੂੰ ਯਾਦ ਹੈ ਤੁਸੀਂ ਪਹਿਲਾ ਪਲੇ ਕਿਹੜਾ ਖੇਡਿਆ? ਤੁਹਾਡੇ ਕਿਤੇ ਯਾਦ ਹੈ ਵੀ ਮੈਂ ਇਹ ਨਾਟਕ ਪਹਿਲਾਂ ਕੀਤਾ ਸਭ ਤੋਂ? ਹਾਂ ਬਿਲਕੁਲ, ਮੈਂ ਤੁਹਾਨੂੰ ਦੱਸਿਆ ਕੰਧਾਂ ਰੇਤ ਦੀਆਂ, ਗੁਰਚਰਨ ਸਿੰਘ ਜਸੂਜਾ ਦਾ ਨਾਟਕ ਸੀ ਕੰਧਾਂ ਰੇਤ ਦੀਆਂ, ਜਿਹੜਾ 1986 ਦੇ ਵਿੱਚ ਮੈਂ ਕੀਤਾ ਸੀ। ਔਰ 1987 ਵਿੱਚ ਮੈਂ ਦੁਨੀਆ ਦੇ ਮਸ਼ਹੂਰ ਜਿਹੜੇ ਸਾਹਿਤਕਾਰ ਉਸ ਟਾਈਮ ਬੜੇ ਛਾਏ ਹੋਏ ਸਨ ਪੂਰੇ ਵਰਲਡ ਤੇ, ਭੀਸ਼ਮ ਸਾਨੀ ਜੀ, ਉਹਨਾਂ ਦਾ ਹਿੰਦੀ ਨਾਟਕ ਮਾਧਵੀ ਕੀਤਾ ਸੀ। ਬੜੀ ਵੱਡੀ ਪ੍ਰੋਡਕਸ਼ਨ ਸੀ ਔਰ ਉਹ 3 ਦਿਨ ਲਗਾਤਾਰ, ਯਾਨੀ 4 ਦਿਨ ਹਾਲ ਬੁੱਕ
बुक करके 3 दिन लगातार मैं वो नाटक किया और उस नाटक ਨੂੰ ਦੇਖਣ ਵਾਸਤੇ ਇੰਨੀਆਂ ਹਸਤੀਆਂ ਆਈਆਂ ਸਨ ਕਿ ਮੈਨੂੰ ਬਹੁਤ ਖੁਸ਼ੀ ਸੀ ਐਨਐਸਡੀ ਦੇ ਡਾਇਰੈਕਟਰਸ ਔਰ ਗੁਰਸ਼ਰਨ ਭਾਜੀ ਔਰ ਹੋਰ ਥੀਏਟਰ ਦੀਆਂ ਵੱਡੀਆਂ ਹਸਤੀਆਂ ਤੇ ਇਹ ਮਤਲਬ ਉਸ ਦੌਰਾਨ ਜੇਐਨ ਕੌਸ਼ਲ ਜੀ ਜਿਹੜੇ ਐਨਐਸਡੀ ਦੇ ਉਸ ਟਾਈਮ ਪ੍ਰੋਫੈਸਰ ਸਨ ਬਾਅਦ ਹੀ ਡਾਇਰੈਕਟਰ ਵੀ ਬਣੇ ਤੇ ਮੇਰੀ ਉਹਨਾਂ ਨਾਲ ਇੰਨੀ ਮਿੱਤਰਤਾ ਹੋ ਗਈ ਕਿ ਅਸੀਂ ਦੋਨੋਂ ਮਿਲ ਕੇ ਕੰਮ ਕਰਨ ਲੱਗ ਪਏ ਯਾਨੀ ਕਿ ਉਹ ਇੱਕ ਨਵੇਂ ਮੁੰਡੇ ਨਾਲ ਵੀ ਉਹਨਾਂ ਨੇ ਆਪਣੇ ਆਪ ਆਪਣੇ ਨਾਲ ਰਲਾਇਆ ਮੈਨੂੰ ਤੇ ਕੰਮ ਕਰਨੇ ਦੀ ਇੱਛਾ ਜ਼ਾਹਿਰ ਕੀਤੀ ਯਾਨੀ ਕਿ ਉਹਨਾਂ ਨੂੰ ਲੱਗਿਆ ਮੈਨੂੰ ਬੜਾ ਮਾਣ ਹਾਸਲ ਗੁਰਦੀਪ ਜੀ ਸਵਾਲ ਮੈਂ ਬਾਅਦ ਚ ਕਰਨੇ ਆ ਪਰ ਵਿੱਚੋਂ ਤੁਹਾਡੀ ਇਸੇ ਭੂਮਿਕਾ ਦੇ ਨਾਲ ਹੀ ਸਵਾਲ ਨੇ ਕਿ ਤੁਸੀਂ ਜੰਮਪਲ ਦਿੱਲੀ ਦੇ ਹੀ ਹੋ ਤੁਹਾਡੀ ਜਨਮ ਭੂਮੀ ਕਿੱਥੋਂ ਦੀ ਆ ਪੰਜਾਬ ਕਿੱਥੋਂ ਦੇ ਅੰਬਾਲਾ ਪੰਜਾਬ ਠੀਕ ਹੈ ਬਿਲਕੁਲ ਸਹੀ ਹੈ 1961 ਦੇ ਵਿੱਚ ਉਹ ਵੱਡੇ ਪੰਜਾਬ ਦੇ ਜਮੇ ਬਿਲਕੁਲ ਪੰਜਾਬ ਦੇ ਚਲੋ ਆਪਾਂ ਗੁਰਦੀਪ ਜੀ ਕਿਉਂਕਿ ਆਪਣੇ ਕੋਲੇ ਕੰਮ ਜ਼ਿਆਦੇ ਨੇ ਉਹਦੇ ਹਿਸਾਬ ਨਾਲ ਮੈਂ ਥੋੜਾ ਜਿਹਾ ਫਾਰਮੈਟ ਵੱਢਦਾ ਜਾਊਂਗਾ ਕਿਉਂਕਿ ਰੂਬਰੂ ਦੇ ਨਾਲ ਅਸੀਂ ਤੁਹਾਡੀ ਜਿਹੜੀ ਅੱਜ ਪੇਸ਼ਕਾਰੀ ਤੁਸੀਂ ਸਾਡੇ ਲਈ ਲੈ ਕੇ ਆਏ ਹੋ ਮੈਂ ਚਾਹੁੰਦਾ ਕਿ ਤੁਸੀਂ ਉਹ ਉਸ ਪੇਸ਼ਕਾਰੀ ਬਾਰੇ ਦੱਸੋ ਔਰ ਉਸ ਤੋਂ ਬਾਅਦ ਅਸੀਂ ਪੇਸ਼ੇ ਨਜ਼ਰ ਦੇਖਦੇ ਹਾਂ ਬਿਲਕੁਲ ਮੈਂ ਪੇਸ਼ਕਾਰੀ ਬਾਰੇ ਇੰਨੀ ਗੱਲ ਕਹਾਂਗਾ ਕਿ ਜਦੋਂ ਮੈਂ ਤੀਸਰਾ ਨਾਟਕ ਆਪਣਾ ਖੇਡਿਆ ਸੀ ਉਹ ਛਲੇਡਾ ਸੀਗਾ ਛਲੇਡਾ ਦੇ ਜਿਹੜੇ ਪਲੇ ਰਾਈਟ ਸਨ ਉਹ ਸਨ ਜੀ परितोष गार्गी ਸਾਹਿਬ परितोष गार्गी ਇੱਕ ਵੱਡਾ ਨਾਮ ਹੈ ਬਹੁਤ ਅੱਛੇ ਬਹੁਤ ਵੱਡਾ ਨਾਮ ਹੈਗਾ ਬਹੁਤ ਅੱਛੇ ਨਾਟਕਕਾਰਾਂ ਵਿੱਚੋਂ ਹੋਏ ਨੇ ਜਿਨ੍ਹਾਂ ਨੇ ਬਹੁਤ ਅੱਛੇ ਨਾਟਕ ਲਿਖੇ ਔਰ ਉਹਨਾਂ ਦਾ ਹੀ ਇੱਕ ਨਾਟਕ ਸੀ ਲੁਕ ਛਿਪ ਜਾਣਾ ਜਿਹੜਾ ਮੈਂ ਪਹਿਲੋਂ ਤੇ 1992 ਵਿੱਚ ਖੇਡਿਆ ਸੀਗਾ ਮੈਂ ਖੁਦ ਐਕਟ ਕੀਤਾ ਸੀਗਾ ਫਿਰ 2-3 ਸਾਲ ਪਹਿਲੋਂ ਵੀ ਖੇਡਿਆ ਸੀਗਾ ਔਰ ਹੁਣ ਜਿਹੜਾ ਮੈਂ ਪੇਸ਼ੇ ਨਜ਼ਰ ਵਿੱਚ ਪੇਸ਼ ਕਰਨ ਲੱਗਾ ਆਮ 20 ਮੰਚ ਲਈ ਉਸ ਵਿੱਚ ਮੇਰਾ ਬੇਟਾ ਉਹ ਮੇਰੇ ਵਾਲਾ ਉਹ ਕਰ ਰਿਹਾ ਤੇ ਨਾਲ ਮੇਰੀ ਸਟੂਡੈਂਟ ਹੈਗੀ ਹੈ ਤਜਿੰਦਰ ਕੌਰ ਡਿੰਪੀ ਉਹ ਇਹਦੇ ਵਿੱਚ ਕੰਮ ਕਰ ਰਹੀ ਹੈ ਔਰ ਮੇਰਾ ਇੱਕ ਸਟੂਡੈਂਟ ਹੈ ਭਾਵਨ ਜਿਹਨੇ ਉਸ ਨੂੰ ਰਿਕਾਰਡ ਕੀਤਾ ਐਕਚੁਅਲੀ ਮੈਂ ਲਾਈਵ ਨਹੀਂ ਕਰ ਸਕਦਾ ਸੀਗਾ ਤੇ ਅਸੀਂ ਉਹਨੂੰ ਰਿਕਾਰਡ ਕੀਤਾ ਹੈ ਇੱਕ ਕਮਰੇ ਦੇ ਵਿੱਚ ਇਹ ਪੇਸ਼ਕਾਰੀ ਹੁਣ ਤੁਹਾਡੇ ਹਵਾਲੇ ਹੈਗੀ ਚਲੋ ਦਰਸ਼ਕਾਂ ਲਈ ਮੈਂ ਕਹਿੰਦਾ ਵੀ ਆਪਾਂ ਗੁਰਦੀਪ ਸੀਰਾ ਹੋਰਾਂ ਦੀ ਇਹ ਪ੍ਰੋਡਕਸ਼ਨ ਪੇਸ਼ੇ ਨਜ਼ਰ ਚ ਦੇਖਦੇ ਹਾਂ ਆਓ ਦੇਖੀਏ सब की मेरा दिल धड़कता है बाहों हिलदियां ने फिर मैनू हमें क्यों महसूस होता है कि जिवें यह सब एक सुपना हो तुसी भी ते बैठे हो कि तुसी भी सचमुच मेरे वांग जोते जाते हो या ये सब एक सुपना है सब कुछ ठोस है सब कुछ जो शायद नहीं
ਕੀ ਮੈਨੂੰ ਕੋਈ ਇਹ ਦੱਸ ਸਕਦਾ ਹੈ ਭਈ ਸੁਪਨੇ ਤੇ ਸੱਚ ਵਿੱਚ ਕੀ ਫਰਕ ਹੁੰਦਾ ਹੈ? ਹਾਂ, शायद कोई नहीं, हो सकता है कोई फर्क ही ना हो, ये सब एक लम्हा सुपना हो। सुपने विच सुपना सुपने विच सुपना सुपने विच सुपना सुपने विच सुपना सुपने विच सुपना। तू क्यों हैरान हो गया? नहीं पर मैं किवें आ गई? हाँ तो मैनू थे कल्ली नू क्यों छड़ आया सी? देर होती सी। किस काम नू? पता नहीं। तो हमेशा मेरे को दौड़ भाग क्यों रहंदा है? उल्टा मैं ते तेनू उड़ीकदा रहा, मेरा ख्याल से कि तू जरूर आएंगी। हुण मैं उत्थे ही रह जाना सी। ऑपरेशन तो 2 दिनों तो बाद तो मैं बिल्कुल ठीक हो गई सी ते 15 दिनों बाद डॉक्टर ने मैनू छुट्टी भी दे दी। पर तू 1 महीना भी ना रुक सकिया। तू खड़ी क्यों है? बैठ जा। ए तेरा नवा घर है? वही था है। ये सब कुछ होरू जे क्यों लगता है? हाँ देख ਉਹ ਮੇਜ਼ ਜਿੱਥੇ ਬਹਿ ਕੇ ਅਸੀਂ ਦੋਵੇਂ ਖਾਣਾ ਖਾਂਦੇ ਸੀ, ਗੋਲ ਗੋਲ। ਤੇ ਹੁਣ ਉਸ ਮੋੜੇ ਉੱਤੇ ਕੌਣ ਬੈਠਦਾ ਹੈ? ਖਾਲੀ ਰਹਿੰਦਾ। ਹੁਣ ਤੂੰ ਆ ਗਈ ਹੈ, ਤੂੰ ਬੈਠਾ ਕਰੇਂਗੀ ਫਿਰ। ਕਮਾਲ ਹੈ, ਮੈਂ ਕਿੰਨੀ ਦੂਰੋਂ ਉੱਡ ਕੇ ਆ ਗਈ। ਤੈਨੂੰ ਉੱਡਣਾ ਆਉਂਦਾ ਹੈ? ਬਹੁਤ ਚੰਗੀ ਤਰ੍ਹਾਂ। ਤੂੰ ਮੈਨੂੰ ਤੈਰਨਾ ਸਿਖਾਇਆ ਸੀ, ਉਹਨਾਂ ਮੈਨੂੰ ਉੱਡਣਾ ਸਿਖਾ ਦਿੱਤਾ। ਤੂੰ ਕਿਸ ਤਰ੍ਹਾਂ ਉੱਡਦੀ ਹੈ? ਹਾਂ ਵੇਖ, ਇਹਦੇ ਵਿੱਚ ਕਿਹੜੀ ਮੁਸ਼ਕਿਲ ਗੱਲ ਹੈ? ਆ ਦੇਖ। ਮੇਰੇ ਕੋਲ ਮੈਨੂੰ ਵੀ ਸਿਖਾ ਦੇ। ਹਾਂ ਹਾਂ, ਇੱਧਰ ਆ, ਹੱਥਾਂ ਨੂੰ ਐਵੇਂ ਫਿਲਾ। ਹਾਂ ਹੁਣ ਖੰਭਾ ਵਾਂਗ। ਸੱਚਮੁੱਚ ਇਹ ਤਾਂ ਬੜਾ ਆਸਾਨ ਹੈ, ਕਿੰਨਾ ਮਜ਼ਾ ਆਉਂਦਾ ਹੈ। ਚਲ ਚਲੀਏ। ਹਾਂ ਚਲ। ਦੱਸ ਕਿੱਥੇ ਚੱਲਣਾ ਹੈ? बोल। जिथे तू कहे। ओ झील दिसदी है हेठा। ओ नीली नीली? हाँ, उधर राजहंस रहंदे ने। सचमुच ने? ओ नहीं सचमुच ने, जिन्ने के तू ते मैं। मैनू दिखाएंगी? हाँ हाँ, हुणे ही चलते हैं, चल। नहीं, मेरा होने वाला है। तो फिर घर चलते हैं। घर की करना है? ਉੱਥੇ ਉਸ ਨੂੰ ਮਿਲਾਂਗੇ। किसू? ਉਹ ਜਿਹੜੀ ਹੁੰਦੀ ਹੈ। कौन? ਉਹ ਕੀ ਕਹਿੰਦੇ ਉਹਨੂੰ? ਉਹ ਜੋ ਹੁੰਦੀ ਹੈ। माँ? नहीं नहीं, माँ तो मर चुकी है। और मासी? नहीं, कुछ और सी। भैन? ताई? चाची? मामी? भाभी? कौन है? ख्याल नहीं आ रहा। वो भी आगे अटक जाता है, जिਵੇਂ बहुत बहुत नेड़े ਤੇ बहुत दूर ਦੀ ਚੀਜ਼ ਹੋਵੇ। बिटिया? ਹਾਂ, ਉਹਨੂੰ ਮਿਲਣ ਦਾ ਬੜਾ ਜੀ ਕਰਦਾ ਹੈ। ਅਸੀਂ ਉਹਨੂੰ ਨਾਲ ਲੈ ਕੇ ਜਾਵਾਂਗੇ। किथे? ਜਿੱਥੇ ਆਪਾਂ ਜਾਵਾਂਗੇ। नहीं नहीं, उसको ना ना लेके जाए। ਪਰ ਕਿਉਂ? नहीं तो किसे होर नू ले जा, ओनू रहन दे, ओनू ना लेके जाए। ਨਰੇਸ਼ ਤੈਨੂੰ ਹੋਇਆ ਕੀ ਹੈ? ਬਿਟਿਆ बिटिया देख, बिटिया नहीं, मैं नहीं, सुन। बिटिया नहीं। बिटिया किधर नहीं है? बिटिया ना भी, बिटिया- तू उसको ना नहीं लेके जाएगी। नहीं, बिटिया वो ना नहीं जाएगी ते। दोनों मिलने नहीं, दे। बिटिया दोनों लेके जा। ना भी, बिटिया बिटिया ना नरेश, भी, छाड़ मैनू। ना भी बिटिया, नरेश, छाड़ नहीं तू मैनू, ना जा। नरेश। कौन है? कौन है?
और कुछ ही थे कौन कुछ बहुत अजीब सी गल हुई थी की पता नहीं कौन सी आवाज किधरों आ रही है? दसा तेनू हाँ मेरे ढिड विचों तेरे ढिड विच हाँ हाँ मेरे ढिड विच एक टेप रिकॉर्डर है टेप रिकॉर्डर हाँ वखावा तेनू वखा चल फिर टुक 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 ले भाई भैणों ते भरावो एक एक कदम पीछे हट जाओ जे मेरे ढिड चों टेप रिकॉर्डर निकलना वेखना है ते टुक 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 ले भाई एक एक कदम पीछे हट जाओ हो जेड़ा पीछे नहीं हटेगा वो अपने सके प्यो दी औलाद नहीं टुक 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 ले भाई जे किसी ने मेरा झग्गा पजामा चेक करना चेक कर लो फिर ना कहना भाई टेप रिकॉर्डर इत्थे लगाया होया सी ओए टुक 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 जे किसी ने मेरा पजामा भी देखना भावे वो भी देख लो आ देखो मेरे खाली हाथ ले भाई ताड़ी मारो उस रब दे नाते जेड़ा भुखिया नू भुखिया मारदा ते रजिया नू हो रजांदा है टुक 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 ले भाई बच्चा जमूरा हो जा तैयार जा कौन है तू मैं कोई भी होवा मैं तेरा कुर्ता देखना है आ जा देख ले इत्थे की है एक नंगा पेट है होता तेरे भी है मेरे कोई पेट नहीं है की तेरे पेट नहीं नहीं है तो फिर की है कुछ नहीं है बस हो ही नहीं सकता देख ले तू कितनी सोहनी ए गल बहुत मिद्दी हुई है पर जानदार है ਇਹ ਤਾਂ ਰੱਬ ਦੇ ਨਾਮ ਵਾਕਣ ਹੈ ਜਿੰਨਾ ਨਾਮ ਲੋ ਉਹਨਾਂ ਸਵਾਦ ਆਉਂਦਾ ਹੈ इंच की झांकदा है ਅੱਜ ਤੂੰ ਝੁਮਕੇ ਨਹੀਂ ਪਾਏ केड़े चुपके ਉਹ ਜਿਹੜੇ ਉਸ ਦਿਨ ਪਾਏ ਸਨ पावा ਹਾਂ ਹਾਂ ठीक लगते ने ਨਾਲ ਤੇਰੀਆਂ ਗੱਲਾਂ ਲਾਲ ਹੋਈਆਂ ਪਈਆਂ ਨੇ ਅੱਜ ਮੇਰੀ ਸਹੇਲੀਆਂ रुमाल लेके मेरे गल्ला उत्ते रगड़दियां रहियां कहती तू पक्का लाली मल के आई है ਅੱਛਾ ਵਖਾ की काजे कोई आ जाएगा प्लीज हाँ जानते आ जाएगी ना मैं उसे परवाह नहीं करता कौन आ जाएगी है एक चढ़ाई जही ਜਦੋਂ ਦੀ ਤੂੰ ਗਈ ਹੈ ਉਹ ਤਾਂ ਮੇਰਾ ਪਿੱਛਾ ਹੀ ਨਹੀਂ ਛੱਡਦੀ पर उसनो बुला तो सही ਨਹੀਂ ਮੈਨੂੰ ਡਰ ਲੱਗਦਾ ਹੈ किस तुम उस तो जब बैठो ਨਹੀਂ ਆਪਣੇ ਆਪ ਤੋਂ तेरे विच जेहा की है ਇੱਕ ਸੱਪ ਇੱਕ ਅੱਗ ਦਾ ਗੋਲਾ ਹੋ ਰੁੜਦਾ ਰੁੜਦਾ ਤੁਰਿਆ ਜਾਂਦਾ ਹੈ ਤੇ ਸੱਪ ਪਿੱਛੇ ਪਿੱਛੇ ਭੱਜਦਾ ਉਹਦੇ ਮੈਨੂੰ ਡਰ ਹੈ ਇਹ ਤਿੰਨੋਂ ਦੋਵੇਂ ਕਿਸੇ ਖੂਹ ਖਾਤੇ ਡਿੱਗ ਜਾਣਗੇ कौन दोवे ਦੋਵੇਂ ਮਾਵਾਂ ਧੀਆਂ किस मां ते धी दी गल करदा है तू ਉਹ ਜਿਹੜੀਆਂ ਹੁੰਦੀਆਂ ਨੇ ना कौन ਧਰਤੀ ਤੇ ਅਸਮਾਨ आसमान धी थोड़ी है ਚਲ ਪੁੱਤਰ ਸਹੀ ना धी है कि पुत्र ਤੈਨੂੰ ਦੱਸਿਆ ਤਾਂ ਹੈ ਕਿ ਬਈ ਉਹ ਧੀ ਹੈ किस दी ਧਰਤੀ ਦੀ धरती दी ਲੈ, ਧਰਤੀ ਤੋਂ ਉੱਡ ਕੇ ਅਸਮਾਨ ਵੱਲ ਚੜੀ ਤੇ ਵਿਚਕਾਰ ਲਟਕ ਗਈ ਧਰਤੀ ਤੇ ਅਸਮਾਨ ਦੇ ਵਿਚਕਾਰ ਉਹ ਵੀ ਤੂੰ ਵੀ ਮੈਂ ਵੀ ਸਭ पर किस दे सहारे ਲਟਕਣ ਲਈ ਸਾਰੇ ਦੀ ਕੀ ਲੋੜ ਹੈ पुतलियां हमेशा किसे धागे दे सहारे लटकदियां ने ਅੱਛਾ ਮੈਂ ਤੈਨੂੰ ਕਰਕੇ ਦਿਖਾਵਾਂ ਲੈ ਬਈ ਮੇਰੀ ਪਿਆਰੀ ਮੇਰੇ ਨਾਲ ਨਾ ਰੁੱਸੀ ਮੈਂ ਅੱਗੇ ਤੋਂ ਉਹਦੇ ਨਾਲ ਕਦੀ ਨਹੀਂ ਬੋਲਦਾ कान फाड़ लथा हेठो लिया के ਲੱਤਾਂ ਹੇਠੋਂ ਲਿਆ ਕੇ ओ मुर्गा बन जा बदतमीज गधा ना हो बेटा
अगे तो करेगा शरारत? माफ कर दो मास्टर जी, अगे तो नहीं करता। अगे तो शरारत की थी जब किसी दे पोते नु हथ लगाया ता वेखी। अगे तो किसी का पोता नहीं हाथ लाता, रब दी सो। ओए रब तेरा प्यो लगदा है? रब दा हिंदू हो के तो रब दी सौ खांदा है? माफ कर दो मास्टर जी, माफ कर दो। अगे तो वाहेगुरु दी सो। ओए वाहेगुरु दी नहीं, अपने प्यो दी सौ खाया कर। अच्छा उठते जाओ। चल दौड़ जा। मैं किधर जावा बेबी? जिथों आया से। मैनू की पता मैं किथों आया सा? और की मैनू पता है। मैनू आधी रात इत्थे रखवा। तू जानदा है कि नहीं? सुन बेबी, तू जानदा है कि मैं जावा? मैं आधी तू बैठा रह, मैं जानदी मरती हां। हो बेबी गाल सुन, हो गाल सुन बेबी, हो बेबी गाल ता सुन। नाराज हो गई पागल। हो भला मैं तेनू कुछ कह सकदा? हो बेबी गाल ता सुन। हो दे, हो बदल फिर आ गए। सोनिया हवावां चलने लग पईयां। हो सनिया दे फुल खिड़ पे। हो दे, ओ सर्कस से टायर चलने लग पे। और रीना देख सर्कस, आ सर्कस देखन चली रीना। तेनू पता है जदों मैं जोकर बन के खेल होगा ना, लोकी हंसते हंसते दूरे हो जाते ने। वो मेरे ते पैसे दी बरखा कर देंगे ने। रीना देख रहा मैं किन्नी तरक्की कर ली है, मैनू सब कुछ करना आ गया। रीना की उच्ची उच्ची आवाजें मारी जांदा है? तू सुनती क्यों नहीं फिर? जे सुनदे नहीं ते सारी दुनिया नु सुनाना है की? सुनिया कितना सुन लेगी? जे मेरे घरदियां नु पता लग गया फिर? अच्छा फिर की हो जाएगा? तेनू तो जिਵੇਂ कुछ पता ही ना होवे। नहीं सच्ची मैनू नहीं पता। खरबूजा छुरी लेके एक खरबूजे दे दो बना देंगे, समझे कवि साहब? की कहा तू? कवि? 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 ओ की हुंदा है? जेड़ा किसे गलत बंदे दा बीज होवे। बीज भी कदे गलत ਜਾਂ सही बंदे ਦਾ ਹੁੰਦਾ ਹੈ? ਕਹਿੰਦੇ ਨੇ ਭਈ ਜੇ ਪਤੀ ਦਾ ਬੀਜ ਹੋਵੇ ਤਾਂ ਠੀਕ, ਜੇ ਸਪੋਰ ਦਾ ਹੋਵੇ ਤੇ ਗਲਤ। ਪ੍ਰੇਮੀ ਦਾ ਹੋਵੇ ਤਾਂ? ਜੇ ਪ੍ਰੇਮੀ ਪਤੀ ਨਹੀਂ ਤੇ ਗਲਤ। ਪੇੜ ਪੌਦਿਆਂ ਦਾ ਪਤੀ ਕੌਣ ਹੁੰਦਾ ਹੈ? ਪਤਾ ਨਹੀਂ। ਮੈਂ ਕੀ ਪੁੱਛਿਆ? ਪਤਾ ਕੀ ਹੈ? ਭੰਗ ਚੜ ਗਈ ਹੈ ਕੀ? ਇਹ ਕੀ ਮੇਰੀ ਅੱਖਾਂ ਵਿੱਚ ਤੱਕੀ ਜਾਂਦਾ ਹੈ ਜਿਵੇਂ ਇਹਨਾਂ ਨੂੰ ਕੱਢਣਾ ਹੋਵੇ? ਕਿੰਨੀ ਸੋਹਣੀ ਲੱਗਦੀ ਹੈ। ਇਹ ਤੂੰ ਕਹਿ ਚੁੱਕਿਆ ਹੈ। ਤੇਰੀ ਅੱਖਾਂ 'ਚ ਸੁਪਨੇ ਤੈਰਦੇ ਹਨ, ਰੰਗ ਬਿਰੰਗੀ ਉੱਠਦੇ। ਯਾਨੀ ਮੇਰੀ ਅੱਖਾਂ ਮਰਤਬਾਨ ਹਨ? ਨਹੀਂ ਢੋਲ ਹਨ। ਤੂੰ ਮੇਰੀ ਗੱਲ ਨੂੰ ਪੁੱਠਿਆ ਹੀ ਲੈ ਜਾਂਦੀ ਹੈ। ਆਦਤ। ਅੱਛਾ ਗੱਲ ਸੁਣ। ਸੁਣਾ। ਤੂੰ ਦੱਸ ਹਾਂ ਸੁਣਾ, ਪਰ ਦੂਰੋਂ। ਬੋਲ ਕਿੱਡੀ ਕੁ ਦੂਰੋਂ? जिन्ना तेरा जी करे। ਇੱਥੋਂ ਠੀਕ ਹੈ? हाँ ठीक है। तू बहुत सोहनी लगती है। ए तू कह चुके हैं। तेरी हर चीज सोहनी है। और दस। तू हमेशा सोहनी रहेगी। समा बहुत बलवान है पारिश, वो हर चीज नु मिटा देता है। पर तेरी खूबसूरती नहीं मिटा सकता। जब मैं ना रही ता? जब तू ना रही तद भी तेरी खूबसूरती जाती रही। नहीं आती आज ते जब तू? जब मैं ना रहा तू डरती क्यों है? तू शक्ति है, मैं शिव हाँ। जो तू कॉलोनी है सारी दुनिया ला लड़ सकता और मेरा कोई कुछ नहीं बिगाड़ सकता। असी प्यार कर दे हाँ, प्यार करना कोई पाप नहीं। भाई मैं डंके दी चोट ते कहना, मैं कोई भी कम छुपा के नहीं करता। ईसा ते गांधी आए और चले गए पर मैं हमेशा रहूंगा। जब तक है जग रहेगा मैं रहूंगा। ए जग केवल मेरे लिए बनाया गया है। शायद मैनू परत्याउण लई हर रोग ही मैनू परत्यावेगा। मैं उस तो किधरे बद चलाका। ओए मैं आमतौर पे हिलदा नहीं, पर जे हिला पहाड़ हिलादा। मैं उठा तो समुद्रां नू अग लग जांदी है, खूह सुक जांदे ने, नदियां पुठियां वगड़ियां शुरू हो जांदी ने। ओ हाँ मैं तेरी गल सुन लई। तू देखी मैं उठांगा, जग वेखेगा, सब वेखणगे, सब वेखणगे, सब वेखणगे,
सब देखणगे, सब देखणगे। पर हाली तो मैनू नींद आ रही है। बाबा कमाल कर दी थी। हरीश दास जी जय, हरीश दास जी जय। तू मेरा मजाक उड़ा रही है? कौन है तू? कौन है? कौन है? तू मैनू नहीं पहचानिया? कुछ कुछ पहचानता? हाँ मैं तेरी माँ हाँ कमलिया। ओ हाँ। तो इतना गवाचिया गवाचिया क्यों रहता है? नहीं तो उदास ना हो बच्चा, उसदा जाना भी जरूरी सी। किसदा? वो जेड़ी चली गई है। तू किधरों आई है माँ? बहुत दूरों। फिर तो तू थक गई होगी। अब तू बह जा। माँ तेन थकान नहीं होती? कदे भी नहीं। क्यों? शायद इस करके कि मेरी लत्तां रबड़ दिया हैं। कि सच्ची तेरिया लत्ता रबड़ दिया ने? वेख ले। हुए हे तो बढ़िया गुदगुदिया ने माँ। की करनी चाहता है? सच्ची हे तो की बढ़िया करनी चाहता गुदगुदिया ने है? माँ। गुदगुदी होती है। कमला हो माँ बेटा। तेरिया लत्ता ने बहुत गुदगुदिया ने। लकड़ दिया लत्ता रबड़ दिया। हे तो बहुत गुदगुदिया ने माँ। मैनू साह चढ़ गया। तेनू अपना ख्याल रखना चाहिए। किस तरह रखा माँ? मैं तेरे लिए एक कुड़ी टोल के आई हाँ, चंद वर्गी। चंद? हाँ मैनू चंद लिया दे माँ। चंद? हाँ मैनू चंद लिया दे। मैं तेनू चंद भी लिया दांगी, पर तू उसने ना नहीं लिया। नहीं मैनू चंद लिया दे। मैनू चंद चाहिए। मैनू चंद लिया दे। गल तां सुन, मैं तेरे लिए चंद भी ले आवां। मैनू चंद लिया दे। मैं तेनू चंद लिया दांगी। मैनू नहीं पता। गल तू तां मैनू सुन। हुणे लेके दे। मैं हुणे लेना। मैं नहीं मैनू चंद लिया दे। नहीं गल तां सुन। मैं चंद लेना। सुन तां मैं चंद लिया। मैनू चंद हुणे लेना। मेरी गल सुन। मैनू नहीं पता। मैनू चंद लिया। मेरे प्यो दे कारखाने विच बंद है चंद, जेड़ा मैं तेनू लेके दवा। मैनू नहीं पता। मैं चंद लेना है। मैं चंद लेके रहा। रोंदा मरदा रह जितना चिर तेरा जी करे। चंद लेना है। चंद लेना है। मैनू चंद लेके दियो। मैं चंद लेना है। ਜਿਹੜੀ ਇੱਧਰ ਸੀ ਉਹ ਕਿੱਥੇ ਗਈ? ਕਿੱਧਰ ਗਈ? ਇਹ ਤੂੰ ਬੂਹੇ ਵਾਲੇ ਖੜੀ ਹੋ ਕੇ ਕੀ ਸਾਂਭ ਭਰਦੀ ਹੈ? ਸਾਹਮਣੇ ਆ ਕੇ ਗੱਲ ਕਰ। मैं तेनू कह रहा दरवाजा खोल दे, नहीं तो मैं तोड़ देगा। की कहा? पागल? ओ पागल मैं नहीं, पागल तू है। हाँ हमेशा इसी तरह होता है। दरवाजा बनाया है किसे पागल ने? अच्छा तू पागल है जेड़ी उससे पीछे खड़ी हो जानी है। मैं तेनू कह रहा दरवाजा खोल दे, नहीं तो मैं दरवाजा तोड़ देगा। मैं इनू इस तरह नहीं रह जाऊंगा। मैं तोड़ देंगा, इनू तोड़ देंगा।
ਗਿਆ ਈ ਕੀ पता नहीं ਇੰਜ ਕਿਵੇਂ ਹੋ ਸਕਦਾ ਹੈ? यही तो होता है। ਲੱਭਣਾ ਛੱਡ ਦੇ, ਆਪੇ ਮਿਲ ਜਾਵੇਗਾ। ਜੀਵਨ ਵਿਰੋਧੀ ਨਿਯਮਾਂ ਉੱਤੇ ਚੱਲਦਾ ਹੈ। जो धंधा च कुछ फंस जाए ना तो जीव में वो चबी लगी रहती है, वो खुल्ली जाती है, समझ नहीं आता की करा। इस चक्कर में जीभ कट भी जाया करती है। कोई ये कर जाएगी? हे परमात्मा कोई बचाओ इसको, हे कर जाएगी। गल सुन, अब मैं तेरा सिर दबा तू मैनू की कहनी है? ए नहीं रहनी, एनू क्या है? कुछ नहीं होएगा। अब मैं तेरे सवा देवा। और तू छड़ मैनू। बड़ी छेती गुस्सा हो जांदा है तू। गुस्सा मैनू तेरे ते नहीं, अपने आप ते। क्यों? मैं चाहता नहीं रहना चाहता। जो जीना नहीं चाहता उसनू तो जरूर जीना पैंदा है। ऐसे करके तो मैं जाना नहीं चाहता। तो फिर मर जा। तो यही तो समझ नहीं आ रहा कि किस तरह मरा। तू जहर खा ले, छे करो ना चढ़िया ता अगर फाहा ला ले, हिम्मत नहीं पैंदी। नदी में छाल मार दे। मैनू तैरना आंदा है। तो फिर तू अपने उत्ते तेल पाके अग ला ले। तेल तो मैनू बहुत बदबू आंदी है। तू मैनू कोई होर तरीका दस। तू तीजी मंजिल तो छाल मार दे। हाँ ए ठीक है, यही करो। हट जाओ, परे हट जाओ। ले भी दुनिया वालों, दोस्तों, परे परे हट जाओ। मैं तीजी मंजिल तो था छाल मारने लगे। हट जाओ। ये बात तेन प्यार सा करना, इस तो बाजू से कभी भी नहीं मिलना। जिंदगी खत्म हो गई। अलविदा मेरी प्यारी। कि मैं सचमुच मर गया? कि मेरी मौत पे कोई नहीं रो रहा? तो चली गई। तुसी तमाशा देख रहे हो? दौड़ गया ने, सब कुछ होता ही चल रहा है। किसी को भी मेरी मौत से रोने की फुर्सत नहीं। ना सही, ना सही। मैं अपनी मौत खुद रोऊंगा, खुद रोऊंगा। मैं अपनी मौत खुद रोऊंगा। किਵੇਂ सोगिया वांग बैठा है? मैं खदोदा रोगी हूं। मैं सोगी क्या है? थोड़े रोगी होंगे ने। कौन दोवे? वो जेड़े मिल बैठते ने। किस लिए? सुपने उड़े ले। किसने सुपने? जिंदगी दे। मैंने सुपने बुनने नहीं आते। ले है चिकड़ी औखी गल है। कोई बंदा कुछ भी कल्पना कर सकता है। हो सकता है। हाँ
ਵੀ ਜ਼ਿੰਦਗੀ ਬਹੁਤ ਸੋਹਣੀ ਹੈ, ਇਹ 'ਚ ਠੰਡੀਆਂ ਹਵਾਵਾਂ ਚਲਦੀਆਂ ਨੇ, ਇਹ 'ਚ ਸੋਹਣੇ ਫੁੱਲ ਖਿੜੇ ਨੇ, ਇਹ 'ਚ ਸੋਹਣੀ ਧੁੱਪ ਹੈ, ਇਹ 'ਚ ਤੂੰ ਹੈ, ਇਹ 'ਚ ਤੇਰਾ ਪਿਆਰ ਹੈ। ਉਹ ਪਿਆਰ ਜਿਹੜਾ ਕਦੇ ਵੀ ਨਹੀਂ ਮਿਟਣਾ, ਸਮੁੰਦਰ ਵਾਂਗ ਡੂੰਘਾ ਹੈ, ਜੋ ਅਮਿਟ ਹੈ। ਅਸੀਂ ਮਰ ਕੇ ਵੀ ਕਦੀ ਜੁਦਾ ਨਹੀਂ ਹੋਵਾਂਗੇ। ਸਾਨੂੰ ਕੋਈ ਵੀ ਜੁਦਾ ਨਹੀਂ ਕਰ ਸਕਦਾ, ਰੱਬ ਵੀ ਨਹੀਂ। ਕੱਲ ਛੇਤੀ ਨਾਲ ਮੈਂ ਐਮਏ ਕਰ ਰਹਾ ਤੇ ਮੇਰੇ ਬੀਏ ਪੂਰ ਛੱਡ ਜਾਵੇ। ਫਿਰ ਅਸੀਂ ਕਿਧਰ ਦੂਰ ਚੱਲਾਂਗੇ, ਕਿੱਥੇ? ਜਿੱਥੇ ਤੂੰ ਗਈ, ਪੈਰਿਸ। ਪੈਰਿਸ, ਲੰਡਨ, ਅਮਰੀਕਾ, ਜਿੱਥੇ ਤੂੰ ਗਏਂਗੀ। ਮੈਨੂੰ ਦੁਨੀਆ ਘੁੰਮਣ ਦਾ ਬਹੁਤ ਸ਼ੌਕ ਹੈ। ਮੈਂ ਤੈਨੂੰ ਲੈ ਕੇ ਸਾਰੀ ਦੁਨੀਆ ਤੇ ਉੜਿਆ ਹੋਇਆ ਹਵਾ ਵਾਂ। ਪਰ ਕੀ ਜੇ ਅਸੀਂ ਤਾਰਿਆਂ ਨਾਲ ਟਕਰਾ ਗਏ ਫਿਰ? ਮੈਂ ਉਹਨਾਂ ਨੂੰ ਚੱਕਣਾ ਚੋਰ ਕਰ ਦੇਵਾਂਗਾ। ਨਹੀਂ, ਮੈਨੂੰ ਡਰ ਲੱਗਦਾ ਹੈ। ਮੇਰੇ ਹੁੰਦੇ ਤੈਨੂੰ ਡਰਨ ਦੀ ਕੀ ਲੋੜ ਹੈ? ਉਹ ਹਾਂ, ਮੈਂ ਤਾਂ ਭੁੱਲ ਹੀ ਗਈ ਸਾਂ। ਤੂੰ ਬੜੀ ਭੁਲੱਕੜ ਹੈ। रीना, क्यों है रीना? ਉਹ ਕੌਣ ਹੈ? होएगा कोई सानू की? कोई नहीं, वो पक्का सिपाही है। नहीं नहीं, वो सिपाही नहीं हो सकता, उसके कपड़े चिट्टे ने। तो फिर कोई चोर होगा। किसकी गल कर दी है तू? ओ जेड़ा पेड़ तो परा तुरया आंदा है। शायद रीना तेरे डैडी हन। नहीं, वो मेरे डैडी नहीं हो सकते। पक्की गल है? ਉਹ ਪੱਕਾ ਕੋਈ ਸਿਪਾਹੀ ਹੈ ਜਿਉਨੇ ਮੈਨੂੰ ਤੇਰੇ ਨਾਲ ਵੇਖ ਲਿਆ ਤੇ ਮੇਰੀ ਖੈਰ ਨਹੀਂ। मेरे ना खड़ा होना कोई पाप है? नहीं, तू प्लीज इधर चला जा। रीना मेरे होंदे हो तेरा कुछ नहीं तू बिगाड़ प्लीज सकता। अपने रास्ते दूर चला जा। रीना तू इन्हें डरती क्यों है? मेरी खैर नहीं, वो मेरे ले जाएगा। प्लीज ना। प्लीज तू इधर चला जा। अच्छा ठीक है, मैं चलना। ਹਾਜ਼ਰੀਨ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਨੂੰ ਮੇਰੇ ਸਾਥੀ ਦੀ ਗੱਲ ਦਾ ਸਿਰ ਪੈਰ ਉੱਕਾ ਹੀ ਨਹੀਂ ਪਤਾ ਲੱਗਿਆ। ਅਖੀਰ ਉਹ ਕਹਿਣਾ ਕੀ ਚਾਹੁੰਦੇ ਨੇ? औरत आदमी, आदमी औरत, औरत औरत, आदमी आदमी, अखीर दोहा विच फर्क की है? ओही दो हथ, दो पैर, दो कान, दो अखा, एक नक। केवल एक दा कुछ लंबा ते दूजे दा मिड्डा, बस। पर चेतना ओही है, दिमाग ओही है। औरत दा दोष सिर्फ यह है कि वो खुद नु मिटा के भी समाज नु कायम रखती है ते इस पाप दी सजा उसनु मिलती है कैद। मैं आप सारे तो पूछना चाहती हूं, आखिर उसनु है उम्र कैद क्यों मिलती है? क्यों मिलती है उसनु है उम्र कैद? क्यों क्यों? माफ रीना, तू डिबेट च हिस्सा क्यों नहीं ले रही? अब रीना की होया? तू रो क्यों रही? मैनू आने च देरी हो गई इस करके। नहीं सॉरी यार। नहीं, रीना गल दसो की होया फिर? तू फौरन इधरों चला जा। मेरे घर वाले नु सब पता लग गया है। तो फिर तू इत्थे नहीं रह सकता। क्यों? क्योंकि मैं भी इस शहर विच रहंदी हां। ते इत्थे रहना गुनाह है कोई? हाँ, तू इधरों चला जा। तू फौरन इधरों चला जा। ना, तू ना, रास्ते रास्ते तेरा- चला जा। तू प्लीज चला जा इधरों। तू इत्थे नहीं रह सकता। तू प्लीज जा, प्लीज चला ठीक जा, है, प्लीज। ठीक है, मैं जाना। तू आपका ख्याल रखी। तू मेरे बिना चला जाएगा? यानी
तू मेरे नाल जाएगी? क्यों? तू मेरे बिना रह सकता है? नहीं, पर सोचदा सा। की सोचदा से? सोचदा सा की सोचदा सा? सोचਣ ਨੂੰ ਤਾਂ ਬਹੁਤ ਕੁਝ ਹੈ, ਐਨਾ ਕਿ ਦਿਮਾਗ ਖਰਾਬ ਹੋ ਜਾਏ। ਫਿਰ ਐਵੇਂ ਲੱਗਦਾ ਜਿਵੇਂ ਕਿ ਸੋਚਣ ਦਾ ਕੋਈ ਫਾਇਦਾ ਹੀ ਨਾ ਹੋਵੇ, ਕਿਸੇ ਚੀਜ਼ ਦਾ ਕੋਈ ਫਾਇਦਾ ਨਾ ਹੋਵੇ। और सोचदा की से? ਕੀ ਸੋਚਦਾ ਸਾਂ? ਸੋਚਦਾ ਸਾਂ ਇਸ ਦੁਨੀਆ ਨੂੰ ਅੱਗ ਲਾ ਦਾਂ। अच्छा, कित्थों शुरू करेगा? ਆਪਣੇ ਆਪ ਤੋਂ। अपने आप तो गलत सिरा पड़े तू। मतलब मैथों शुरू कर। ਕਿੱਥੋਂ ਸ਼ੁਰੂ ਕਰਾਂ? ਹਿੰਮਤ ਨਹੀਂ ਪੈਂਦੀ। क्यों? दरअसल मैं डरपोगा। किस तो डरता है तू? किस तो डरदा? इस गल दा ते कदी मैनू ख्याल ही नहीं आया, पर मैं डरदा किस तो हां? दस ना। कुछ समझ नहीं लगती। इंसान तो, होता एक पेट है, भगवान तो, वो तो आप डरपोक है, सामने आने की हिम्मत नहीं करता। था फिर समाज को लो। समाज वो तो नक दी सीट ते चलता है सूर वांग। कोई भी समझदार बंदा उस तो बच सकता है। तब फिर समझ नहीं लगती। भाई ਅਸੀਂ ਕਿੱਥੇ ਆ? कुछ नहीं पता, चलते हैं। पर सानू सोच ता लेने दे कि जाना किथे है। जे तू सोचते रहना ते मैं चलनी आ। रीना मेरी गल सुन, तू गुस्सा ना हो मेरे तो, मेरी गल सुन और तू मेनू दस ਅਸੀਂ ਕਿੱਥੇ ਜਾਈਏ? सत समुद्रा पार ਉੱਥੇ ਕੀ ਹੈ? ਇੱਕ ਅਜਿਹਾ ਦੇਸ਼ ਜਿੱਥੇ ਕਦੀ ਰਾਤ ਨਹੀਂ ਹੁੰਦੀ। ਐਸੀ ਵੀ ਕੋਈ ਦੁਨੀਆ ਵਿੱਚ ਜਿੱਥੇ ਰਾਤ ਨਹੀਂ ਹੁੰਦੀ? ਹਾਂ ਹੈ ਨਾ। ਪਰ ਸਾਨੂੰ ਤਾਂ ਉਹਦੀ ਰਾਹ ਨਹੀਂ ਪਤਾ। ਅਸੀਂ ਲੱਭ ਲਵਾਂਗੇ। ਜੀ ਗਵਾਚ ਗਏ? ਗਵਾਚਣਾ ਕਿ ਚਾਹੁੰਦੇ ਆ ਨਾ। शायद तू सही कहनी है। चल चल पर चलते मैं हैं। तेनों एक चीज। चुपचाप सांप कुट के। मैंने चुप रहना बहुत चंगा लगता है। अच्छा गल सुन, इस सामने मेरे प्रोफेसर का घर है, मैं उन्हें पूछ के देखता जो सानू आज दी रात इत्थे ठहरा लवे। अब तू ठहरा। मैं पूछ के आना। प्रोफेसर साहब, प्रोफेसर साहब। अब नमस्कार प्रोफेसर साहब जी, मैं परेश ते ए मेरी सहेली है। दरअसल ਅਸੀਂ ਬਹੁਤ ਦੂਰ ਜਾਣਾ ਹੈ, 7 ਸਮੁੰਦਰ ਪਾਰ। ਜੀ ਅਸੀਂ ਚਾਹੁੰਦੇ ਸੀ ਕਿ ਜੇ ਅੱਜ ਦੀ ਰਾਤ ਅਸੀਂ ਤੁਹਾਡੇ ਘਰ ਗੁਜ਼ਾਰ ਸਕੀਏ। ਜੀ ਉਹ ਸਾਨੂੰ ਪਤਾ ਹੈ। ਹਾਂ ਹਾਂ ਜੀ, ਇਹ ਕੋਈ ਵੀ ਹੋਵੇ। ਚੰਗਾ ਕੋਈ ਗੱਲ ਨਹੀਂ, ਮਿਹਰਬਾਨੀ। ਚੱਲ ਰਹੀ ਨਾ। ਮੈਨੂੰ ਪਤਾ ਸੀ ਪ੍ਰੋਫੈਸਰ ਸਾਹਿਬ ਸਾਨੂੰ ਨਹੀਂ ਠਹਿਰਾਣਗੇ। ਠੀਕ ਹੈ ਨਾ ਸੇ ਹੁਣ ਵਿਆਹ ਹੋਏਗਾ। ਵਿਆਹ? ਹਾਂ। ਕਿੱਥੇ? ਇੱਥੇ। ਇੱਥੇ? ਹਾਂ ਹਾਂ ਇੱਥੇ। ਫਿਰ ਕੀ ਹੋਏਗਾ? ਤੇਰੀ ਡੋਲੀ ਉੱਠੇਗੀ। ਫਿਰ ਫਿਰ ਸਾਡੇ ਬੱਚੇ ਹੋਣਗੇ। ਫਿਰ ਤੂੰ ਉਹਨਾਂ ਦਾ ਨੱਕ ਪੂਜਿਆ ਕਰੇਗੀ ਤੇ ਮੈਂ ਤੇਰੇ ਤੇ ਹੱਸਿਆ ਕਰਾਂਗਾ। ਬਸ ਬੈਠਾ ਵੇਖਦਾ ਹੀ ਰਹੇਗਾ। ਹੋਰ ਕੀ ਕਰ ਸਕਦਾ? ਅੱਛਾ ਦੱਸ ਨਾ, ਉਸ ਤੋਂ ਬਾਅਦ ਕੀ ਹੋਏਗਾ? ਦੱਸ। ਇਸ ਤੋਂ ਬਾਅਦ ਕੁਝ ਨਹੀਂ ਹੋਏਗਾ। ਦੱਸ ਨਾ, ਕੁਝ ਤੇ ਹੋਏਗਾ। ਇਸ ਤੋਂ ਬਾਅਦ ਬਸ ਅਸੀਂ ਇਕੱਠੇ ਹੋ ਜਾਾਂਗੇ। ਮੈਨੂੰ ਇਹ ਕਹਾਣੀ ਦਾ ਅਖੀਰ ਤੱਕ ਦੱਸ ਦੇ। ਇਸ ਤੋਂ ਬਾਅਦ ਦੀ ਕਹਾਣੀ ਪਿਆਰ। पर अंत जाने बिना कहानी का मजा नहीं होता। दस ना रीना, इसके तो दस बाद मैंने कुछ प्लीज नहीं दस होएगा। ना रीना, अपने दस कह ना रहे उस तो बाद की होएगा? दस ਫਿਰ ਸਾਡੀਆਂ ਗੱਲਾਂ ਅੰਦਰ ਨੂੰ ਪਿਚਕ ਜਾਣਗੀਆਂ। ਅੰਤ ਝੜਨ ਲੱਗ ਪੈਣਗੇ, ਨਹੀਂ। ਕਮਰ ਝੁਕ ਜਾਏਗੀ, ਕੁਝ ਨਹੀਂ ਹੋਵੇਗਾ। ਅੰਤ ਕੰਮਣ ਲੱਗ ਪੈਣਗੇ। ਨਹੀਂ, ਮੈਂ ਨਹੀਂ ਫਿਰ ਅਸੀਂ ਸੁਣਨਾ। ਕਿਤੇ ਪੀਲੇ ਪੱਤੇ ਵਾਂਗ ਚਾਹ ਡਿੱਗਾਂਗੇ। नहीं ਤੇਰੀ ऐसे कुछ ਪੂਰਵੀ नहीं ਹਵਾ ਦਾ होगा। ਬੁੱਲਾ ਤੈਨੂੰ ਕਿਤੇ ਦੂਰ ਰਹਿ ਜਾਏਗਾ ਐਵੇਂ ਕੁਝ ਅਤੇ ਨਹੀਂ ਹੋਏਗਾ। ਪੱਛਮੀ ਹਵਾ ਦਾ ਦੂਸਰਾ ਚੁੱਪ ਬੁੱਲਾ ਕਰ। ਤੈਨੂੰ। रास्ते रास्ते चुप कर जा। मैं कुछ नहीं सुनना, मैं कुछ नहीं सुनना। ਉਹ ਕਿਹਾ ਤਾਂ ਸੀ ਫਿਰ। ਮੈਨੂੰ ਆਪਣੇ ਹੋਰ ਨਾਲ ਨਾਲ ਭਾਸ਼ਾ से किसी तरह ही खो सकते। ਤੇ ਇਹ ਪਲ ਸ੍ਰਿਸ਼ਟੀ ਦਾ ਆਖਰੀ ਪਲ ਬਣ ਜਾਂਦਾ। ਤੇ ਅਸੀਂ ਇਸ ਪਲ ਵਿੱਚ ਜੜ ਹੋ ਜਾਂਦੇ। ਜੜ ਹੋ ਜਾਂਦੇ।
ਹਿੱਕ ਵਿੱਚ ਖੰਜਰ ਡੋਬ ਕੇ ਸੌਂਗੇ, ਅੱਜ ਕੱਲ ਇਉਂ ਨਹੀਂ ਕਰਦੇ ਲੋਕ, ਹੁਣ ਤੇ ਦਿਲ ਨੂੰ ਦੁੱਖ ਜਾ ਲਾ ਕੇ ਹੌਲੀ ਹੌਲੀ ਮਰਦੇ ਲੋਕ। ਪੇਸ਼ੇ ਨਜ਼ਰ ਦੇ ਵਿੱਚ ਬਹੁਤ ਸੋਹਣੇ ਜਿਹੜੀਆਂ ਸਵਾਲਾਂ ਨੂੰ ਤਰਤੀਬ ਦਿੱਤੀ ਆ, ਉਹ ਮੈਨੂੰ ਤੇ ਹਲੂਣਿਆ ਉਹਨਾਂ ਨੇ। ਔਰ ਇਹ ਪੂਰੀ ਦੀ ਪੂਰੀ ਜਿਹੜੀ ਟੀਮ ਹੈ, ਗੁਰਦੀਪ ਸੇਰਾ ਹੋਰੀ ਸਾਡੇ ਨਾਲ ਬੈਠੇ ਨੇ। ਸਿਰਾ ਸਾਹਿਬ, ਮੈਨੂੰ ਤਰੇਲੀਆਂ ਜੀ ਆ ਗਈਆਂ ਇਹ ਦੇਖ ਕੇ। ਮੈਂ ਡਾਕਟਰ ਬਲਵਿੰਦਰ ਸਿੰਘ, ਮੈਂ ਇਹਦੇ ਬਾਰੇ ਕੁਝ ਪਲੇ ਬਾਰੇ ਕੁਝ ਇੱਕ ਨਿੱਕੀ ਜਿਹੀ ਗੱਲ ਕਹਿਣਾ ਚਾਹਾਂਗਾ। ਵਿੱਚੋਂ ਮੈਂ ਦੇਖ ਰਿਹਾ ਸੀ ਜਗਜੀਤ ਸਰੀਨ ਸਾਹਿਬ ਦਾ ਵੀ ਇੱਕ, ਉਹਨਾਂ ਨੇ ਵੀ ਇੱਕ ਲਾਈਨ ਪਾਈ ਸੀ ਕਿ ਕਿਧਰੇ ਕਿਧਰੇ ਮੈਲੋਡਰਾਮਾ ਹੈਗਾ। ਤੇ ਮੈਲੋਡਰਾਮਾ ਹੈਗਾ ਕਹਿੰਦੇ। ਮੈਂ ਜਿਹੜਾ ਪਲੇ ਬਾਰੇ ਕਹਿਣਾ ਚਾਹੁੰਦਾ ਉਸੇ ਵਿੱਚ ਹੀ ਜਵਾਬ ਹੈਗਾ। ਦਰਅਸਲ ਇਹ ਪਲੇ ਪਰਿਤੋਸ਼ ਗਾਰਗੀ ਸਾਹਿਬ ਜੀ ਨੇ ਲਿਖਿਆ, ਔਰ ਗਾਰਗੀ ਸਾਹਿਬ ਦਾ ਇਹ ਜਿਹੜਾ ਨਾਟਕ ਹੈਗਾ, ਇਹ ਉਹਨਾਂ ਦੀ ਆਪਣੀ ਜ਼ਿੰਦਗੀ ਤੇ ਆਧਾਰਿਤ ਹੈ। ਤੁਸੀਂ ਦੇਖੋਗੇ, ਹਾਲਾਂਕਿ ਪਰ ਮੈਨੂੰ ਤੇ ਇਹਨਾਂ ਚ ਸਾਰੇ ਦੀਆਂ ਜ਼ਿੰਦਗੀਆਂ ਦਿਸ ਰਹੀਆਂ, ਸਾਡੀਆਂ ਵੀ ਜ਼ਿੰਦਗੀਆਂ ਇਸ ਪਲੇ ਚੋਂ ਨਜ਼ਰ ਆ ਰਹੀਆਂ, ਸਾਡੇ ਸਾਰੇ ਰਿਸ਼ਤੇ ਨਜ਼ਰ ਆ ਰਹੇ ਨੇ ਇਹਦੇ ਚ। ਬਿਲਕੁਲ। ਤੇ ਤਕਰੀਬਨ ਦੇਖੋ ਜਿਹੜੇ ਸਟਰਗਲਰ ਹੁੰਦੇ ਨੇ, ਉਹਨਾਂ ਦੀ ਲਾਈਫ ਵਿੱਚ ਇੱਕੋ ਜਿਹੀਆਂ ਘਟਨਾਵਾਂ ਤਕਰੀਬਨ ਹੁੰਦੀਆਂ ਹੀ ਨੇ, ਬਸ ਥੋੜਾ ਜਿਹਾ ਉਹਨਾਂ ਦਾ ਰੰਗ ਰੂਪ ਥੋੜਾ ਜਿਹਾ ਵੱਖਰਾ ਹੋ ਸਕਦਾ, ਲੇਕਿਨ ਘਟਨਾਵਾਂ ਤਕਰੀਬਨ ਇੱਕੋ ਜਿਹੀਆਂ ਹੁੰਦੀਆਂ। ਤੇ ਇਸੇ ਤਰ੍ਹਾਂ ਇਹਨਾਂ ਦਾ ਵੀ ਇਹੀ ਹੈਗਾ। ਇਹਨਾਂ ਦੀ ਜ਼ਿੰਦਗੀ ਦੇ ਜਿਹੜੇ ਕੁਝ ਪਲ ਹੈਗੇ ਨੇ, ਜਿਹੜੇ ਇਹਨਾਂ ਨੇ ਆਪਣੀ ਵਾਈਫ ਨਾਲ ਬਿਤਾਏ, ਉਹ ਜਦੋਂ ਪ੍ਰੇਮਿਕਾ ਸੀ, ਉਹ ਜਦੋਂ ਨੂੰਹ ਬਣੀ, ਉਹ ਜਦੋਂ ਮਤਲਬ ਉਹ ਜਿਹੜੇ ਉਹਨਾਂ ਦੇ ਆਪਣੀ ਜ਼ਿੰਦਗੀ ਦੇ ਪਲ ਹੈਗੇ ਨਾ, ਆਪਣੀ ਮਾਂ ਨਾਲ, ਆਪਣੀ ਹੋਰ ਬੱਚਿਆਂ ਨਾਲ, ਮਤਲਬ ਉਹ ਸਾਰੇ ਪਲ ਉਹਨਾਂ ਨੇ ਇੱਕ ਪਲੇ ਵਿੱਚ ਸਮੇਟ ਕੇ ਰੱਖ ਦਿੱਤੇ। ਔਰ ਉਹਨੂੰ ਇਹਨਾਂ ਨੇ ਡਿਸਕ੍ਰਾਈਬ ਕੀਤਾ ਇਸ ਤਰ੍ਹਾਂ ਕਿ ਇਹ ਸੁਪਨੇ ਵਿੱਚ ਸੁਪਨਾ ਆਉਂਦਾ। ਮਤਲਬ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਸੋਚ ਸੋਚਦੇ ਹਾਂ, ਇੱਕ ਸੋਚ ਵਿੱਚੋਂ ਕੋਈ ਦੂਜੀ ਸੋਚ ਨਿਕਲ ਆਉਂਦੀ, ਅਸੀਂ ਉਹਦੇ ਵਿੱਚ ਚਲੇ ਜਾਂਦੇ ਹਾਂ, ਹੈਨਾ। ਇਸ ਤਰ੍ਹਾਂ ਇਹ ਸੁਪਨੇ ਵਿੱਚ ਸੁਪਨਾ, ਇਹਨੂੰ ਨਾਮ ਦਿੱਤਾ ਗਿਆ। ਇੱਕ ਡਾਇਲੌਗ ਸੀਗਾ ਇਹਦੇ ਵਿੱਚ, ਇਸ ਪਲੇ ਚ, ਕਿ ਤੁਸੀਂ ਲੱਭਣਾ ਬੰਦ ਕਰੋ। ਔਰ ਕਿਉਂਕਿ ਜ਼ਿੰਦਗੀ ਵਿਰੋਧਾਭਾਸ ਤੇ ਚੱਲਦੀ ਹੈ। ਬਿਲਕੁਲ। ਇਹ ਜਿਹੜਾ ਲੋਕਡਾਊਨ ਹੋਇਆ, ਜਿਸ ਕਿਸਮ ਦੀ ਮਹਾਮਾਰੀ ਚ ਅਸੀਂ ਤਾਲਾਬੰਦੀ ਚ ਜੀ ਹੈ, ਇਹਦੇ ਵਿੱਚ ਸਾਨੂੰ ਇਹ ਮੈਸੇਜ ਵੀ ਮਿਲਦਾ ਵੀ ਅਸੀਂ ਭੱਜ ਕਾਹਦੇ ਲਈ ਰਹੇ ਹਾਂ, ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਸਾਨੂੰ ਹਫੜਾ ਦਫੜੀ ਕਾਹਦੀ ਮੱਚੀ ਹੋਈ ਹੈ। ਕਿਤੇ ਇਹ ਵੀ ਲੱਗਦਾ ਕਿ ਨਹੀਂ, ਰੁਕੋ, ਥੋੜਾ ਠਹਿਰੋ। ਇਹਦੇ ਵਿੱਚ ਉਹ ਡਾਇਲੌਗ ਸੀ ਕਿ ਸੁਪਨਾ ਦੇਖੋ, ਮੈਂ ਉੱਡ ਰਹੀ ਹਾਂ, ਤੁਸੀਂ ਵੀ ਉੱਡ ਕੇ ਦੇਖੋ। ਇਹ ਕਿਤੇ ਇਨਸਾਨ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਬਾਹਰ ਨਿਕਲਣ ਦਾ ਸੰਦੇਸ਼ ਤੇ ਨਹੀਂ ਹੈ, ਪੈਗਾਮ ਤੇ ਨਹੀਂ ਹੈ ਇਹ। ਬਿਲਕੁਲ ਪੈਗਾਮ ਸ਼ਾਇਦ ਹੋ ਸਕਦਾ ਹੈ ਕਿ ਇਹ ਹੁਣ ਰਾਈਟਰ ਦੀ ਆਪਣੀ ਸੋਚ ਹੈ ਕਿ ਉਹਨਾਂ ਨੇ ਕੀ ਸੋਚ ਕੇ ਲਿਖਿਆ, ਤੇ ਅਸੀਂ ਕੀ ਹੁੰਦਾ ਕਿ ਅਸੀਂ ਤੇ ਉਹਨਾਂ ਦੇ ਮਤਲਬ ਆਪਣੇ ਤਰੀਕੇ ਨਾਲ ਵੀ ਕੱਢ ਸਕਦੇ ਹਾਂ। ਸਾਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਇਸੀ ਗੱਲ ਵਾਸਤੇ ਲਿਖਿਆ ਹੋਇਆ, ਇਹ ਮਤਲਬ ਹੋਵੇ ਉਹਨਾਂ ਦਾ, ਤੇ ਸਾਨੂੰ ਮਤਲਬ ਇਸ ਤਰ੍ਹਾਂ ਲੱਗਦਾ ਹੈਗਾ। ਤੇ ਜਿੱਥੋਂ ਤੱਕ ਸਰੀਨ ਸਾਹਿਬ ਦੀ ਗੱਲ ਹੈ ਕਿ ਮੈਲੋਡਰਾਮਾ ਇਹਦੇ ਵਿੱਚ ਸੀਗਾ, ਦਰਅਸਲ ਕੀ ਹੈ ਕਿ ਇਹਦੇ ਵਿੱਚ ਇਸ ਪਲੇ ਨੂੰ ਨਾ ਇੱਕ ਤਕਨੀਕੀ ਤੌਰ ਤੇ ਅਸੀਂ ਜਦੋਂ ਕਰਦੇ ਹਾਂ, ਇੱਕ ਐਬਸਰਡ ਪਲੇ ਵੀ ਮੰਨ ਸਕਦੇ ਹਾਂ। ਐਬਸਰਡ ਪਲੇ ਹੁੰਦਾ ਨਾ, ਅਸੀਂ ਤਕਨੀਕੀ ਤੌਰ ਤੇ ਉਹਨੂੰ ਐਬਸਰਡ ਵੀ ਮੰਨ ਸਕਦੇ ਹਾਂ। ਤੇ ਜਦੋਂ ਐਬਸਰਡ ਮੰਨਦੇ ਹਾਂ ਤੇ ਉਹਦੇ ਵਿੱਚ ਮਤਲਬ ਅਸੀਂ ਕਈ ਤਰ੍ਹਾਂ ਦੇ ਐਬਸਰਡ ਹੁੰਦੇ ਨੇ, ਜਿਹਦੇ ਵਿੱਚ ਕਈ ਵਾਰੀ ਮੈਲੋਡਰਾਮਾ ਵੀ ਕਰਨਾ ਪੈਂਦਾ ਹੈ। ਔਰ ਇਹ ਨਾਟਕ ਵੀ ਕੁਝ ਏਦਾਂ ਦਾ ਹੀ ਸੀਗਾ। ਇਹਦੇ ਅਲੱਗ-ਅਲੱਗ ਸੁਪਨੇ ਹੈਗੇ ਨੇ, ਅਲੱਗ-ਅਲੱਗ ਰੰਗ ਹੈਗੇ ਨੇ ਸੁਪਨਿਆਂ ਦੇ। ਨਾ ਰੰਗਾਂ ਨੂੰ ਕਦੀ ਅਸੀਂ ਮੈਲੋਡਰਾਮਾ ਵਿੱਚ ਮੈਂ ਉਹਨੂੰ ਐਕਟਰਾਂ ਕੋਲੋਂ ਕਰਵਾ ਰਿਹਾ, ਤੇ ਕਦੀ ਰੀਅਲਿਸਟਿਕ ਵੀ ਕਰਵਾ ਰਿਹਾ। ਤੁਸੀਂ ਦੇਖਿਆ ਹੋਏਗਾ ਰੀਅਲਿਸਟਿਕ ਐਕਸਪੈਰੀਮੈਂਟ ਕਰਦੇ। ਹਾਂ, ਇਹਨੂੰ ਟੋਟਲੀ ਐਕਸਪੈਰੀਮੈਂਟਲ ਕਰ ਸਕਦੇ ਹਾਂ। ਔਰ ਹੁਣ ਮੈਂ ਇਸੀ ਪਲੇ ਨੂੰ ਇੱਕ ਵੱਡੀ ਪ੍ਰੋਡਕਸ਼ਨ ਦੇ ਤੌਰ ਤੇ ਤਿਆਰ ਕਰ ਰਿਹਾ ਹਾਂ, ਜਿਸ ਵਿੱਚ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਮੈਂ ਇਸ ਨਾਟਕ ਨੂੰ ਇੱਕ ਬੈਲੇ ਰੂਪ ਵਿੱਚ ਮਤਲਬ ਮੈਂ ਤਿਆਰੀ ਕਰ ਰਿਹਾ, ਮੈਂ ਬੈਲੇ ਰੂਪ ਵਿੱਚ ਪੇਸ਼ ਕਰਾਂ ਤੇ ਤਾਂ ਕਿ ਇਹਦਾ ਹੋਰ ਵੀ ਕੁਝ ਸਟਾਈਲ ਨਿਕਲ ਕੇ ਆਏਗਾ। ਗੁਰਦੀਪ ਜੀ, ਕਿਉਂਕਿ ਜਿਹੜੀ ਪੇਸ਼ਕਾਰੀ ਹੈ, ਉਹ ਜਿਸ ਕਿਸਮ ਦੇ ਮੈਨੂੰ ਸਵਾਲ ਆ ਰਹੇ ਨੇ, ਸਵਾਲ ਬਹੁਤ ਸਾਰੇ ਆ ਰਹੇ ਨੇ,
ਇਹਦੇ ਹਾਂਜੀ, ਤੋਂ ਇੱਕ ਬਿਲਕੁਲ। ਚੀਜ਼ ਤਾਂ ਕਲੀਅਰ ਹੁੰਦੀ ਹੈ ਕਿ ਜਿਹੜੀ ਪੇਸ਼ਕਾਰੀ, ਜਿਹੜੀ ਪ੍ਰੈਜੈਂਟੇਸ਼ਨ ਜਾਂ ਜਿਹੜੀ ਜੀ। ਕਹਾਣੀ ਜਾਂ ਜਿਹੜੀ ਸਕ੍ਰਿਪਟ ਸਵਾਲ ਛੱਡਦੀ ਹੋਵੇ, ਇੱਕ ਤਾਂ ਉਹ ਕਾਮਯਾਬ ਹੁੰਦੀ ਹੈ, ਇਹ 'ਚ ਤਾਂ ਕੋਈ ਦੋ ਰਾਏ ਨਹੀਂ। ਜਦੋਂ ਜੀ, ਜੀ। ਬਹੁਤ ਸਾਰੇ ਸਵਾਲ ਹੋਣ ਤੇ ਉਸਦੇ ਅਲੱਗ-ਅਲੱਗ ਸ਼ੇਡਸ ਹੋਣ, ਤੇ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਵਾਲ ਵੀ ਪੁੱਛਿਆ, ਤੁਹਾਨੂੰ ਐਪਰੀਸ਼ੀਏਸ਼ਨ ਵੀ ਕੀਤੀ ਹੈ, ਔਰ ਮਿਹਰਬਾਨੀ। ਹਾਂ ਔਰ ਬਹੁਤ ਸਾਰੇ ਦੂਰੋਂ ਕੁਝ ਇੱਕ ਪਰਸਨ ਤੇ ਸਾਡੇ ਕੁਲਦੀਪ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਥਾਈਲੈਂਡ ਤੋਂ ਇਹ ਚੀਜ਼ਾਂ ਤੁਹਾਨੂੰ ਦੇਖ ਰਿਹਾ ਹੈਗਾ ਜੀ, ਜੀ। ਇਸ ਚੀਜ਼ ਨੂੰ। ਔਰ ਸੋਹਣੀ ਪੇਸ਼ਕਾਰੀ ਬਾਰੇ ਤੇ ਬਹੁਤ ਸਾਰੇ ਜਿਹੜੇ ਲੋਕਾਂ ਨੇ, ਆਪਣੇ ਦੋਸਤਾਂ ਨੇ, ਸਾਡੇ ਨਾਲ ਜੁੜੇ ਜਿਹੜੇ ਸਾਡੇ ਪਾਠਕ ਨੇ ਜਾਂ ਜਿਹੜੇ ਸਾਡੇ ਦਰਸ਼ਕ ਨੇ, ਮੈਂ ਸਾਰਿਆਂ ਦੇ ਨਾਂ ਤੇ ਮੈਨੂੰ ਨਹੀਂ ਲੱਗਦਾ ਮੈਂ ਲੈ ਸਕਦਾ, ਲੇਕਿਨ ਫਿਰ ਵੀ ਇੱਕ ਲੰਬੀ ਲਿਸਟ ਹੈ। ਔਰ ਉਹਦੇ ਵਿੱਚ ਤੁਹਾਡੀ ਇਸ ਪੇਸ਼ਕਾਰੀ ਨੂੰ ਗੁਰਦੀਪ ਜੀ ਕਾਫੀ ਸਰਾਹਿਆ ਗਿਆ, ਔਰ ਜਿਸ ਕਿਸਮ ਦੀ ਕਲੈਰਿਟੀ ਹੈ ਉਹਦੇ ਵਿੱਚ, ਸਬਦੀਸ਼ ਭਾਜੀ ਹੋਰੀ ਵੀ ਕਹਿ ਰਹੇ ਨੇ ਕਿ ਸਕ੍ਰਿਪਟ ਬਹੁਤ ਸੋਹਣੀ ਹੈਗੀ ਹੈ ਇਹਦੇ ਵਿੱਚ, ਔਰ ਉਹ ਸੁਖਵਿੰਦਰ ਹੋਰੀ ਕਹਿ ਰਹੇ ਨੇ ਕਿ ਬਹੁਤ ਸੋਹਣੀ ਤੁਹਾਡੀ ਪਰਫਾਰਮੈਂਸ ਹੈ। ਔਰ ਵਿੱਚ ਤੁਸੀਂ ਵੀ ਜਦੋਂ ਪੇਸ਼ਕਾਰੀ ਚੱਲ ਰਹੀ, ਤੁਸੀਂ ਵੀ ਰਿਪਲਾਈ ਕਰ ਰਹੇ ਸੀਗੇ ਉਹਨਾਂ ਮੈਂ ਨੂੰ। ਬਿਲਕੁਲ ਕਰ ਰਿਹਾ ਹਾਂ, ਸੀ। ਅਮਰਜੀਤ ਕੋਹਲੀ ਸਾਹਿਬ ਕਹਿ ਰਹੇ ਨੇ ਕਿ ਦੋਵੇਂ ਜਿਹੜੇ ਬੱਚੇ ਕਰ ਰਹੇ ਸੀ ਐਕਟਰ ਬਹੁਤ ਅੱਛੇ ਨੇ, ਮਾਸ਼ਾਅੱਲਾ ਅੱਗੇ ਤੱਕ ਜਾਣਗੇ। ਔਰ ਬਬਲੀ ਮੈਮ ਨੇ ਕਿਹਾ ਕਿ ਤੁਸੀਂ ਕਿਉਂ ਨਹੀਂ ਇਹਦੇ ਵਿੱਚ ਪਲੇ ਕੀਤਾ ਹੈਗਾ, ਤੇ ਤੁਸੀਂ ਉਹ ਰਿਪਲਾਈ ਮੇਰੇ ਖਿਆਲ ਚ ਕਰ ਦਿੱਤਾ ਸੀਗਾ ਕਿ ਇਹ ਯੰਗ ਬੱਚਿਆਂ ਦਾ ਜਿਹੜਾ ਹੈਗਾ ਉਹ ਪਲੇਟਫਾਰਮ ਹੈਗਾ ਇਸ ਦੇਖੋ ਜੀ, ਸਕ੍ਰਿਪਟ। 1 ਮਿੰਟ, ਬਬਲੀ ਜੀ ਨੇ ਜੋ ਕਿਹਾ ਨਾ, ਹੂੰ ਉਹ ਜਿਸ ਟਾਈਮ ਪਿਓ ਯੰਗ ਸੀਗਾ, ਆਈ ਮੀਨ ਮੈਂ ਯੰਗ ਸੀਗਾ, ਤੇ ਮੈਂ ਕੀਤਾ ਸੀ ਉਸ ਰੋਲ। ਅੱਜ ਮੇਰਾ ਬੇਟਾ ਯੰਗ ਹੈ ਤੇ ਉਹ ਕਰ ਰਿਹਾ ਹੈ। ਮੇਰੇ ਖਿਆਲ ਚ ਇਸ ਪਲੇ ਦੇ ਵਿੱਚ ਵੀ ਇੱਕ ਜਨਰੇਸ਼ਨ ਦੀ ਜਰਨੀ ਹੈਗੀ ਹੈ, ਇੱਕ ਯਾਤਰਾ ਹੈਗੀ। ਬਿਲਕੁਲ। ਔਰ ਹੈਰਾਨੀ ਹੋਏਗੀ ਤੁਹਾਨੂੰ ਸੁਣ ਕੇ ਕਿ ਮੇਰਾ ਬੇਟਾ ਜਦੋਂ ਬਹੁਤ ਛੋਟਾ ਹੁੰਦਾ ਸੀ ਤੇ ਚਿਲਡਰਨ ਥੀਏਟਰ ਵਰਕਸ਼ਾਪਾਂ 'ਚ ਕਰਦਾ ਸੀ ਮੇਰੇ ਨਾਲ, ਤੇ ਮੇਰਾ ਖਿਆਲ ਜਵਾਨੀ ਵਿੱਚ ਆ ਕੇ ਇਹ ਉਹਦੀ ਪਹਿਲੀ ਪਰਫਾਰਮੈਂਸ। ਤੇ ਜੀਤੂ ਸ਼ਰਮਾ ਜੀ ਵੀ ਕਹਿ ਰਹੇ ਨੇ ਕਿ ਸਾਨੂੰ ਪੁਰਾਣੇ ਦਿਨਾਂ ਦੀਆਂ ਜਿਹੜੀਆਂ ਯਾਦਾਂ ਹੈਗੀਆਂ ਨੇ ਉਹ ਤਾਜ਼ਾ ਹੋ ਗਈਆਂ ਨੇ। ਬਿਲਕੁਲ, ਹਾਂ। ਜੀਤੂ ਸ਼ਰਮਾ ਜਿਹੜਾ ਉਹ ਮੇਰਾ ਅਜ਼ੀਜ਼ ਹੈ, ਉਹ ਮੈਨੂੰ ਅਸਿਸਟ ਵੀ ਕਰਦਾ ਰਿਹਾ ਬਹੁਤ ਟਾਈਮ, ਹੁਣ ਇੰਡੀਪੈਂਡੈਂਟ ਵੀ ਕਾਫੀ ਕੰਮ ਕਰਦਾ ਹੈ, ਕਿਉਂਕਿ ਉਹਨਾਂ ਨੇ ਸਾਡੀਆਂ ਚੰਗੀਆਂ ਯਾਦਾਂ, ਅਸੀਂ ਬੜੇ ਸਾਲ ਇਕੱਠੇ ਰਹੇ। ਉਹਨਾਂ ਨੇ ਲਿਖਿਆ, ਸਰ ਅੱਜ ਗੁਰੂ ਚੇਲੇ ਦੀ ਜਿਹੜੀ ਪਰੰਪਰਾ, ਅੱਜ ਵੈਸੇ ਵੀ ਗੁਰਪੂਰਨਿਮਾ ਹੈਗੀ ਹੈ। ਹਾਂਜੀ, ਬਿਲਕੁਲ। ਮੈਂ ਇਹਦੇ ਬਾਰੇ ਅਗਰ ਤੁਸੀਂ ਇਜਾਜ਼ਤ ਦਿਓ ਤੇ ਮੈਂ ਆਪਣੇ ਜਿਨ੍ਹਾਂ ਨੂੰ ਮੈਂ ਗੁਰੂਆਂ ਦੇ ਤੌਰ ਤੇ ਜਾਂ ਉਸਤਾਦਾਂ ਦੇ ਤੌਰ ਅੱਜ ਬਹਾਨੇ ਨਾਲ ਯਾਦ ਕਰ ਸਕਦੇ। ਬਿਲਕੁਲ, ਇਹ ਮੇਰੇ ਕੋਲ ਬਹਾਨਾ ਕੀ ਕਰ, ਮੈਂ ਵੈਸੇ ਹੀ ਯਾਦ ਕਰਦਾ, ਲੇਕਿਨ ਇਹ ਇੱਕ ਲੋਕਾਂ ਦੇ ਸਾਹਮਣੇ ਕਬੂਲ ਕਰਨ ਦਾ ਜਿਹੜਾ ਇੱਕ ਪਲੇਟਫਾਰਮ ਮੈਨੂੰ ਮਿਲਿਆ। ਮੇਰੀ ਜਰਨੀ ਜਦੋਂ ਸਟਾਰਟ ਹੋਈ, ਮੈਂ ਤੁਹਾਨੂੰ ਦੱਸ ਚੁੱਕਾ ਕਿ ਦਲਜੀਤ ਸਚਦੇਵਾ ਜੀ ਇਸ ਟਾਈਮ ਇਗਨੋ ਵਿੱਚ ਪ੍ਰੋਫੈਸਰ ਨੇ, ਉਹ ਮੇਰੇ ਪਹਿਲੇ ਉਸਤਾਦ ਸਨ। ਤੇ ਉਸ ਤੋਂ ਬਾਅਦ NSD ਦੇ ਬੱਚਿਆਂ ਦੀਆਂ ਜਿਹੜੀਆਂ ਟਾਈ ਟੀਮ ਹੈਗੀ ਸੀ, ਉਹਦੇ ਵਿੱਚ ਅਜੇ ਮਨਚੰਦਾ ਉਮਰ ਤੋਂ ਮੇਰੇ ਛੋਟੇ ਸਨ, ਹਾਲਾਂਕਿ ਪਹਿਲੇ ਉਹਨਾਂ ਨੇ ਮੇਰੀ ਡਾਇਰੈਕਸ਼ਨ ਵਿੱਚ ਕੰਮ ਕੀਤਾ, ਲੇਕਿਨ ਬਾਅਦ ਵਿੱਚ ਮੈਂ ਉਹਨਾਂ ਦੇ ਨਾਲ ਕਈ ਨਾਟਕ ਕੀਤੇ ਤੇ ਅਜੇ ਮਨਚੰਦਾ ਕੋਲੋਂ ਮੈਂ ਬਹੁਤ ਕੁਝ ਸਿੱਖਿਆ, ਹਾਲਾਂਕਿ ਉਮਰੋਂ ਮੇਰੇ ਤੋਂ ਛੋਟਾ ਸੀ। ਔਰ ਉਸ ਤੋਂ ਬਾਅਦ ਕਮਲ ਵਿਦਰੋਹੀ ਸਾਹਿਬ, ਸ਼ਾਂਤੀ ਸਰੂਪ ਕਾਲਰਾ ਜੀ ਨੇ, ਗੁਰਸ਼ਰਨ ਭਾਜੀ ਔਰ ਜੈਨ ਕੌਸ਼ਲ ਜੀ, ਔਰ ਜਿਹੜਾ ਸਭ ਤੋਂ ਵੱਡਾ ਨਾਮ ਹੈਗਾ ਉਹ ਤੇ ਚਰਨਦਾਸ ਸਿੱਧੂ ਜੀ। ਵਾਹ। ਔਰ ਇਹਦੇ ਵਿੱਚ ਗੁਰਦੀਪ ਜੀ, ਮੈਂ ਨਾਲ ਸਾਡੇ ਦਰਸ਼ਕਾਂ ਦੇ ਜਿਹੜੇ ਉਹ ਸਵਾਲ ਵੀ ਮੈਂ ਲੈ ਲਵਾਂ। ਜੀ। ਜਪਨ ਸਿੰਘ ਕਹਿ ਰਹੇ ਨੇ ਕਿ ਡਿੰਪੀ ਹੋਰਾਂ ਦੀ ਜਿਹੜੀ ਐਕਟਿੰਗ ਆ ਉਹ ਮਾਈਂਡ ਬਲੋਇੰਗ, ਬਹੁਤ ਸੋਹਣੀ ਸੀਗੀ, ਔਰ ਸਕ੍ਰਿਪਟ ਵੀ ਸੋਹਣੀ ਹੈ। ਗੁਰਮੀਤ ਕੌਰ ਹੋਰੀ ਕਹਿ ਰਹੇ ਨੇ ਕਿ ਔਸਮ ਪਰਫਾਰਮੈਂਸ ਆ। ਹਰਮਿੰਦਰ ਸਿੰਘ ਹੋਰੀ ਕਹਿ ਰਹੇ, ਗੁਰਦੀਪ ਵੀਰ ਜੀ ਸਿੱਖੀ ਤੇ ਵੀ ਇੱਕ ਅੱਛਾ ਪਲੇ ਤਿਆਰ ਕਰੋ, ਸਿੱਖੀ ਦਾ ਪਲੇ ਜ਼ਰੂਰ ਤਿਆਰ ਕਰੋ। ਦੇਖੋ ਜੀ, ਪਲੇ ਤੇ ਪਲੇ ਹੈਗੇ ਨੇ, ਨਾਟਕ ਤੇ ਨਾਟਕ ਹੈਗਾ, ਚਾਹੇ ਉਹ ਸਿੱਖੀ ਬਾਰੇ ਹੋਵੇ ਜਾਂ ਕਿਸੇ ਬਾਰੇ ਹੋਵੇ, ਉਹ ਤੁਹਾਨੂੰ ਕੋਈ ਨਾ ਕੋਈ ਸਿੱਖਿਆ ਦੇ ਕੇ ਹੀ ਜਾਂਦਾ ਹੈ। ਤੇ ਸਿੱਖਿਆ ਜਿਹੜਾ ਉਹ ਸਿੱਖੀ ਦਾ ਨਾਮ ਸਿੱਖਿਆ। ਤੇ ਹਾਂ, ਦੂਸਰੀ ਗੱਲ ਹੋਰ ਹੈ, ਔਰ ਇੱਕ ਚੀਜ਼ ਹੋਰ ਵੀ ਹੈ ਸਿੱਖੀ ਬਾਰੇ ਵੀ ਮੈਂ ਤੁਹਾਨੂੰ ਦੱਸਾਂ। ਮੇਰੀ ਅੱਜ ਕੱਲ ਇੱਕ ਪ੍ਰੋਡਕਸ਼ਨ ਹੈਗੀ ਹੈ ਜਿਹੜੀ ਮੈਂ ਪਿਛਲੇ ਕਈ 3-4 ਸਾਲਾਂ ਤੋਂ ਕਰ ਰਿਹਾ ਵਾਂ, ਔਰ ਉਹਦੇ ਕਈ ਸ਼ੋਅ ਹੋ ਗਏ ਨੇ ਔਰ ਕਈ ਸ਼ੋਅ ਹੋਰ ਵੀ ਮਿਲੇ ਹੋਏ ਮੈਨੂੰ। ਉਹ ਹੈਗਾ ਡਾਕਟਰ ਭਾਈ ਵੀਰ ਸਿੰਘ ਹੋਰਾਂ ਦਾ ਇੱਕ ਨਾਵਲ ਹੈ, ਵਿਜੈ ਸਿੰਘ। ਉਸ ਵਿਜੈ ਸਿੰਘ ਦੇ ਮੈਂ ਅਡਾਪਟ ਕੀਤਾ, ਅਡਾਪਟੇਸ਼ਨ ਮੈਂ ਹੀ ਕੀਤਾ ਉਹਦਾ। ਉਹ ਇੱਕ 2 ਘੰਟੇ ਦੀ ਪੇਸ਼ਕਾਰੀ ਜਿਹੜੀ ਹੈ ਉਹ ਇੱਕ ਬੜੀ ਵੱਡੀ, ਉਹ ਵੀ ਸਿੱਖ ਇਤਿਹਾਸ ਦੇ ਉੱਤੇ ਹੈ। ਜੀ ਹਾਂ, ਉਹ ਸਿੱਖ
ਐਕਚੁਅਲੀ ਇਹ ਕਿਹਾ ਜਾਣਾ ਕਿ ਉਹ ਸਿੱਖ ਇਤਿਹਾਸ ਤੇ ਜਾਂ ਧਾਰਮਿਕ ਹੈ, ਮੈਂ ਨਹੀਂ ਸਮਝਦਾ ਕਿ ਉਹ ਜਾਇਜ਼ ਹੈ, ਕਿਉਂਕਿ ਉਹ ਉਸ ਵੇਲੇ ਦੀ ਕਹਾਣੀ ਹੈ, ਜਿਸ ਟਾਈਮ 1750-60 ਦੇ ਵੇਲੇ ਦੀ ਕਹਾਣੀ ਹੈ, ਜਦੋਂ ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹ ਹਮਲੇ ਕਰਦਾ ਤੇ ਉਸ ਟਾਈਮ ਮਤਲਬ ਪੰਜਾਬ ਵਿੱਚ ਪੰਜਾਬੀਆਂ ਦਾ ਕੀ ਹਾਲ ਹੈ। ਨੋ ਡਾਊਟ ਕਿ ਉਸ ਵਿੱਚ ਸਭ ਤੋਂ ਵੱਡਾ ਰੋਲ ਸਿੱਖਾਂ ਦਾ ਸੀ ਉਸ ਟਾਈਮ, ਜਿਨ੍ਹਾਂ ਨੇ ਪੰਜਾਬ ਨੂੰ ਸੰਭਾਲੀ ਰੱਖਿਆ। ਤੇ ਇਹ ਪੰਜਾਬ ਦੀ ਹਾਲਾਤ ਨੂੰ ਪੇਸ਼ ਕਰਦਾ ਹੈ। ਇਹਨੂੰ ਧਾਰਮਿਕ ਕਹਿਣਾ ਜਾਂ ਸਿੱਖੀ ਨਾਲ ਜੁੜਿਆ ਪਲੇ ਕਹਿਣਾ ਗਲਤ। ਹੁਣ ਜ਼ਾਹਿਰ ਜੀ ਗੱਲ ਹੈ, ਪੰਜਾਬ ਸਿੱਖੀ ਨਾਲ ਜੁੜਿਆ ਹੋਇਆ ਤਾਂ ਹੈ ਹੀ ਹੈ ਨਾ, ਤੇ ਉਹ ਮੇਰੀ ਪ੍ਰੋਡਕਸ਼ਨ ਹੈਗੀ ਹੈ ਜਿਹੜੀ ਮੈਂ ਬਾਹਰ ਕਈ ਸ਼ੋਅ ਕਰ ਚੁੱਕਾ ਹਾਂ, ਅਜੇ ਵੀ ਤਿਆਰ। ਅੱਛਾ ਗੁਰਦੀਪ ਜੀ, ਸਰਬਜੀਤ ਸਿੰਘ ਅਰੋੜਾ ਜੀ ਪੁੱਛ ਰਹੇ ਨੇ ਕਿ ਗੁਰਦੀਪ ਜੀ ਤੁਸੀਂ ਬੜੇ ਲੰਬੇ ਅਰਸੇ ਤੋਂ ਦਿੱਲੀ ਦੇ ਪੰਜਾਬੀ ਰੰਗਮੰਚ ਦਾ ਹਿੱਸਾ ਰਹੇ ਹੋ, ਔਰ ਉਹ ਤੁਹਾਨੂੰ ਕਾਫੀ ਅਰਸੇ ਤੋਂ, ਬਹੁਤ ਪਹਿਲਾਂ ਤੋਂ ਹੀ ਦੇਖਦੇ ਆ ਰਹੇ ਨੇ। ਕੀ ਵਜ੍ਹਾ ਹੈ ਕਿ ਅੱਜ ਦੇ ਦੌਰ 'ਚ ਜਿਹੜੇ ਸੈਮੀਨਾਰ ਵੈਬੀਨਾਰ ਹੁੰਦੇ ਨੇ ਉਹਦੇ 'ਚ ਅਕਸਰ ਤੁਹਾਡਾ ਜ਼ਿਕਰ ਤੇ ਚੱਲਦਾ ਹੈ, ਪਰ ਤੁਸੀਂ ਆਪ ਨਹੀਂ ਸ਼ਾਮਲ ਹੁੰਦੇ? ਉਹਨਾਂ ਨੂੰ ਇਹ ਸ਼ਿਕਵਾ ਤੁਹਾਡੇ ਤੋਂ, ਵੈਸੇ ਅੱਜ ਸ਼ਾਮਲ ਤੇ ਹੋ ਹੀ ਗਏ ਹੋ ਤੁਸੀਂ। ਸਰਬਜੀਤ ਸਿੰਘ ਪਹਿਲੇ ਦਿੱਲੀ ਵਿੱਚ ਥੀਏਟਰ ਕਰਦੇ ਰਹੇ ਨੇ, ਮੇਰੇ ਨਾਲ ਵੀ ਥੀਏਟਰ ਕਰਦੇ ਰਹੇ ਨੇ, ਔਰ ਇਹ ਚੀਜ਼ ਮੈਂ ਸਰਬਜੀਤ ਕੋਲੋਂ ਸਿੱਖੀ, ਜਿਹੜੀ ਅੱਜ ਗੁਰੂ ਪੂਰਨਿਮਾ ਤੇ ਮੈਂ ਆਪਣੇ ਉਸਤਾਦਾਂ ਨੂੰ ਜਿਹੜੇ ਉਸਤਾਦਾਂ ਨੂੰ ਮੈਂ ਆਪਣਾ ਇੱਕ ਆਪਣੇ ਸ਼ਰਧਾ ਦੇ ਫੁੱਲ ਦੇ ਰਿਹਾ ਵਾਂ। ਔਰ ਐਕਚੁਅਲੀ ਸਰਬਜੀਤ ਸਿੰਘ ਆਪਣੇ ਖੁਦ ਜਿੰਨੇ ਵੀ ਵੈਬੀਨਾਰ ਹੁੰਦੇ ਨੇ ਜਾਂ ਮੀਟਿੰਗਾਂ ਹੁੰਦੀਆਂ ਉਹਦੇ ਚ ਖੁਦ ਕਹਿੰਦੇ ਨੇ ਕਿ ਗੁਰਦੀਪ ਸੇਹਰਾ ਜੀ ਨੂੰ ਮੈਂ ਆਪਣੇ ਇੱਕ ਉਸਤਾਦਾਂ ਦੇ ਰੂਪ ਵਿੱਚ ਦੇਖਦਾ ਹਾਂ। ਖੈਰ ਸਰਬਜੀਤ ਹੋਰਾਂ ਨੇ ਜਿਹੜਾ ਸਵਾਲ ਪੁੱਛਿਆ ਹੈਗਾ ਉਹਦਾ ਜਵਾਬ ਇਹ ਹੈਗਾ ਕਿ ਡਾਕਟਰ ਚਰਨਦਾਸ ਸਿੱਧੂ ਜੀ ਸਨ 82 ਤੋਂ ਦਿੱਲੀ ਵਿੱਚ ਥੀਏਟਰ ਕਰਦੇ ਰਹੇ ਜਦ ਤੱਕ ਉਹ ਜ਼ਿੰਦਾ ਰਹੇ, ਔਰ ਬੜੇ ਸ਼ਾਨ ਨਾਲ ਉਹਨਾਂ ਨੇ ਸਾਰਾ ਡਰਾਮਾ ਸੰਭਾਲੀ ਰੱਖਿਆ ਔਰ ਪੂਰੇ ਆਪਣੇ ਕੰਧਿਆਂ ਤੇ ਸੰਭਾਲੀ ਰੱਖਿਆ। ਅਸੀਂ ਉਹ ਸਾਰੇ ਉਹਨਾਂ ਨੂੰ ਬਾਬਾ ਬੋੜ ਕਹਿੰਦੇ ਆ। ਨੋ ਡਾਊਟ ਕਿ ਉਹ ਪੰਜਾਬੀ ਨਾਟਕਕਾਰਾਂ ਵਿੱਚੋਂ ਸ਼ੇਕਸਪੀਅਰ, ਲੇਕਿਨ ਉਹਨਾਂ ਦੇ ਨਾਲ ਨਾਲ ਮੈਂ ਬੇਸ਼ੱਕ ਉਹ ਕਾਲਜ ਡਰਾਮਾ ਸੁਸਾਇਟੀ ਉਹਨਾਂ ਦੇ ਗਰੁੱਪ ਵਿੱਚ ਮੈਂ ਐਕਟਿੰਗ ਕਰਦਾ ਰਿਹਾ, ਲੇਕਿਨ ਉਹਨਾਂ ਦੇ ਨਾਲ ਨਾਲ ਮੈਂ ਦਿੱਲੀ ਵਿੱਚ ਉਹਨਾਂ ਦੇ ਨਾਲ ਨਾਲ ਦਿੱਲੀ ਦੇ ਵਿੱਚ ਲਗਾਤਾਰ ਥੀਏਟਰ ਕਰਦਾ ਰਿਹਾ। ਤੁਸੀਂ ਇਹ ਦੇਖੋ ਕਿ 2003 ਤੱਕ 1985-86 ਤੋਂ ਲੈ ਕੇ 2003 ਤੱਕ ਮੈਂ 14 ਨਾਟਕ ਪੰਜਾਬੀ ਦੇ ਕਰ ਚੁੱਕਾ ਸੀ। ਵਾਹ। ਪੰਜਾਬੀ ਦੇ ਅਗਰ ਮੈਂ ਮੈਂ ਟੋਟਲ 50 ਨਾਟਕ ਕਰ ਚੁੱਕਾ ਹਾਂ ਜੀ, 50 ਨਾਟਕ ਹਿੰਦੀ ਪੰਜਾਬੀ ਦੇ ਮਿਲਾ ਕੇ, ਜਿਹਦੇ ਵਿੱਚੋਂ 25 ਕੁ ਨਾਟਕ ਪੰਜਾਬੀ ਦੇ ਹੈਗੇ, ਜਿਹਦੇ ਵਿੱਚੋਂ 14 ਨਾਟਕ ਮੇਰਾ ਪੰਜਾਬੀ ਅਕੈਡਮੀ ਵਾਸਤੇ ਕੀਤੇ ਨੇ। ਤੇ ਤੁਸੀਂ ਕੀ ਸਮਝਦੇ ਹੋ ਕਿ ਗੁਰਦੀਪ ਸੇਹਰਾ ਮਤਲਬ ਦੂਜੇ ਨੰਬਰ ਤੇ ਨਹੀਂ ਹੈ, ਲੇਕਿਨ ਉਹਦਾ ਜ਼ਿਕਰ ਨਹੀਂ ਆਇਆ। ਚਲੋ ਉਹ ਗੱਲ ਲੱਗ ਗਈ, ਕਿਸੇ ਨੇ ਨਹੀਂ ਕੀਤਾ। ਨਹੀਂ ਮੇਰਾ ਮੈਂ ਇਸ ਨੂੰ ਥੋੜਾ ਜਿਹਾ ਚੇਂਜ ਕਰਕੇ ਸਵਾਲ ਕਰਦਾ ਜੀ ਕਿ ਤੁਸੀਂ ਵਿੱਚੋਂ ਕਈ ਸਾਲ, ਮੇਰੇ ਖਿਆਲ ਚ 10-12 ਸਾਲ ਤੇ ਤੁਸੀਂ ਚੈਨਲ ਨਾਲ ਜੁੜੇ ਹੋ। ਤੁਸੀਂ ਆਪ ਹੀ ਕਿਹਾ ਵੀ ਮੈਂ 10 ਸਾਲ ਥੀਏਟਰ ਨਾਲ ਉਵੇਂ ਨਹੀਂ ਜੁੜਿਆ, ਦੇਖਦਾ ਜ਼ਰੂਰ ਸੀ ਪਰ ਮੈਂ ਕੀਤਾ ਨਹੀਂ ਹੈਗਾ। 2005 ਤੋਂ ਮੇਰਾ ਸਵਾਲ ਬਿਲਕੁਲ, ਮੈਂ ਤੁਹਾਡੇ ਤੋਂ ਸ਼ੁਰੂ ਤੋਂ ਇਜਾਜ਼ਤ ਲਈ ਸੀ ਕਿ ਮੈਂ ਰੰਗਮੰਚ ਦੇ ਹਵਾਲੇ ਨਾਲ ਜ਼ਿੰਦਗੀ ਦੇ ਮਸਲਿਆਂ ਦੀ ਗੱਲ ਕਰਾਂਗੇ ਤੇ ਜ਼ਿੰਦਗੀ ਦੇ ਹਵਾਲੇ ਨਾਲ ਰੰਗਮੰਚ ਦੀ। ਕਿਆ ਜ਼ਿੰਦਗੀ ਦੇ ਵਿੱਚ ਮੈਨੂੰ ਇਹ ਪਤਾ ਕਿ ਤੁਹਾਡੀ ਲਾਈਫ ਦੇ ਇਹਨਾਂ 10 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਉਤਰਾ ਚੜਾਏ ਆ, ਬਹੁਤ ਸਾਰੇ ਮਸਲਿਆਂ ਚੋਂ ਤੁਸੀਂ ਲੰਘੇ ਹੋ, ਫੈਮਿਲੀ ਦੇ ਰਿਸ਼ਤਿਆਂ ਦੇ ਮਸਲੇ ਦੇ ਵਿੱਚੋਂ, ਔਰ ਮੈਨੂੰ ਪਤਾ ਹੈ ਕਿ ਤੁਸੀਂ ਕਿਹੜੀ ਮਕਾਮ ਛੱਡ ਕੇ ਫਿਰ ਤੁਸੀਂ ਆਪਦੀ ਫੈਮਿਲੀ ਨੂੰ ਸੰਭਾਲਣ ਨੂੰ ਮੁੜੇ ਹੋ ਵਾਪਸ। ਮੇਰਾ ਸਵਾਲ ਇਹ ਹੈ ਕਿ ਜਦੋਂ ਅਸੀਂ ਰੰਗਮੰਚ ਕਰਦੇ ਹਾਂ ਕਿ ਜਿਹੜਾ ਇੱਕ ਰੰਗਮੰਚ ਸਾਨੂੰ ਸਿਖਾਉਂਦਾ ਹੈ ਜ਼ਿੰਦਗੀ ਦੀਆਂ ਇਹਨਾਂ ਲਹਿਰਾਂ ਨਾਲ ਲੜਨਾ, ਕਿਆ ਅਸੀਂ ਤਕੜੇ ਹੁੰਦੇ ਹਾਂ? ਰੰਗਮੰਚ ਸਾਨੂੰ ਸਟਰੋਂਗ ਕਰਦਾ? ਇਸ ਤੁਹਾਡੀ ਪਲੇ ਦੇ ਵਿੱਚ ਵੀ ਇੱਕ ਆਉਂਦਾ ਕਿ ਮੈਂ ਮਰ ਰਿਹਾ, ਮੈਂ ਫਾਂਸੀ ਲਵਾਂ ਕਿ ਉਹ ਸਾਰੀਆਂ ਚੀਜ਼ਾਂ, ਫਿਰ ਉਹ ਕਹਿੰਦੇ ਨਹੀਂ ਆਪਾਂ ਏਦਾਂ ਨਹੀਂ। ਤੁਹਾਨੂੰ ਕਿਤੇ ਅੰਦਰੋਂ ਤਾਕਤ ਦਿੰਦਾ ਰੰਗਮੰਚ ਵੀ? ਨਹੀਂ, ਅਸੀਂ ਹਾਲਾਤਾਂ ਨਾਲ ਵੀ ਲੜਨਾ ਜਿਵੇਂ ਸਾਡੇ ਕਿਰਦਾਰ ਲੜਦੇ। ਬਿਲਕੁਲ, ਰੰਗਮੰਚ ਹੀ ਤਾਕਤ ਦਿੰਦਾ ਹੈਗਾ, ਕਿਉਂਕਿ ਅਸੀਂ ਮੇਰਾ ਖਿਆਲ ਦੂਸਰਿਆਂ ਨਾਲੋਂ ਸ਼ਾਇਦ ਜ਼ਿਆਦਾ ਪੜ੍ਹਦੇ ਵੀ ਹਾਂ, ਦੂਸਰਿਆਂ ਦੀਆਂ ਜ਼ਿੰਦਗੀਆਂ ਨੂੰ ਜ਼ਿਆਦਾ ਪੜ੍ਹਦੇ ਹਾਂ। ਇੱਕ ਤਾਂ ਕਿਤਾਬਾਂ ਵੀ ਪੜ੍ਹਦੇ ਹਾਂ ਤੇ ਜ਼ਿੰਦਗੀਆਂ ਨੂੰ ਵੀ ਪੜ੍ਹਦੇ ਹਾਂ, ਤੇ ਸਾਨੂੰ ਜਿਉਂਦੇ ਵੀ ਆ ਜ਼ਿੰਦਗੀਆਂ ਨੂੰ, ਜਿਉਂਦੇ ਬਿਲਕੁਲ ਜਿਉਂਦੇ ਵੀ ਆ। ਸੋ ਉਹ ਲੜਨ ਦੀ ਹਿੰਮਤ ਮਿਲਦੀ ਹੈ ਸਾਨੂੰ, ਮਿਲਦੀ ਹੈ ਬਿਲਕੁਲ। ਮੈਂ 10 ਸਾਲ, ਮੈਂ 2005 ਤੋਂ ਲੈ ਕੇ 2015 ਤੱਕ ਮੈਂ ਟੈਲੀਵਿਜ਼ਨ ਚੈਨਲਾਂ ਵਿੱਚ ਹੈਡ ਦੇ ਤੌਰ ਤੇ ਜਾਂ ਪ੍ਰੋਗਰਾਮਿੰਗ ਹੈਡ ਦੇ ਤੌਰ ਤੇ ਵੀ ਰਿਹਾ ਹਾਂ। ਹਾਂ, ਮੈਂ ਮਿਲਿਆ ਤੁਹਾਨੂੰ ਉਹਨਾਂ ਦਿਨਾਂ ਚ, ਮੈਨੂੰ ਪਤਾ। ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਜੀ ਜ਼ੀ ਚ। ਤੇ ਬਲਵਿੰਦਰ ਜੀ, ਉਹ ਜਿਹੜੇ 10 ਸਾਲ ਸਨ, ਮੈਂ ਥੀਏਟਰ ਤੋਂ ਟੁੱਟਿਆ ਨਹੀਂ, ਫਿਰ ਵੀ ਮੈਂ ਦੇਖਣ ਜਾਂਦਾ ਰਿਹਾ ਲੇਕਿਨ ਕਰ ਨਹੀਂ ਸਕਿਆ।
ਹਾਲਾਂਕਿ ਇਸ ਦੌਰਾਨ ਚਲੋ ਖੈਰ ਉਹ ਤੇ ਪਰਸਨਲ ਗੱਲਾਂ ਕੋਈ ਨਹੀਂ, ਮੈਨੂੰ ਪਤਾ ਤੁਸੀਂ ਯੋਧੇ ਹੋ, ਤੁਸੀਂ ਹਿੰਮਤੀ ਹੋ, ਆਈ ਨੋ, ਮੈਨੂੰ ਪਤਾ, ਮੈਂ ਤੁਹਾਡੀ ਕਹਾਣੀ, ਮੈਨੂੰ ਇਸ ਗੱਲ ਦਾ ਪਤਾ। ਕਿਉਂਕਿ ਇਹ ਲਾਈਵ ਜਾ ਰਿਹਾ ਗੁਰਦੀਪ ਜੀ, ਵਿੱਚ ਹੋਰ ਵੀ ਸਵਾਲ ਆ ਰਹੇ ਨੇ। ਵਿਸ਼ਾਲ ਕੁਮਾਰ ਜੀ ਤੁਹਾਨੂੰ ਕਹਿ ਰਹੇ ਨੇ, ਸੁਰੇਸ਼ ਮਹਿਤਾ ਜੀ ਤੁਹਾਨੂੰ ਕਹਿ ਰਹੇ ਨੇ ਬਹੁਤ ਸੋਹਣੀ ਪੇਸ਼ਕਾਰੀ ਹੈ, ਗੁਰਮੀਤ ਕੌਰ, ਧੰਨਵਾਦ, ਅਨੀਤਾ ਸਬਦੀਸ਼ ਹੋਰੀ ਕਹਿ ਰਹੇ ਨੇ ਵੈਰੀ ਨਾਈਸ, ਔਰ ਡਾਕਟਰ ਕੁਲਵੀਰ ਹੋਰੀ ਕਹਿ ਰਹੇ ਨੇ ਬਹੁਤ ਅੱਛਾ ਤੁਸੀਂ ਇਹ ਪਰਫਾਰਮ ਕੀਤਾ। ਸੁਖਵਿੰਦਰ ਹੋਰੀ ਕਹਿ ਰਹੇ ਨੇ ਵੀ ਤੁਹਾਨੂੰ ਵੀ ਮੁਬਾਰਕਾਂ ਦੇ ਰਹੇ ਨੇ, ਔਰ ਜਿਹੜਾ ਮੁਹਿੰਮੀਆ ਮੰਚ ਹੈ ਉਹਨਾਂ ਨੂੰ ਵੀ ਕਾਂਗਰੇਟਸ ਕਹਿ ਰਹੇ ਨੇ। ਔਰ ਬੌਬੀ ਸਿੱਧੂ ਜੀ ਕਹਿ ਰਹੇ ਨੇ, ਬੌਬੀ ਸਿੱਧੂ ਜੀ ਮੈਨੂੰ ਕਹਿ ਰਹੇ ਨੇ ਕਿ ਬਲਵਿੰਦਰ ਜੀ ਤੁਸੀਂ ਵਧੀਆ ਮੰਚ ਚਲਾ ਰਹੇ ਹੋ। ਨਹੀਂ ਤਾਂ ਤੁਸੀਂ ਤਾਂ ਚਲੋ ਵਧੀਆ ਹੀ ਚਲਾਉਂਦੇ ਹੋ, ਕਿਆ ਵੋਕੈਬਲਰੀ ਹੈ ਤੁਹਾਡੀ। ਮੈਂ ਇੱਕ ਨਿੱਕੀ ਜਿਹੀ ਗੱਲ ਕਹਿਣਾ ਚਾਹਾਂ, ਟਾਈਮ ਹੋਵੇ ਤੇ। ਸੁਖ, ਹਾਂ ਪਲੀਜ਼। ਨਿੱਕੀ ਜਿਹੀ ਗੱਲ ਇਹ ਹੈਗੀ ਹੈ ਕਿ ਆਫਟਰ ਆਲ ਕੀ ਹੈ ਕਿ ਇੱਕ ਐਕਟਰ ਦੀ ਜਿਹੜੀ ਮੰਜ਼ਿਲ ਹੁੰਦੀ ਹੈ ਉਹ ਫਿਲਮਾਂ ਹੈ ਜਾਂ ਟੈਲੀਵਿਜ਼ਨ। ਤੇ ਮੈਂ ਵੀ ਖੁਸ਼ਕਿਸਮਤੀ ਨਾਲ ਮੈਂ ਵੀ ਇੱਕ ਆਪਣੇ ਪਰਸੋਂ ਸੁਦੇਸ਼ ਵਿੰਕਲ ਆਏ ਸਨ, ਸੁਦੇਸ਼ ਵਿੰਕਲ ਔਰ ਉਹਨਾਂ ਦੇ ਡਾਇਰੈਕਟਰ ਜਸਵੰਤ ਸਿੰਘ ਮਿੰਟੂ, ਪੰਜਾਬ ਦੇ ਬੜੇ ਸੋਹਣੇ ਡਾਇਰੈਕਟਰ ਨੇ, ਬਹੁਤ ਅੱਛੇ ਡਾਇਰੈਕਟਰ ਨੇ, ਜਿਨ੍ਹਾਂ ਦੀ ਫਿਲਮ ਮੇਰਾ ਸਵਾਲ ਸੀਗਾ ਤੁਹਾਡੇ ਫਿਲਮਾਂ ਬਾਰੇ, ਮੇਰਾ ਸਵਾਲ ਸੀ ਪੁੱਛਣਾ ਸੀਗਾ ਤੁਹਾਡੇ ਤੋਂ। ਚਲੋ ਮੈਂ ਤੁਹਾਡੇ ਕੋਲੋਂ ਖੋ ਲਿਆ। ਕੋਈ ਜਸਵੰਤ ਮਿੰਟੂ ਜੀ ਸਟੇਜ ਦੇ ਹੀ ਡਾਇਰੈਕਟਰ ਹੈਗੇ ਨੇ। ਉਹਨਾਂ ਦੀ ਫਿਲਮ ਪਹਿਲੇ ਵੀ ਇੰਟਰਨੈਸ਼ਨਲ ਅਵਾਰਡ ਹਾਸਲ ਕਰ ਚੁੱਕੀ ਹੈ, ਤੇ ਉਹ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ। ਸੁਦੇਸ਼ ਵਿੰਕਲ ਉਹਨੂੰ ਪ੍ਰੋਡਿਊਸ ਵੀ ਕਰ ਰਹੇ ਨੇ, ਤੇ ਨਾਲ ਮਨਦੀਪ ਕਈ ਨੇ। ਤੇ ਸੋ ਬਹੁਤ ਅੱਛਾ ਇੱਕ ਮੈਨੂੰ ਕੈਰੈਕਟਰ ਦਿੱਤਾ ਉਹਨਾਂ ਨੇ, ਬਹੁਤ ਮੇਜਰ ਕੈਰੈਕਟਰ ਹੈਗਾ। ਔਰ ਮੇਰੀ ਖੁਸ਼ਕਿਸਮਤੀ ਹੈ ਕਿ ਜਿਹੜੇ ਜਦੋਂ ਡਾਇਰੈਕਟਰ ਤੁਹਾਨੂੰ ਕਹਿੰਦਾ ਜੀ ਸੇਰਾ ਜੀ ਤੁਹਾਡਾ ਕੰਮ ਬਹੁਤ ਵਧੀਆ, ਹਾਲਾਂਕਿ ਮੈਂ ਇੱਕ ਸੀਨ ਦੇਖਿਆ ਨਹੀਂ ਆਪਣਾ ਕਦੀ ਵੀ, ਲੇਕਿਨ ਉਹ ਕਹਿ ਰਹੇ ਨੇ ਤੇ ਮੈਨੂੰ ਵਿਸ਼ਵਾਸ ਹੈ, ਕਿਉਂਕਿ ਇੱਕ ਅਵਾਰਡ ਵਿਨਿੰਗ ਡਾਇਰੈਕਟਰ ਕਹਿ ਰਿਹਾ ਤੇ ਮੈਨੂੰ ਵਿਸ਼ਵਾਸ ਹੈ। ਔਰ ਮੈਨੂੰ ਉਮੀਦ ਹੈ ਕਿ ਉਹ ਫਿਲਮ ਜਦੋਂ ਰਿਲੀਜ਼ ਹੋਏਗੀ ਤੇ ਪੰਜਾਬ ਦੇ ਵਿੱਚ, ਪੰਜਾਬੀ ਫਿਲਮਾਂ ਦੇ ਵਿੱਚ ਮੈਨੂੰ ਬਹੁਤ ਚੰਗਾ ਕੰਮ ਮਿਲੇਗਾ। ਤੇ ਖੈਰ ਮੈਂ ਆਪਣੇ ਬਾਕੀ ਸਾਥੀਆਂ ਨੂੰ ਵੀ ਬਹੁਤ ਹੱਲਾਸ਼ੇਰੀ ਦਿਆਂਗਾ, ਲੇਕਿਨ ਥੀਏਟਰ ਨਾਲੋਂ ਟੁੱਟਣਾ ਨਹੀਂ। ਮੇਰੀ ਪਹਿਲੀ ਥੀਏਟਰ ਸਾਡੀਆਂ ਦੁਆਵਾਂ ਨੇ ਜੀ ਤੁਹਾਡੇ। ਅੱਜ ਵੀ ਮੇਰੀ ਪਹਿਲੀ ਜਿਹੜੀ ਕਮਿਟਮੈਂਟ ਹੈਗੀ ਉਹ ਥੀਏਟਰ ਨਾਲ ਹੈ, ਕਿਉਂਕਿ ਥੀਏਟਰ ਦੇ ਕਾਰਨ ਹੀ ਮੈਂ ਮਾਚਿਸ ਫਿਲਮ ਛੋੜੀ ਸੀਗੀ, ਕਿਉਂਕਿ ਮੈਂ ਥੀਏਟਰ ਵਿੱਚ ਬਿਜੀ ਸੀਗਾ। ਸਿੱਧੂ ਸਾਹਿਬ ਨਾਲ ਮੈਂ ਡਰਾਮੇ ਕਰ ਰਿਹਾ ਸੀਗਾ ਭਗਤ ਸਿੰਘ ਜੀ ਦੀ ਤਰ੍ਹਾਂ ਲੜੀ ਦੇ ਉੱਤੇ। 3 ਮਹੀਨੇ ਦੀ ਰਿਹਰਸਲ ਸੀਗੀ, 2 ਮਹੀਨੇ ਰਿਹਰਸਲ ਕਰ ਚੁੱਕਾ ਸੀ, 1 ਮਹੀਨਾ ਬਾਕੀ ਸੀ, ਤੇ ਮੇਰੀ ਮੈਂ ਨਹੀਂ ਜਾ ਸਕਿਆ ਸੀ ਕਿਉਂਕਿ ਥੀਏਟਰ। ਬਿਲਕੁਲ ਗੁਰਦੀਪ ਜੀ, ਜਗਜੀਤ ਸਰ ਹੋ ਰਹੇ ਨੇ ਕਿ ਕੋਈ ਗੱਲ ਨਹੀਂ, ਬਹੁਤ ਸਾਰੇ ਰੰਗਕਰਮੀ ਨੇ ਜਿਹੜੇ ਲਗਾਤਾਰ ਕੰਮ ਕਰਦੇ ਨੇ, ਪਰ ਉਹਨਾਂ ਦਾ ਜਿਹੜਾ ਜ਼ਿਕਰ ਆ ਉਹ ਇਹਨਾਂ ਵੈਬੀਨਾਰਾਂ 'ਚ ਨਹੀਂ ਹੁੰਦਾ। ਇਸ ਨੂੰ ਮਨ ਤੇ ਨਹੀਂ ਲਾਉਣਾ ਚਾਹੀਦਾ। ਮੈਂ ਵੀ ਇਹ ਕਹਿਣਾ ਕਿ ਇਹ ਛੋਟੀਆਂ ਗੱਲਾਂ ਮਨ ਤੇ ਨਹੀਂ ਲਾਉਣੀ ਚਾਹੀਦੀ। ਮਨ ਤੇ ਨਹੀਂ ਲਗਾ ਰਿਹਾ ਸੀ, ਮੈਂ ਗੱਲ ਕਰ ਰਿਹਾ ਸੀ ਕਿ ਉਹ ਅਗਰ ਕਸੂਰ ਹੈਗਾ ਤਾਂ ਉਹ ਡਾਇਰੈਕਟਰ ਦਾ, ਐਕਟਰਾਂ ਦਾ ਕਸੂਰ। ਕਿਉਂਕਿ ਜਿਹੜੀ ਚੀਜ਼ ਮਨ ਤੇ ਲੱਗੂ ਉਹ ਮੰਚ ਤੇ ਆਊ, ਹਨਾ। ਮਨ ਵਾਲੀ ਗੱਲ ਮਨ ਚ ਆਊ ਤਾਂ ਫਿਰ ਮੰਚ ਤੇ ਆਊਗੀ। ਜੀ। ਔਰ ਹਾਂ, ਉਹ ਚੰਦਰਦੀਪ ਜੀ ਕਹਿ ਰਹੇ ਨੇ ਕਿ ਪਿੰਡਾਂ ਚ ਬਹੁਤ ਸਾਰੇ ਰੰਗਕਰਮੀ ਨੇ ਜਿਹੜੇ ਇਹ ਫਰਜ਼ ਨਿਭਾ ਰਹੇ ਨੇ, ਉਹ ਵੀ ਇਹਨਾਂ ਵੈਬੀਨਾਰਾਂ ਤੇ ਨਹੀਂ ਦਿਸਦੇ, ਪਰ ਉਹ ਲਗਾਤਾਰ। ਨਿੱਕੀ ਜਿੰਨੀ ਗੱਲ ਹੋਰ ਮੈਂ ਗੁਰਦੀਪ ਜੀ ਜਾਂਦੇ ਨਿੱਕੀ ਜੀ ਗੱਲਾਂ ਆਪਾਂ, ਮੈਂ ਹਜੇ ਜਾਣ ਨਹੀਂ ਲੱਗਿਆ, ਭਾਵੇਂ ਮੇਰੇ ਪਿੱਛੋਂ ਇੰਸਟਰਕਸ਼ਨ ਆ ਰਹੀਆਂ ਨੇ ਵੀ ਤੁਸੀਂ ਕਲੋਜ਼ ਕਰੋ, ਪਰ ਮੈਨੂੰ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲ ਕਰਕੇ। ਇਹ ਜਿਹੜੀਆਂ ਤੁਸੀਂ ਜਦੋਂ ਰੰਗਮੰਚ ਤੋਂ ਫਿਲਮਾਂ ਵੱਲ ਆਉਂਦੇ ਹੋ, ਔਰ ਫਿਲਮਾਂ ਤੋਂ ਰੰਗਮੰਚ ਦਾ ਜਿਹੜਾ ਪੁਲ ਬਣਦੇ ਆ, ਔਰ ਪੰਜਾਬੀ ਦੇ ਵਿੱਚ ਔਰ ਬੰਬੇ ਦੇ ਵਿੱਚ ਤੁਸੀਂ ਦਿੱਲੀ ਦੇ ਵਿੱਚ ਤੁਸੀਂ ਰੰਗਮੰਚ ਕਰ ਰਹੇ ਹੋ, ਕੋਈ ਪੰਜਾਬ ਨਾਲ ਔਰ ਦਿੱਲੀ ਨਾਲ, ਕੋਈ ਚੰਡੀਗੜ੍ਹ ਕੋਲੈਬੋਰੇਸ਼ਨ ਵੀ ਤੁਸੀਂ ਕਰਦੇ ਹੋ ਕਿ ਥੀਏਟਰ ਨੂੰ ਲੈ ਕੇ, ਇਹਨਾਂ ਮੰਚੀ ਰੰਗਾਂ ਨੂੰ ਲੈ ਕੇ, ਮੰਚ ਦੀਆਂ ਪੇਸ਼ਕਾਰੀਆਂ ਨੂੰ ਲੈ ਕੇ? ਕਿਆ ਬਾਤ ਹੈ ਬਲਵਿੰਦਰ ਜੀ, ਮੈਂ ਫਿਰ ਤੁਹਾਡੇ ਕੋਲ ਸਵਾਲ ਖੋਣ ਲੱਗਾ ਸੀ, ਉਹੀ ਸਵਾਲ ਤੁਸੀਂ ਕਰਤਾ। ਮੈਂ ਉਹੀ ਕਹਿਣ ਲੱਗਾ ਸੀਗਾ। ਅਸਲ ਵਿੱਚ ਕੀ ਹੈ ਕਿ ਦਿੱਲੀ ਦੇ ਥੀਏਟਰ ਆਰਟਿਸਟ ਜਿਹੜੇ ਨੇ ਔਰ ਪੰਜਾਬ ਦੇ ਥੀਏਟਰ ਆਰਟਿਸਟ ਜਿਹੜੇ ਨੇ, ਉਹ ਅਸੀਂ ਇੱਕ ਖੂਹ ਦੇ ਡੱਡੂਆਂ ਦੀ ਤਰ੍ਹਾਂ ਹੈ। ਮੈਂ ਦਿੱਲੀ ਵਿੱਚ ਹੀ ਵਿਚਰਦਾ, ਪੰਜਾਬ ਵਾਲੇ ਪੰਜਾਬ ਦੇ ਕੁਝ ਹੈਗੇ ਨੇ ਜਿਹੜੇ ਚੰਦ ਨਾਮ ਹੈਗੇ ਨੇ ਜਿਹੜੇ ਦਿੱਲੀ ਵਿੱਚ ਆ ਕੇ ਥੀਏਟਰ ਕਰ ਜਾਂਦੇ, ਉਹਨਾਂ ਦੁਨੀਆ ਜਾਣਦੀ ਹੈ। ਲੇਕਿਨ ਬੜੇ ਲੋਕ ਨੇ, ਆਪਣਾ ਕੀਰਤੀ ਕਿਰਪਾਲ ਸੀ, ਆਪਣੇ ਗੁਰਵਿੰਦਰ ਵੀ ਨੇ, ਹੋਰ ਕਈ ਥੀਏਟਰ ਆਰਟਿਸਟ ਨੇ, ਬਹੁਤ ਚੰਗਾ ਥੀਏਟਰ ਕਰ ਰਹੇ ਨੇ, ਦਿੱਲੀ ਚ ਕੋਈ ਨਹੀਂ ਜਾਣਦਾ। ਹੁਣ ਗੁਰਦੀਪ ਸੇਰਾ ਨੇ ਇੰਨਾ ਥੀਏਟਰ ਕੀਤਾ, ਪੰਜਾਬ ਵਾਲੇ ਕੌਣ ਜਾਣਦੇ? ਕੋਈ ਨਹੀਂ ਜਾਣਦਾ। ਕਿਉਂ? ਕਿਉਂਕਿ ਮੇਰੀ ਪਰਫਾਰਮੈਂਸ ਇਹ ਸਰਕਾਰੀ ਤੌਰ ਤੇ ਚਾਹੀਦਾ ਹੈਗਾ। ਜਿਹੜੇ ਉੱਥੇ ਸਰਕਾਰੀ ਵੱਡੀਆਂ ਕੁਰਸੀਆਂ ਤੇ ਬੈਠੇ, ਉਹਨਾਂ ਨੂੰ ਚਾਹੀਦਾ ਹੈ ਕਿ ਦਿੱਲੀ ਵਿੱਚ ਉਹਨਾਂ ਲੋਕਾਂ ਨੂੰ ਹੀ ਬੁਲਾਉਣ, ਸਿਰਫ ਉਹਨਾਂ ਨੂੰ ਨਾ ਬੁਲਾਉਣ ਕਿ ਜਿਹੜੇ ਮਤਲਬ ਉਹ ਦੂਜੀ ਗੱਲ ਹੋ ਜਾਏਗੀ।
ਤੇ ਸਾਰਿਆਂ ਨੂੰ ਮੌਕਾ ਦੇਣ ਤਾਂ ਕਿ ਇੱਕ ਦੂਜੇ ਦਾ ਪਤਾ ਲੱਗੇ। ਔਰ ਇਹ ਮੈਂ ਵਾਕਈ ਗੁਰਵਿੰਦਰ ਉਹਨਾਂ ਦਾ ਜਿਹੜੇ 20 ਮੰਚ ਕਰ ਰਹੇ ਨੇ, ਮੈਂ ਕਿੰਨਾ ਸ਼ੁਕਰਗੁਜ਼ਾਰ ਹਾਂ। ਔਰ ਮੈਂ ਚਾਹੁੰਦਾ ਕਿ ਸਭ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਜਿਹੜਾ ਇਹਨਾਂ ਨੇ ਦਿੱਲੀ ਜਾਂ ਪੰਜਾਬ ਜਾਂ ਆਸਟ੍ਰੇਲੀਆ ਦਾ ਜਾਂ ਪਾਕਿਸਤਾਨ ਦਾ ਜਾਂ ਕੈਨੇਡਾ ਦੇ ਲੋਕਾਂ ਨੂੰ ਇੱਕ ਮੰਚ ਤੇ ਲੈ ਆਂਦਾ ਤਾਂ ਕਿ ਉਹਨਾਂ ਨੂੰ ਸਾਰੀ ਦੁਨੀਆ ਜਾਣ ਸਕੇ। ਔਰ ਮੈਂ ਕਹਿੰਦਾ ਵਾਂ ਕਿ ਅਗਰ ਕੱਲ ਨੂੰ ਥੀਏਟਰ ਪ੍ਰੋਸੀਨੀਅਮ ਵਿੱਚ ਸ਼ੁਰੂ ਹੋ ਜਾਏ, ਪ੍ਰੋਸੀਨੀਅਮ ਥੀਏਟਰ ਸ਼ੁਰੂ ਵੀ ਹੋ ਜਾਵੇ, ਤਾਂ ਵੀ ਗੁਰਵਿੰਦਰ ਜੀ ਇਹ ਮੰਚ ਜਿਹੜਾ 20 ਮੰਚ ਹੈਗਾ, ਤੁਸੀਂ ਇਹਨੂੰ ਬਿਲਕੁਲ ਤਿਆਰ ਰੱਖਣਾ, ਲੋਕਾਂ ਨੂੰ ਜੋੜਦੇ ਰਹਿਣਾ ਤਾਂ ਕਿ ਇੱਕ ਦੂਜੇ ਬਾਰੇ ਪਤਾ ਲੱਗਦਾ ਰਹੇ। ਥੀਏਟਰ ਵਿੱਚੋਂ ਤੇ ਨਹੀਂ ਪਤਾ ਲੱਗੇਗਾ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਗੁਰਵਿੰਦਰ ਜੀ ਦਾ, ਬਹੁਤ ਬਹੁਤ ਸ਼ੁਕਰੀਆ। ਗੁਰਦੀਪ ਜੀ, ਉਹ ਕਹਿੰਦੇ ਨੇ ਵੀ ਗੱਲਾਂ ਦਿਲ ਵਿੱਚ ਰਹਿ ਗਈਆਂ। ਬਿਲਕੁਲ। ਮੇਰੇ ਮਨ 'ਚ ਬਹੁਤ ਸਾਰੇ ਸਵਾਲ ਸੀਗੇ, ਲੇਕਿਨ ਮੈਨੂੰ ਬਾਰ-ਬਾਰ ਉਹ ਇੱਕ ਤੇ ਵਕਤ ਏਦਾਂ ਦਾ, ਇੱਕ ਜਿਹੜੇ ਪਿੱਛੇ ਇੰਸਟਰਕਸ਼ਨਾਂ ਦਿੰਦੇ ਨੇ ਨਾ ਵੀ ਫਟਾਫਟ, ਵੀ ਬਹੁਤ ਟਾਈਮ ਹੋ ਗਿਆ। ਇਹ ਗੁਰਵਿੰਦਰ ਦੀ ਤੁਸੀਂ ਗੁਰਵਿੰਦਰ ਦੀਆਂ ਤਾਰੀਫਾਂ ਕਰੀਏ ਨਾ, ਮੈਨੂੰ ਗੁੱਸਾ ਆ ਰਿਹਾ। ਨਹੀਂ, ਮੈਂ ਤਾਰੀਫ ਇਸ ਕਰਕੇ ਕਰ ਰਿਹਾ ਕਿ ਉਹ ਨਹੀਂ ਤਾਰੀਫ ਗੁਰਵਿੰਦਰ ਉਹਨਾਂ ਦੇ ਇਸ ਕਰਕੇ ਕਰਾਂਗੇ ਟਾਈਮ ਵਧਾ ਦੇ। ਹਾਂ, ਲੇਕਿਨ ਉਹ ਮਿਹਨਤੀ ਨੇ, ਸਾਰਾ ਦਿਨ ਲੱਗੇ ਰਹਿੰਦੇ ਨੇ, ਸਾਰਾ ਉਹਦੀ ਐਡੀਟਿੰਗ, ਉਹਦਾ ਪ੍ਰੋਸੈਸਿੰਗ, ਬਹੁਤ ਪ੍ਰੋਗਰਾਮਿੰਗ ਕਰਨਾ। ਮੈਂ ਤੇ ਥੋੜੀ ਦੇਰ ਲਈ ਆ ਕੇ ਐਵੇਂ ਆਪਦੀ ਸ਼ਕਲ ਦਿਖਾਣਾ, ਪਰ ਉਹ 24 ਘੰਟਿਆਂ ਦੇ ਵਿੱਚੋਂ 18 ਘੰਟੇ ਕੰਮ ਕਰਦੇ ਨੇ। ਔਰ ਇਹ ਜਿਹੜਾ ਵਰਚੁਅਲ ਮੰਚ ਹੈ, ਸ਼ਾਇਦ ਦੂਸਰੇ ਮੰਚ ਤੋਂ ਵੀ ਜ਼ਿਆਦਾ ਮਿਹਨਤ ਮੰਗਦਾ, ਜਾਂ ਉਹ ਇੱਕ ਤਰ੍ਹਾਂ ਨਾਲ ਜਿਹੜੀ ਹੈਗੀ ਆ, ਉਹ ਲੋੜ ਜਿਹੜੀ ਪਈ ਹੁੰਦੀ ਹੈ ਕਿਤੇ ਨਾ ਕਿਤੇ। ਕਿ ਸਾਨੂੰ ਜੀ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਅੱਛਾ ਲੱਗਿਆ। ਮੈਨੂੰ ਤੁਹਾਡਾ ਇੱਕ ਮਿੰਟ ਸ਼ੁਕਰੀਆ ਅਦਾ ਕਰ ਲੈਣ ਦਿਓ। ਮੈਂ ਗੁਰਵਿੰਦਰ, ਡਾਕਟਰ ਬਲਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਵਾਂ ਕਿ ਇੰਨੀ ਅੱਛੀ ਵੋਕੈਬਲਰੀ ਲੈ ਕੇ ਤੁਸੀਂ ਦੂਜਿਆਂ ਨਾਲ ਗੱਲਬਾਤ ਕਰਦੇ ਹੋ। ਹਾਲਾਂਕਿ ਜੀ ਤੇ ਤੁਸੀਂ ਪ੍ਰੋਗਰਾਮ ਵੀ ਇੰਨੇ ਸੋਹਣੇ ਪੇਸ਼ ਕਰਦੇ ਸੀ, ਪਿੰਡਾਂ ਬਾਰੇ, ਜਗ੍ਹਾ ਜਗ੍ਹਾ ਡੈਸਟੀਨੇਸ਼ਨ ਬਾਰੇ, ਔਰ ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਦੇ ਸੀਗੇ। ਔਰ ਮੈਂ ਤੇ ਗੁਰਵਿੰਦਰ ਜੀ ਨੂੰ ਕਹਾਂਗਾ ਕੋਈ ਇਹੋ ਜਿਹਾ ਪ੍ਰੋਗਰਾਮ ਸ਼ੁਰੂ ਕਰਨ ਜਿਹਦੇ ਵਿੱਚ ਮਤਲਬ ਤੁਹਾਡੀ ਉਸ ਕਲਾ ਦਾ, ਤੁਹਾਡੀ ਉਸ ਆਰਟ ਦਾ ਪੂਰਾ ਅਸੀਂ ਫਾਇਦਾ ਚੁੱਕ ਸਕੀਏ ਦਰਸ਼ਕਾਂ ਦੇ ਸਾਥ। ਥੈਂਕ ਯੂ ਵੈਰੀ ਮਚ। ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਗੁਰਦੀਪ ਜੀ, ਔਰ ਸਭ ਸਰੋਤਿਆਂ ਦਾ ਸ਼ੁਕਰੀਆ ਜੀ, ਸਭ ਸਰੋਤਿਆਂ ਦਾ, ਸਭ ਦੇਖਣ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ। ਥੈਂਕ ਯੂ ਗੁਰਦੀਪ ਜੀ, ਥੈਂਕ ਯੂ ਸੋ ਮਚ, ਮਿਹਰਬਾਨੀ ਗੱਲਾਂ ਬਾਤਾਂ ਕਰਕੇ। ਇਹ ਆਪਾਂ ਹੁਣ, ਕਿਉਂਕਿ ਗੁਰਵਿੰਦਰ ਹੋਰਾਂ ਨੇ ਵਰਚੁਅਲ ਮੰਚ ਸ਼ੁਰੂ ਕੀਤਾ, ਇਹ ਸ਼ੁਰੂਆਤੀ ਪੇਸ਼ਕਾਰੀਆਂ ਨੇ। ਇਸ ਤੋਂ ਬਾਅਦ ਇਹ ਤਾਂ ਹਜੇ ਜੜਾਂ ਫੜੀਆਂ ਨੇ, ਇਸ ਤੋਂ ਬਾਅਦ ਇਹ ਤਣੇ, ਇਸ ਤੋਂ ਬਾਅਦ ਇਹਦੀਆਂ ਸ਼ਾਖਾਵਾਂ, ਫਲ ਲੱਗਣੇ। ਇਹਨਾਂ ਨੇ ਪਤਾ ਨਹੀਂ ਅਜੇ ਇਹਨੂੰ ਕੀ ਰੂਪ ਦੇਣਾ। ਔਰ ਇਨਸ਼ਾਅੱਲਾ ਸਾਡੀਆਂ ਦੁਆਵਾਂ, ਮੇਰੀਆਂ ਵੀ ਦੁਆਵਾਂ ਇਹਨਾਂ ਦੇ ਨਾਲ ਨੇ। ਔਰ ਥੈਂਕ ਯੂ ਸੋ ਮਚ ਗੁਰਦੀਪ ਜੀ, ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ। ਸ਼ੁਕਰੀਆ ਜੀ, ਬੜੀ ਮਿਹਰਬਾਨੀ ਗੁਰਵਿੰਦਰ ਜੀ, ਬਲਵਿੰਦਰ ਜੀ, ਤੁਹਾਡੇ ਤੋਂ। ਓਕੇ, ਸਤਿ ਸ਼੍ਰੀ ਅਕਾਲ। ਜੀ ਹਾਂ, ਅੱਜ 15ਵੇਂ ਦਿਨ ਦੇ ਵਿੱਚ ਅਸੀਂ ਦਾਖਲ ਸੀਗੇ, ਲਾਈਵ ਜਾ ਰਹੇ ਹਾਂ। ਔਰ ਵਿੱਚੋਂ ਕਿਤੇ ਥੋੜਾ ਜਿਹਾ ਆਡੀਓ ਕਿਤੇ ਰੁਕਿਆ ਸੀਗਾ, ਪਰ ਮੋਸਟਲੀ ਇਹ ਕੋਈ ਜ਼ਿਆਦਾ ਨਹੀਂ ਸੀਗਾ, ਇਸ ਲਈ ਮੈਨੂੰ ਕੋਈ ਆਪੱਤੀ ਜੀ ਨਹੀਂ ਹੋਈ। ਔਰ ਸੋਹਣੀਆਂ ਗੱਲਾਂ ਅਸੀਂ ਗੁਰਦੀਪ ਜੀ ਹੋਰਾਂ ਨਾਲ ਕੀਤੀਆਂ। ਔਰ ਮੰਗਲ ਢਿੱਲੋਂ ਹੋਰਾਂ ਨੇ ਬਹੁਤ ਸੋਹਣਾ ਸੰਦੇਸ਼ ਦੇ ਕੇ ਸਾਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਇਹ ਜਿਹੜਾ ਦੌਰ ਹੈ, ਜਿਹੜਾ ਵਕਤ ਚੱਲ ਰਿਹਾ, ਇਹ ਬਹੁਤ ਸਾਰਾ ਖੰਗਾਲਣ ਦਾ, ਬਹੁਤ ਸਾਰਾ ਆਪਣੇ ਆਪ ਨੂੰ ਰਿੜਕਣ ਦਾ ਵਕਤ ਹੈ। ਔਰ ਖਾਸ ਤੌਰ ਤੇ ਜਿੰਨੀਆਂ ਕਲਾਮਾਂ ਨੇ, ਰੰਗਮੰਚ ਹੈ, ਉਹਦੇ ਵਿੱਚ ਅਸੀਂ ਇਨਸਾਨ, ਅਸੀਂ ਕਲਾਕਾਰ, ਅਸੀਂ ਜਿਹੜਾ ਇਹਦੇ ਨਾਲ ਜੁੜੇ ਹੋਏ ਲੋਕ ਹਾਂ, ਸੰਵੇਦਨਸ਼ੀਲ ਲੋਕ ਹਾਂ, ਇਹ ਕਿਵੇਂ ਨਵੇਂ ਸਿਰੇ ਤੋਂ ਦੇਖ ਸਕਦੇ ਨੇ, ਸਰਵਾਈਵ ਕਰ ਸਕਦੇ ਨੇ, ਸਾਰੀਆਂ ਗੱਲਾਂ ਕੀਤੀਆਂ। ਉਸ ਤੋਂ ਬਾਅਦ ਪੇਸ਼ੇ ਨਜ਼ਰ ਦੇ ਵਿੱਚ ਬਹੁਤ ਸੋਹਣੀ ਪ੍ਰੋਡਕਸ਼ਨ ਸੀਗੀ, ਬਹੁਤ ਸਾਰੇ ਸਵਾਲ ਸੀ ਉਹਦੇ ਵਿੱਚ, ਰਿਸ਼ਤਿਆਂ ਨੂੰ ਲੈ ਕੇ, ਰਿਸ਼ਤਿਆਂ ਦੇ ਮਸਲਿਆਂ ਨੂੰ ਲੈ ਕੇ, ਸੁਪਨਿਆਂ ਨੂੰ ਲੈ ਕੇ, ਇੱਛਾਵਾਂ, ਡਿਜ਼ਾਇਰ, ਹਸਰਤਾਂ, ਖੁਆਇਸ਼ਾਂ ਨੂੰ ਲੈ ਕੇ ਜਿਹੜੇ ਅਸੀਂ ਭੱਜੇ ਫਿਰਦੇ ਹਾਂ, ਉਹ ਸਾਰੇ ਉਸ ਨੂੰ ਕਿਤੇ ਅਸੀਂ ਦੇਖ ਰਹੇ ਸੀਗੇ ਕਿ ਇਹ ਕਿਤੇ ਰੁਕ ਕੇ ਕੋਈ ਗੱਲ ਆ ਰਹੀ ਹੈ। ਔਰ ਇੱਕ ਕਿਸਮ ਦਾ ਐਕਸਪੈਰੀਮੈਂਟ ਉਸ ਪਲੇ ਦੇ ਵਿੱਚ ਸੀਗਾ। ਔਰ ਉਸ ਤੋਂ ਬਾਅਦ ਗੁਰਦੀਪ ਹੋਰਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਉਹਨਾਂ ਨੇ ਆਪਦੀ ਲਾਈਫ ਦਾ ਜਿਹੜਾ ਸਰਵਾਈਵਲ ਆ ਉਹ ਦੱਸਿਆ। ਇਹੋ ਜਿਹੇ ਪ੍ਰੋਗਰਾਮ ਖੁਦ ਮੈਨੂੰ ਵੀ ਬੜੇ ਇੰਸਪਾਇਰ ਕਰਦੇ ਆ, ਕਿਉਂਕਿ ਮੈਂ ਵੀ ਪਿਛਲੇ ਦਿਨਾਂ 'ਚ, ਕਿਉਂਕਿ ਛੱਡਾ ਕੇ ਮੈਂ ਵੀ ਆਪਦੇ ਭੋਰੇ 'ਚ ਬੈਠਾ ਸੀਗਾ, ਔਰ ਇਹ ਵਰਚੁਅਲ ਮੰਚ ਹੋਰਾਂ ਨੇ ਮੈਨੂੰ ਵੀ ਕਿਤੇ ਆ ਜਾ ਵੀ ਤੂੰ ਹੁਣ ਬਾਹਰ ਆ ਜਾ, ਔਰ ਤੇਰੀ ਲੋੜ ਆ।
ਉਸ ਲੋੜ ਦੇ ਵਿੱਚ ਮੈਨੂੰ ਵੀ ਇਹ ਲੱਗਿਆ ਕਿ ਨਹੀਂ, ਸਾਨੂੰ ਵੀ ਇਹ ਜਿਹੜੀ ਕਦੀ ਨਿਰਾਸ਼ਾ ਆਉਂਦੀ ਆ, ਕਦੀ ਅਸੀਂ ਥੋੜੇ ਜੇ ਡਾਊਨ ਆ ਜਾਂਦੇ ਆ, ਇਹ ਫੌਰੀ ਤੌਰ ਤੇ ਇਹ ਛਿਣ ਭਰ ਲਈ ਹੁੰਦਾ, ਇਹ ਵਕਤੀ ਹੁੰਦਾ, ਇਹਨੇ ਨਿਕਲ ਜਾਣਾ ਹੁੰਦਾ, ਇਹ ਫੁਰਨਾ ਚੇਂਜ ਹੋ ਜਾਊਗਾ, ਬਦਲ ਜਾਊਗਾ, ਤਬਦੀਲ ਹੋ ਜਾਏਗਾ। ਔਰ ਇਹ ਕਿਤੇ ਪ੍ਰੇਰਨਾ ਦਿੰਦੀ ਹੈ ਸਾਨੂੰ। ਔਰ ਪੂਰੀ ਦੀ ਪੂਰੀ ਟੀਮ, ਵਰਚੁਅਲ ਮੰਚ ਦੀ ਟੀਮ ਮੈਨੂੰ ਖੁਦ ਨੂੰ ਪ੍ਰੇਰਿਤ ਕਰਦੀ ਹੈ, ਮੈਨੂੰ ਪ੍ਰੇਰਨਾ ਦਿੰਦੀ ਹੈ। ਔਰ ਉਮੀਦ ਹੈ ਕਿ ਜਿਹੜੇ ਰੰਗਕਰਮੀ ਦੂਰ ਦਰੇਡੇ ਬੈਠੇ ਨੇ, ਕਦੀ ਕਦਾਈ ਸੋਸ਼ਲ ਮੀਡੀਆ ਤੇ ਦੇਖ ਰਹੇ ਹੋਣਗੇ ਜਾਂ ਦੇਖ ਲੈਣਗੇ, ਉਹਨਾਂ ਨੂੰ ਵੀ ਦੱਸਦਾ ਕਿ ਇਹ ਜ਼ਿੰਦਗੀ ਦੇ ਜਿਹੜੇ ਡਰਾਮੇ ਨੇ, ਜ਼ਿੰਦਗੀ ਦੇ ਜਿਹੜੇ ਇਹ ਸਟੇਜਾਂ ਨੇ, ਇਹ ਚੱਲਦੀਆਂ ਰਹਿੰਦੀਆਂ ਨੇ। ਇਹਦੇ ਵਿੱਚ ਚੰਗਾ ਮਾੜਾ, ਨਾਇਕ ਖਲਨਾਇਕ, ਇਹ ਹੁੰਦਾ ਰਹਿੰਦਾ। ਇਸ ਨੂੰ ਜ਼ਿੰਦਗੀ 'ਚ ਇੰਜੋਏ ਕਰਕੇ, ਆਨੰਦ ਨਾਲ, ਖੁਸ਼ੀ ਨਾਲ ਸ਼ਾਮਲ ਹੋ ਕੇ, ਇਨਵੋਲਵ ਹੋ ਕੇ ਸਾਨੂੰ ਜੀਣਾ ਚਾਹੀਦਾ। ਅੱਜ ਦਾ ਇਹ ਜਿਹੜਾ ਐਪੀਸੋਡ ਆ, ਅਸੀਂ ਇੱਥੇ ਹੀ ਮੁਕਾਨੇ ਹੈਗੇ ਆ। ਔਰ ਕੱਲ ਅਸੀਂ ਕਿਸੇ ਹੋਰ ਰੰਗਕਰਮੀ ਨੂੰ ਲੈ ਕੇ ਉਹਨਾਂ ਦੀ ਪੇਸ਼ੇ ਨਜ਼ਰ, ਉਹਨਾਂ ਦੇ ਰੂਬਰੂ ਹੋਵਾਂਗੇ, ਚਰਚਾ ਕਰਾਂਗੇ। ਔਰ ਖਾਸ ਤੌਰ ਤੇ ਉੱਤੇ ਅਸੀਂ ਸੁਨਹਿਰੀ ਬੋਲਾਂ ਦੇ ਵਿੱਚ ਕਿਸੇ ਹੋਰ ਸੀਨੀਅਰ ਜਿਹੜੇ ਰੰਗਕਰਮੀ ਨੇ ਉਹਨਾਂ ਤੋਂ ਆਸ਼ੀਰਵਾਦ ਲਵਾਂਗੇ। ਔਰ ਰੂਬਰੂ ਦੇ ਵਿੱਚ ਤੇ ਅਸੀਂ ਕੱਲ ਇੱਕ ਯੰਗ ਨੌਜਵਾਨ ਜਿਹੜੇ ਰੰਗਕਰਮੀ ਨੇ, ਲੱਖਾ ਲਹਿਰੀ ਹੋਰਾਂ ਨਾਲ ਅਸੀਂ ਚਰਚਾ ਕਰਾਂਗੇ ਔਰ ਉਹਨਾਂ ਤੋਂ ਸਵਾਲ ਪੁੱਛਾਂਗੇ। ਔਰ ਕੱਲ ਅਸੀਂ 16ਵੇਂ ਦਿਨ ਦੀ ਲੜੀ ਦੇ ਵਿੱਚ ਸ਼ਾਮਲ ਹੋ ਜਾਵਾਂਗੇ। ਅੱਜ ਸਾਡਾ 5ਵਾਂ ਦਿਨ ਸੀਗਾ। ਔਰ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ? ਤੁਹਾਡੀਆਂ ਸਲਾਹਾਂ, ਤੁਹਾਡੇ ਮਸ਼ਵਰੇ ਸਾਨੂੰ ਲਾਜ਼ਮੀ ਤੌਰ ਤੇ ਲਿਖਿਆ ਕਰੋ। ਜੇ ਫੇਸਬੁੱਕ ਤੇ ਫਰੰਟ ਤੇ ਲਿਖ ਦਿਓ, ਵਾਲ ਤੇ ਲਿਖ ਦਿਓ ਤਾਂ ਵੀ ਠੀਕ ਹੈ। ਜੇ ਕੋਈ ਥੋੜੀ ਜਿਹੀ ਤਿੱਖੀ ਆਲੋਚਨਾ ਜਾਂ ਤਿੱਖੀ ਸੁਜੈਸ਼ਨ ਹੋਵੇ ਤਾਂ ਤੁਸੀਂ ਸਾਨੂੰ ਇਨਬਾਕਸ ਦੇ ਵਿੱਚ ਵੀ ਕਰ ਸਕਦੇ ਹੋ। ਅਸੀਂ ਲਾਜ਼ਮੀ ਤੌਰ ਤੇ ਉਹ ਤੁਹਾਡੀ ਗੱਲ ਨੂੰ ਸਿਰ ਮੱਥੇ ਰੱਖਾਂਗੇ, ਚਾਈ ਖੁਸ਼ੀ ਉਸ ਨੂੰ ਆਪਣੇ ਇਹਨਾਂ ਕੰਮਾਂ ਦੇ ਵਿੱਚ ਸ਼ਾਮਲ ਕਰਾਂਗੇ, ਉਹ ਸੁਧਾਰ ਕਰਾਂਗੇ। ਮੈਨੂੰ ਬਲਵਿੰਦਰ ਨੂੰ ਦਿਓ ਇਜਾਜ਼ਤ, ਮੈਂ ਬਹੁਤ ਬੋਲ ਲਿਆ। ਸ਼ੁਕਰੀਆ, ਥੈਂਕ ਯੂ ਸੋ ਮਚ। ਰੱਬ ਰੱਖਾ। ਗੱਲ ਕਿਰਤੀ ਲੋਕਾਂ ਦੀ, ਗੱਲ ਕਿਰਤੀ ਲੋਕਾਂ ਦੀ, ਤੇਰਾ ਰਾਜ ਤੇਰੇ ਹੱਥਾਂ ਨੇ ਲਿਆਉਣਾ, ਤੇਰਾ ਰਾਜ ਹੋਏ ਹੋਏ ਰਾਜ ਤੇਰੇ ਹੱਥਾਂ ਨੇ ਲਿਆਉਣਾ, ਵੀ ਹੱਥ ਇੱਥੇ ਸੁੱਟ ਮਿੱਤਰਾ ਤੇਰਾ ਰਾਜ, ਤੇਰਾ ਰਾਜ ਤੇਰੇ ਹੱਥਾਂ ਨੇ ਲਿਆਉਣਾ, ਤੇਰਾ ਰਾਜ ਹੋਏ ਹੋਏ ਰਾਜ ਤੇਰੇ ਹੱਥਾਂ ਨੇ ਲਿਆਉਣਾ, ਵੀ ਹੱਥ ਇੱਥੇ ਸੁੱਟ ਮਿੱਤਰਾ ਤੇਰਾ ਰਾਜ। ਇਨਕਲਾਬ ਦਾ ਮਾਰੀਏ ਨਾਰਾ, ਇਨਕਲਾਬ ਦਾ ਹੋਏ ਹੋਏ ਇਨਕਲਾਬ ਦਾ ਮਾਰੀਏ ਨਾਰਾ, ਵੀ ਹੱਥ ਇੱਥੇ ਸੁੱਟ ਮਿੱਤਰਾ ਇਨਕਲਾਬ ਦਾ, ਇਨਕਲਾਬ ਦਾ। ਖੇਤ ਵਾਲੀ ਟਾਹਲੀ ਅੱਜ ਗਲ ਲੱਗ ਰੋਈ ਮੇਰੇ, ਕਹਿੰਦੀ ਵੇਚ ਦਿੱਤਾ ਤੂੰ ਮੈਨੂੰ, ਕਹਿੰਦੀ ਵੇਚ ਦਿੱਤਾ ਤੂੰ ਮੈਨੂੰ, ਉਹਨੂੰ ਕਿੰਜ ਆਖਾਂ ਨੀ ਮੈਂ, ਵੇਚਿਆ ਨੀ ਤੈਨੂੰ ਅੱਜ, ਵਿਕ ਗਿਆ ਖੁਦ ਇੱਕ ਕਿਸਾਨ, ਵਿਕ ਗਿਆ ਖੁਦ ਇੱਕ ਕਿਸਾਨ। ਖੇਤ ਵਾਲੀ ਟਾਹਲੀ ਅੱਜ ਕੰਮ ਦੇਣ ਲਈ ਕੰਮ ਨਹੀਂ ਹੈ, ਕਿੰਨਾ ਵੇਖ ਵਿਕਾਸ ਹੋ ਗਿਆ, ਖਤਮ ਸਾਡੀਆਂ ਸੋਚਾਂ ਕਰਕੇ ਕਹਿਣ ਯੂਥ ਬਦਮਾਸ਼ ਹੋ ਗਿਆ। ਗੱਲ ਕਿਰਤੀ ਲੋਕਾਂ ਦੀ, ਗੱਲ ਕਿਰਤੀ ਲੋਕਾਂ ਦੀ, ਗੱਲ ਕਿਰਤੀ ਲੋਕਾਂ ਦੀ, ਗੱਲ ਕਿਰਤੀ ਲੋਕਾਂ ਦੀ।